ਲੋ ਜੀ ਸਭ ਸੱਜਣਾਂ ਨੂੰ ਅੱਜ ਦੇ ਇਸ ਪੰਜਾਬੀ ਕਾ ਤੇ ਕੀਮਤੀ ਗੱਲਾਂ ਦੇ ਸਾਂਝੇ ਮੰਚ ਤੇ ਜੀ ਆਇਆਂ ਨੂੰ ਆਖਨੇ ਆ। ਤੇ ਅੱਜ ਸਾਡੇ ਪ੍ਰਾਹੁਣੇ ਜਿਹੜੇ ਨੇ ਉਹ ਚੜ੍ਹਦੇ ਪੰਜਾਬ ਤੋਂ ਡਾਕਟਰ ਦਵਿੰਦਰ ਸੈਫੀ ਹੋਰੀ ਨੇ, ਨਕਾਦ ਨੇ, ਸ਼ਾਇਰ ਨੇ, ਨਾਵਲ ਨਗਾਰ ਨੇ ਔਰ ਬੜੀ ਡੂੰਘੀ ਨਜ਼ਰ ਰੱਖਦੇ ਨੇ ਉਹ ਮਾਂ ਬੋਲੀ ਦੇ ਸਾਰੇ ਹੀ ਜਿਹੜੇ ਪੱਖ ਨੇ ਉਹਨਾਂ ਤੇ। ਤੇ ਅੱਜ ਦਾ ਮੌਜੂ ਜਿਹੜਾ ਹੈ ਉਹ ਹੈਗਾ ਮਾਂ ਬੋਲੀ ਪੰਜਾਬੀ ਦੀਆਂ ਲੋੜਾਂ ਥੋੜਾਂ। ਤੇ ਕੀਮਤੀ ਗੱਲਾਂ ਤੇ ਪੰਜਾਬੀ ਕਾ ਦੇ ਬੇਲੀਆਂ ਨੇ, ਦੋ ਪੰਜਾਬਾਂ ਚੋਂ ਇੱਕ ਇੱਕ ਬੇਲੀ ਚੁਣਿਆ ਤੇ ਮੈਂ ਉਹਨਾਂ ਦਾ ਧੰਨਵਾਦੀ ਹਾਂ ਡਾਕਟਰ ਦਵਿੰਦਰ ਸੈਫੀ ਹੋਰਾਂ ਦਾ, ਔਰ ਲਹਿੰਦੇ ਪੰਜਾਬ ਤੋਂ ਮਹਾਨ ਸ਼ਾਇਰ, ਨਕਾਦ, ਬੁਲਾਰ ਅਫਜ਼ਲ ਸਾਹਿਰ ਅਲੀ। ਤੇ ਇਹ ਦੋ ਬੰਦੇ ਇਹ ਚੁਣਨ ਦੀ ਵਜ੍ਹਾ ਸ਼ਾਇਦ ਹਰਵਿੰਦਰ ਹੋਰਾਂ ਦੀ ਔਰ ਸਾਡੀ ਇਹ ਸੀ ਕਿ ਹਰਵਿੰਦਰ ਦਾ ਵੀ ਇਹ ਕਹਿਣਾ ਸੀ ਕਿ ਜਿਹੜੇ ਬੰਦੇ ਜੋ ਕਹਿੰਦੇ ਨੇ ਉਹ ਕਰਦੇ ਹੋਣ ਤੇ ਇੰਜ ਦੇ ਬੰਦੇ ਲੱਭੀਏ ਉਹਨਾਂ ਨੂੰ ਵਡਿਆਈਏ। ਤੇ ਮੈਨੂੰ ਇਹ ਮਾਣ ਹੈ ਕਿ ਅਫਜ਼ਲ ਸਾਹਿਰ ਨਾਲ ਮੇਰਾ ਜਿਹੜਾ ਤਾਲੁਕ ਹੈ ਉਹ ਕੋਈ 30 ਸਾਲ ਪੁਰਾਣਾ ਹੈ ਔਰ ਉਹਨਾਂ ਦੀ ਜਿਹੜੀ ਕਿਤਾਬ ਹੈ, ਬਲਕਿ ਮੈਂ ਅਗਰ ਇਹ ਕਹਾਂ ਕਿ ਮੈਨੂੰ ਮਾਂ ਬੋਲੀ ਦੇ ਨਾਲ ਜੋੜਨ ਵਾਲੇ ਜਿਹੜੇ ਬੰਦੇ ਮੇਰੀ ਜ਼ਿੰਦਗੀ 'ਚ ਆਏ ਉਹਨਾਂ 'ਚ ਅਫਜ਼ਲ ਸਾਹਿਰ ਵੀ ਇੱਕ ਮੇਨ ਬੰਦਾ ਹੈ ਜਿਹੜਾ ਦੂਜਿਆਂ ਨੂੰ ਵੀ ਮਾਂ ਬੋਲੀ ਦੀ ਕਦਰ ਦੱਸਦਾ ਹੈ। ਤੇ ਜਿਹੜੀਆਂ ਅਸੀਂ ਉਹਦੇ ਉੱਤੇ ਗੱਲਬਾਤ ਜਦੋਂ ਕਰਾਂਗੇ, ਪਹਿਲੇ ਡਾਕਟਰ ਮੈਂ ਸੈਫੀ ਸਾਹਿਬ ਦੀਆਂ ਦੱਸਦਿਆਂ ਇਹਨਾਂ ਦੀਆਂ ਕਿਤਾਬਾਂ ਜਿਹੜੀਆਂ ਨੇ, ਇਹ ਦੁਪਹਿਰ ਦਾ ਸਫ਼ਾ ਇਹਨਾਂ ਦੀ ਕਿਤਾਬ ਸੀ, ਫਿਰ ਇਹਨਾਂ ਦੀ ਨਿਤਸ਼ੇ ਦਾ ਮਹਾਮਾਨਵ, ਇਹਨਾਂ ਸੁਪਰਮੈਨ ਦੀ ਰੀਕ੍ਰੀਏਸ਼ਨ ਕੀਤੀ ਇਹਨਾਂ ਨੇ, ਉਹ ਬੜੀ ਪਸੰਦ ਕੀਤੀ ਗਈ ਪੂਰੀ ਦੁਨੀਆ 'ਚ। ਔਰ 3 ਕਿਤਾਬਾਂ ਇਹਨਾਂ ਦੀਆਂ ਤਨਕੀਦ ਦੀਆਂ ਨੇ, ਬੜਾ ਸਾਰਾ ਇਹਨਾਂ ਦਾ ਕੰਮ ਹੈ ਇਸ ਹਵਾਲੇ ਨਾਲ। ਤੇ ਅਫਜ਼ਲ ਸਾਹਿਰ ਦੀ ਜਿਹੜੀ ਕਿਤਾਬ ਹੈ ਨਾਲ ਸੱਜਣ ਦੇ ਰਹੀਏ, ਉਹ ਮੈਂ ਸਮਝਦਾ ਕਿਤਾਬ ਨਹੀਂ, ਉਹ ਸ਼ਾਇਦ ਜ਼ਿੰਦਗੀ ਦਾ ਮਕਸਦ ਹੈ ਕਿ ਇਹ ਹਮੇਸ਼ਾ ਹੀ ਸੱਜਣ ਦੇ ਨਾਲ ਰਹਿਣ ਦੀ ਗੱਲ ਕਰਦਾ, ਇਹੀ ਸਿਖਾਉਂਦਾ ਹੈ। ਔਰ ਇਹਦੇ ਸਿਖਾਉਣ ਤੇ ਚੁੱਕੇ ਇਹ ਰੇਡੀਓ ਤੇ ਪੂਰੀ ਇੱਕ ਮੈਨੂੰ ਲੱਗਦਾ ਇੱਕ ਸਦੀਆਂ ਦਾ ਕੰਮ ਇਹਦਾ ਰੇਡੀਓ ਤੇ ਦਿਖਦਾ ਹੈ ਕਿ ਬੜੇ ਬੰਦੇ ਇਹਨਾਂ ਨੇ ਜੋੜੇ ਨੇ, ਔਰ ਜਿਹੜਾ ਵੀ ਬੰਦਾ ਇਹਨਾਂ ਨੂੰ ਜੁੜਿਆ ਉਹਨਾਂ ਨੇ ਸੱਜਣ ਦੇ ਨਾਲ ਰਹਿਣਾ ਸਿਖਾ ਛੱਡਿਆ। ਇਹ ਕਿਤਾਬ 2011 'ਚ ਆਈ ਸੀ ਤੇ ਉਸ ਤੋਂ ਬਾਅਦ ਅਗਲੀ ਕਿਤਾਬ ਦੀ ਵੀ ਉਡੀਕ ਕੇ ਲੋਕਾਂ ਨੂੰ ਬੜੀ ਉਂਝ ਤੇ ਇਸ ਕਿਤਾਬ ਦੀ ਗੂੰਜ ਵੀ ਅਜੇ ਨਹੀਂ ਮੁੱਕੀ। ਤੇ ਅਸੀਂ ਗੱਲਬਾਤ ਸ਼ੁਰੂ ਕਰ ਰਹੇ ਹਾਂ ਅਫਜ਼ਲ ਸਾਹਿਰ ਹੋਰਾਂ ਤੋਂ ਕਿ ਉਹਨਾਂ ਨੂੰ ਇਹ ਦਾਅਵਤ ਦਿੰਦੇ ਹਾਂ ਕਿ ਜਿਹੜੀ ਹਰ ਜਿਹੜਾ ਸਵਾਲ ਹੈ ਸਾਡਾ ਉੱਤੇ ਰਲਵੀਂ ਗੱਲ ਕਰਾਂਗੇ, ਦੋਵੇਂ ਹੀ ਸਾਡੇ ਮਹਿਮਾਨ ਉੱਤੇ ਆਪਣੇ ਆਪਣਾ ਹਿੱਸਾ ਪਾਉਣਗੇ। ਤੇ ਮਾਈਕ ਸ਼ਾਇਦ ਅਫਜ਼ਲ ਸਾਹਿਬ ਦਾ ਫਿਰ ਹਿੱਲ ਗਿਆ ਮਾਈਕ। ਔਨ ਹੈ ਜੀ 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 ਅਫਜ਼ਲ ਸਾਹਿਬ ਸਾਹਿਬ, ਮਾਂ ਬੋਲੀ ਪੰਜਾਬੀ ਦੀਆਂ ਲੋੜਾਂ ਥੋੜਾਂ ਤੇ ਕੋਈ ਚਾਨਣ ਪਾਓ। ਦੇਖੋ, ਬੜੀ ਮੁਹੱਬਤ, ਮੈਨੂੰ ਬੜਾ ਵਧੀਆ ਲੱਗ ਰਿਹਾ ਹੈ ਤੁਹਾਡੇ ਨਾਲ ਜੁੜ ਕੇ, ਔਰ ਸਾਰੀ ਰਾਤ ਨਾ ਸੌਂ ਕੇ ਵੀ। ਤੇ ਤੁਹਾਡੇ ਲਈ ਜਗਰਾਤਾ ਕੱਟਿਆ ਕਿਉਂਕਿ ਮੇਰੇ ਲੱਛਣ ਕੋਈ ਇੰਨੇ ਠੀਕ ਨਹੀਂ ਹਨ ਦਿਨ ਰਾਤ ਦੇ ਗੁਜ਼ਰਾਨ ਦੇ। ਜੀ ਮੀਸਾ ਵਾਲਾ ਦਾ ਮਾਈਕ ਮੰਨਦੇ ਉਹਨਾਂ ਦਾ ਜੀ ਮਿੱਤਰ ਖਾਨ ਮੀਰ ਸਾਹਿਬ ਨੂੰ ਜੀ ਆਇਆਂ ਨੂੰ ਆਖਦੇ ਆ। ਮਾਈਕ ਜ਼ਰਾ ਉਹਨਾਂ ਦਾ ਬੰਦ ਹੈ, ਮਾਈਕ ਜ਼ਰਾ ਖੋਲ ਲਓ। ਉਹ ਅਨਮਿਊਟ ਕਰ ਦੇਣ ਉਹਨੂੰ ਬਸ। ਹਾਂ, ਹੋ ਗਿਆ ਜੀ। ਜੀ ਆਇਆਂ ਨੂੰ ਮਿੱਤਰ ਖਾਨ ਮੀਰ ਸਾਹਿਬ। ਸ਼ੁਕਰੀਆ ਜੀ, ਥੋੜੀ ਜਿਹੀ ਸਟੱਡੀ ਕਰਨੀ ਪੈਂਦੀ ਆਪਾਂ ਨੂੰ ਪੰਜਾਬੀ ਦਾ ਵੀ। ਧੰਨਵਾਦ। ਉਹ ਅਸੀਂ ਕਹਿੰਦੇ ਜੀ ਜਿਵੇਂ ਤੁਸੀਂ ਸਟਰਗਲ ਕਰ ਰਹੇ ਹੋ, ਅੱਲਾ ਕਰੇ ਸਾਰੇ ਪੰਜਾਬੀ ਕਰਨ ਲੱਗ ਪੈਣ ਤੇ ਸਾਡੀ ਪੰਜਾਬੀ ਉੱਥੇ ਅਪੜ ਜਾਏ ਜਿੱਥੇ ਹੋਣਾ ਚਾਹੀਦਾ। ਤੁਹਾਡੀ ਸਟਰਗਲ ਨੂੰ ਸਲਾਮ ਹੈ। ਤੁਹਾਡੇ ਤੋਂ ਪਹਿਲੇ ਦੋਵੇਂ ਹੀ ਸਾਡੇ ਮਾਨਯੋਗ ਪ੍ਰਾਹੁਣੇ ਆ ਚੁੱਕੇ ਨੇ, ਅਫਜ਼ਲ ਸਾਹਿਰ ਅਲੀ ਲਹਿੰਦੇ ਪੰਜਾਬ ਤੋਂ ਨਾਮਵਰ ਸ਼ਾਇਰ ਤੇ ਸੇਵਕ ਪੰਜਾਬੀ ਦੇ, ਉਧਰੋਂ ਸਾਡੇ ਸਾਥੀ ਡਾਕਟਰ ਦਵਿੰਦਰ ਸੈਫੀ ਵੀ ਆ ਗਏ ਨੇ, ਤੇ ਮਿੱਤਰ ਸੈਨ ਮੀਤ ਜੀ ਵੀ ਤਸ਼ਰੀਫ ਲੈ ਆਏ ਨੇ। ਮਿੱਤਰ ਸੈਨ ਮੀਤ ਹੋਰਾਂ ਦਾ ਬੜਾ ਸਾਰਾ ਕੰਮ ਹੈ ਮਾਂ ਬੋਲੀ ਲਈ। ਇਹਨਾਂ ਦੇ ਨਾਵਲ ਜਿਹੜੇ ਨੇ, ਪਹਿਲਾਂ ਤਫਤੀਸ਼, ਫਿਰ ਸੁਧਾਰ ਕਰ, ਫਿਰ ਕਟਹਿਰਾ, ਇਹ ਸਾਡੇ ਜਿਹੜਾ ਕਾਨੂੰਨੀ ਨਿਜ਼ਾਮ ਹੈ, ਜਿਹੜੀਆਂ ਦੇ ਪੇਚੀਦਗੀਆਂ ਨੇ, ਇਹਨੂੰ ਆਮ ਬੰਦੇ ਤੱਕ ਪਹੁੰਚਾਉਣ ਲਈ ਇਹਨਾਂ ਦਾ ਬੜਾ ਕੰਮ ਹੈ। ਇਹਨਾਂ ਦੀ ਲਿਖਤਾਂ ਪੂਰੀ ਦੁਨੀਆ 'ਚ ਇਸ ਹਵਾਲੇ ਨਾਲ, ਬਲਕਿ ਸ਼ਾਇਦ ਇਹ ਵਾਹਦ ਬੰਦੇ ਨੇ ਜਿਨ੍ਹਾਂ ਨੇ ਇਸ ਮੌਜੂ ਨੂੰ ਚੁਣਿਆ ਔਰ ਇਹਨੂੰ ਪੂਰੀ ਆਪਣੀ ਹਯਾਤੀ ਤੇ ਖਿਲਾਰ ਲਿਆ। ਅੱਛਾ, ਇਹਨਾਂ ਦੇ ਨਾਵਲ ਜਿਹੜੇ ਨੇ ਉਹ ਨਿਸਾਬ 'ਚ ਵੀ ਸ਼ਾਮਲ ਨੇ, ਔਰ ਜਿਹੜਾ ਹਿੰਦੁਸਤਾਨ ਦਾ ਸਭ ਤੋਂ ਵੱਡਾ ਅਵਾਰਡ ਹੈ ਸਾਹਿਤ ਅਕੈਡਮੀ ਅਵਾਰਡ, ਉਹ ਵੀ ਇਹਨਾਂ ਨੂੰ ਮਿਲ ਚੁੱਕਿਆ। ਅਸੀਂ ਇਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਤੇ ਬੀਜੀ ਇਹ ਗੱਲ ਸ਼ੁਰੂ ਕੀਤੀ ਸੀ ਅਫਜ਼ਲ ਸਾਹਿਰ ਹੋਰਾਂ ਨੇ ਕਿ ਮਾਂ ਬੋਲੀ ਦਾ ਲੋੜਾ ਥੋੜਾ ਕੀ ਨੇ ਸੀ, ਇਹ ਕਹਿੰਦੇ ਕਿ ਸਾਰੇ ਹਿੱਸਾ ਪਾਈਏ ਇਸ ਗੱਲ 'ਚ।
ਤੇ ਅਫਜ਼ਲ ਸਾਹਿਬ ਵਾਲੀ ਗੱਲ ਸ਼ੁਰੂ ਕਰਦੇ ਨੇ, ਫਿਰ ਤੁਸੀਂ ਦੋਵਾਂ में नालम पूरा करना है जी जी सर। बड़ी मुहब्बत, बहुत शुकराना आजम मलक जी आपदा और कीमती गल्लां चैनल और नाल पंजाबी का, ਇਹਨਾਂ ਦੋਵਾਂ ਦੇ ਸਾਂਝੇ ਆਰ ਦੇ ਨਾਲ ਅਸੀਂ ਅੱਜ ਜੁੜ ਬੈਠੇ ਹਾਂ। ਤੇ ਦਵਿੰਦਰ ਸੈਫੀ ਜੀ ਔਰ ਮਿੱਤਰ ਸੈਨ ਮੀਤ ਜੀ ਨੂੰ ਵੀ ਮੇਰਾ ਸਲਾਮ ਔਰ ਪਿਆਰ, ਬਲਕਿ ਇੱਕ ਸਾਂਝ ਦੀ ਸਲਾਮਤੀ ਜਿਹਦੀ ਬਹੁਤ ਲੋੜ ਹੈ, ਉਸ ਉਹ ਖੈਰ ਮੰਗਦਿਆਂ ਮੈਂ ਤੁਹਾਡੇ ਨਾਲ ਜੁੜਦਾ। ਮੈਂ ਕੋਈ, ਪਹਿਲੀ ਤੇ ਗੱਲ ਹੈ ਕਿ ਮੈਂ ਕੋਈ ਲਿੰਗੁਇਸਟਿਕ ਨਹੀਂ ਹਾਂ, ਕੋਈ ਬੋਲੀ ਦਾ ਚੰਗਾ ਪਾਰਖ ਜਾਂ ਜਾਣੂ ਜਾਂ ਖੋਜੀ ਨਹੀਂ ਹਾਂ। ਭਾਵੇਂ ਪੰਜਾਬੀ ਬੋਲੀ ਦੇ ਨਾਲ ਜੁੜਤ, ਪੰਜਾਬੀ ਲਿਖਤ ਦੇ ਨਾਲ ਮੇਰੀ ਜੁੜਤ ਜਿਹੜੀ ਹੈ ਉਹ ਸਮਝੋ ਕਿ ਮੇਰੀ ਗੁੜਤੀ ਵਿੱਚ ਹੀ ਹੈ, ਮੇਰੀ ਜਮਾਂਦਰੂ ਹੀ ਹੈ। ਮੈਂ ਆਪਣੀ ਮਾਂ ਜੀ ਤੋਂ ਹੀ ਬਾਬਾ ਫਰੀਦ ਔਰ ਨਾਨਕ ਜੀ ਦੇ ਸ਼ਬਦ ਸ਼ਲੋਕ ਸੁਣੇ ਨੇ, ਔਰ ਕਿੱਸਾ ਸੁਣਿਆ ਆਪਣੇ ਬਾਪੂ ਕੋਲੋਂ, ਤੇ ਇੱਕ ਰਸ ਆ ਗਿਆ ਬੋਲੀ ਦਾ ਮੇਰੇ ਅੰਦਰ। ਤੇ ਉਸ ਤੋਂ ਬਾਅਦ ਸਕੂਲੀ ਪੜ੍ਹਾਈ ਤੋਂ ਲੈ ਕੇ ਅੱਗੇ ਤੱਕ ਜਿਸਲੇ ਅਸੀਂ ਵੇਖਦੇ ਹਾਂ ਤੇ ਕਿਧਰੇ ਵੀ ਪੰਜਾਬੀ ਦਿਸਦੀ ਨਹੀਂ ਹੈ ਲਿਖਤ ਪੜ੍ਹਤ ਦੇ ਵਿੱਚ ਸਾਡੇ ਵਾਲੇ ਪਾਸੇ। ਇਹ ਦੁਖਾਂਤ ਸਾਡੇ ਨਾਲ ਬੜਾ ਲੰਮਾ ਚੌੜਾ ਜੁੜਿਆ ਹੋਇਆ। ਮੈਨੂੰ ਪੰਜਾਬੀ ਬੋਲੀ ਲਈ ਕੰਮ ਕਰਦਿਆਂ ਅਸੀਂ ਬਥੇਰਾ ਕੀਤਾ, ਰਸਾਲੇ ਵੀ ਛਾਪੇ, ਬੱਚਿਆਂ ਲਈ ਮੈਗਜ਼ੀਨ ਛਾਪੇ, ਡਾਈਜੈਸਟ ਛਾਪਿਆ, ਡੇਲੀ ਅਖਬਾਰ ਵੀ ਦੇ ਨਾਲ ਵੀ ਜੁੜੇ ਰਹੇ, ਹੋਰ ਸੋਸ਼ੀਓ ਕਲਚਰਲ ਲਿਟਰੇਰੀ ਮੈਗਜ਼ੀਨ ਅਸੀਂ ਕੱਢੇ, ਔਰ ਇਹ ਸਾਰੇ ਦਾ ਸਾਰਾ ਘਾਟੇ ਦਾ ਸੌਦਾ ਸੀ। ਪੰਜਾਬੀ ਲਈ ਕੰਮ ਕਰਨਾ ਇੱਧਰ ਮਤਲਬ ਵਾਕਿਆ ਹੀ ਘਾਟੇ ਦਾ ਸੌਦਾ ਹੈ, ਕਿਉਂਕਿ ਇਹਦੀ ਕੋਈ ਲਾਭ ਨਹੀਂ ਹੈ ਸਾਡੇ ਵਾਲੇ ਪਾਸੇ। ਤੇ ਇਹ ਕੋਈ ਆਸ਼ਕਾਂ ਸਾਧਕਾਂ ਦਾ, ਕਮਲਿਆਂ ਦਾ, ਜਾਂ ਕੁਝ ਬਹੁਤੇ ਸਿਆਣਿਆਂ ਦਾ ਇਹ ਕੰਮ ਬਣ ਕੇ ਰਹਿ ਗਿਆ। ਬਹੁਤੇ ਸਿਆਣੇ ਇਸ ਲਈ ਕਹਿੰਦੇ ਆ ਕਿ ਜਿਹੜੇ ਤੇ ਸਟੇਟ ਦੇ ਨੈਰੇਟਿਵ ਦੇ ਨਾਲ ਉਹਨਾਂ ਦਾ ਜੋ ਏਜੰਡਾ ਸਾਡੇ ਤੇ ਭੁਗਤਾਇਆ ਗਿਆ, ਲਹਿੰਦੇ ਪੰਜਾਬ ਦੀ, ਪੰਜਾਬੀ ਦੀ ਗੱਲ ਕਰੀਏ ਤਾਂ ਉਹ ਇੱਕ ਵੱਡਾ ਦਫ਼ਤਰ ਖੁੱਲ ਜਾਂਦਾ। ਉਹ ਇਸ ਤਰ੍ਹਾਂ ਦਾ ਦਫ਼ਤਰ ਖੁੱਲਦਾ ਹੈ। ਅਸੀਂ ਅਗਰ ਹਿਸਟੋਰਿਕ ਪਰਸਪੈਕਟਿਵ 'ਚ ਵੀ ਜਾਈਏ, ਬੋਲੀ ਦੀ ਰਿਚਨੈਸ ਕੀ ਹੈ, ਬੋਲੀ ਦੀਆਂ ਜੜ੍ਹਾਂ ਕੀ ਨੇ ਇਹਦੀ, ਕਿਉਂਕਿ ਮੈਂ ਥੋੜੀ ਦੇਰ ਪਹਿਲੇ ਨਾ ਮੈਂ ਉਹ ਮੈਸੇਜ ਪੜ੍ਹ ਰਿਹਾ ਸੀ ਜਿਹੜਾ ਮੈਨੂੰ ਅਰਵਿੰਦਰ, ਉਹ ਜਿਹੜਾ HS ਨਾਲ ਲਿਖਦੇ ਨੇ ਨਾ, ਉਹਨਾਂ ਨੇ ਇੱਕ ਮੈਨੂੰ ਮੈਸੇਜ ਘੱਲਿਆ। ਉਹ ਲਿਖ ਰਹੇ ਸੀ ਕਿ ਵੀ ਮੈਸੇਜ ਦੇ ਵਿੱਚ, ਉਹ ਮੇਰੇ ਖਿਆਲ ਸੈਫੀ ਹੋਰਾਂ ਦਾ ਮੈਸੇਜ ਸੀ, ਉਹਦੇ ਚ ਇਹਨਾਂ ਨੇ ਉਹ 1-2 ਲਾਈਨਾਂ ਬੋਲੀਆਂ, 37 ਸੈਕਿੰਡ ਦਾ ਉਹ ਮੈਸੇਜ ਹੈ। ਤੇ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਇਤਿਹਾਸਕ ਦ੍ਰਿਸ਼ਟੀਕੋਣ ਤੇ ਅਫਜ਼ਲ ਸਾਹਿਬ ਗੱਲ ਕਰਨਗੇ, ਇਤਿਹਾਸਕ ਦ੍ਰਿਸ਼ਟੀ ਤੋਂ ਗੱਲ ਕਰਨਗੇ ਅਫਜ਼ਲ ਸਾਹਿਬ ਪੰਜਾਬੀ ਦੇ ਵਿਕਾਸ ਬਾਰੇ, ਕਿ ਕੀ ਥੋੜ ਰਹਿ ਗਈ ਤੇ ਕਿੰਨਾ ਵਿਕਾਸ ਹੋਇਆ, ਇਹਦੇ ਬਾਰੇ ਇਤਿਹਾਸਕ ਦ੍ਰਿਸ਼ਟੀ ਤੋਂ ਗੱਲ ਕਰਨਗੇ। ਅੱਛਾ, ਫਿਰ ਮਿੱਤਰ ਸੈਨ ਮੀਤ ਜੀ, ਉਹ ਉਹਨਾਂ ਬਾਰੇ ਕਿਹਾ ਉਹ ਰਾਜਨੀਤਿਕ ਪੱਖ ਤੋਂ ਗੱਲ ਕਰਨਗੇ ਵੀ ਸਰਕਾਰਾਂ ਨੇ ਕੀ ਕੰਮ ਕੀਤਾ, ਕੀ ਕਰਨਾ ਚਾਹੀਦਾ ਸੀ ਤੇ ਹੁਣ ਤੱਕ ਮਤਲਬ ਜਿਹੜਾ ਨਹੀਂ ਕੀਤਾ, ਤੇ ਅੱਗੋਂ ਇੱਕ ਲਫ਼ਜ਼ ਆਜ਼ਾਦੀ ਤੋਂ ਬਾਅਦ ਵੀ। ਅੱਛਾ, ਤੇ ਉਹ ਕਹਿੰਦੇ ਨੇ ਕਿ ਮੈਂ ਗੱਲ ਕਰਾਂਗਾ ਪੰਜਾਬੀ ਭਾਸ਼ਾ ਵਿੱਚ ਕਿਹੜੀ ਚਿੰਤਾ ਦੀ ਬੁਲੰਦੀ ਹੈ ਜਿਹਨੂੰ ਅਸੀਂ ਪਛਾਣ ਨਹੀਂ ਸਕੇ। ਇਹ ਟੋਟਲ ਅੱਜ ਦੇ ਪ੍ਰੋਗਰਾਮ ਦਾ ਮੁੱਦਾ ਸੀ, ਜਿਹੜਾ ਕਿ ਪਹਿਲੇ ਥੋੜਾ ਜਿਹਾ ਮਿਊਚੁਅਲੀ ਮਿੱਤਰਾਂ ਨੇ ਡਿਸਾਈਡ ਕੀਤਾ ਜਾਂ ਡਿਫਾਈਨ ਕੀਤਾ, ਜਾਂ ਉਸ ਦੇ ਬਾਰੇ ਇੱਕ ਪੱਖ ਸਾਹਮਣੇ ਰੱਖਿਆ। ਹੁਣ ਜਿਸ ਵੇਲੇ ਮੈਂ ਇਹ ਦੇਖੋ, ਕਈ ਤਰ੍ਹਾਂ ਦੇ ਮਾਮਲੇ, ਅੱਜ ਇਹ ਮਾਮਲਾ ਹੈਗਾ ਲੋੜਾਂ ਥੋੜਾਂ ਦਾ ਪੰਜਾਬੀ ਬੋਲੀ ਦਾ। ਪਹਿਲੇ ਤੇ ਪੰਜਾਬੀ ਬੋਲੀ ਦਾ ਪਿਛੋਕੜ, ਉਸ ਦਾ ਪਸਾਰ, ਉਸ ਦਾ ਪੂਰਾ ਖਲਾਰ, ਔਰ ਉਸ ਦੀ ਇੱਕ ਤਵਾਰੀਖੀ ਕਦਰ ਅਹਿਮੀਅਤ ਜਿਹੜੀ ਹੈ ਉਹ ਕੀ ਹੈ, ਉਹ ਵੀ ਅਸੀਂ
47 ਤੋਂ ਬਾਅਦ ਉਸ ਸਾਰੀ ਰੀਤ, ਉਸ ਸਾਰੀ ਵਿਚਾਰਧਾਰਾ ਦੇ ਤੋਂ ਵੀ ਅਸੀਂ ਟੁੱਟ ਗਏ, ਔਰ ਬੜੀ ਬੁਰੀ ਤਰ੍ਹਾਂ ਟੁੱਟੇ। ਔਰ ਇਸ ਤਰ੍ਹਾਂ ਟੁੱਟੇ ਕਿ ਸਾਨੂੰ ਨਾ ਪਛਾਣ ਹੀ ਨਾ ਹੋ ਪਾਈ ਕਿ ਸਾਡੀ ਨਰੋਲ ਬੋਲੀ ਕਿਹੜੀ ਹੈ। ਸਾਡੀ ਸਕਾਲਰਸ਼ਿਪ, ਸਾਡੇ ਇੰਸਟੀਟਿਊਸ਼ਨਸ ਜਿਹੜੇ ਨੇ ਉਹ ਕਿਹੜੀ ਬੋਲੀ ਪੜ੍ਹਾਉਣ ਲੱਗ ਪਏ। ਚਲੋ ਮੈਂ ਪਹਿਲੇ ਤੇ ਉਧਰ ਗੱਲ ਕਰਾਂਗਾ ਚੜ੍ਹਦੇ ਪੰਜਾਬ ਵਾਲੀ ਪਾਸੇ ਦੀ, ਕਿਉਂਕਿ ਉੱਥੇ ਪਹਿਲੇ ਸ਼ੁਰੂ ਹੋ ਗਿਆ ਸੀ ਇਹ ਕੰਮ। ਉੱਥੇ ਤੇ ਅਸੀਂ ਤੇ 70 ਦੇ ਵਿੱਚ ਜਾ ਕੇ ਪੰਜਾਬੀ ਵਿਭਾਗ, ਜਿਹਨੂੰ ਅਸੀਂ ਪੰਜਾਬੀ ਡਿਪਾਰਟਮੈਂਟ ਕਹਿੰਦੇ ਆ, ਜਾਂ ਪੰਜਾਬੀ ਖੇਤਰ ਜਿਹੜਾ ਖੁੱਲਿਆ ਪੰਜਾਬੀ ਬੋਲੀ ਵਾਸਤੇ, ਜਾਂ ਐਮਏ ਪੰਜਾਬੀ ਸ਼ੁਰੂ ਹੋਇਆ। ਇਹਨਾਂ ਨੇ ਮੁੱਢ ਤੋਂ ਪੰਜਾਬੀ ਸ਼ੁਰੂ ਕੀਤਾ। 47 ਤੋਂ ਪਹਿਲੇ ਹੈ ਸੀ, 47 ਤੋਂ ਪਹਿਲੇ ਪੰਜਾਬੀ ਕੋਰਸ ਦੇ ਵਿੱਚ ਵੀ ਸੀ, ਐਜ਼ ਏ ਇਲੈਕਟਿਵ ਸਬਜੈਕਟ ਵੀ ਪੜ੍ਹਾਈ ਜਾ ਸਕਦੀ ਸੀ, ਪੜ੍ਹੀ ਜਾ ਸਕਦੀ ਸੀ। ਔਰ ਹੋਰ ਜਿਹੜੇ ਸਬਜੈਕਟਸ ਹਨ, ਜੋਗਰਾਫੀਆ ਜਿਹਨੂੰ ਅਸੀਂ ਭੂਗੋਲ ਕਹਿੰਦੇ ਆ, ਜਾਂ ਜਿਹਨੂੰ ਅਸੀਂ ਜਿਹੜੇ ਉਹਨਾਂ ਦੇ ਜਵਾਬ ਵੀ ਅਸੀਂ ਪੰਜਾਬੀ 'ਚ ਲਿਖ ਸਕਦੇ ਸੀ। ਇਹਦੀ ਆਪਸ਼ਨ ਵੀ ਹੈ ਸੀ ਪਹਿਲੇ। 47 ਤੋਂ ਪਹਿਲੇ ਜਿਹੜਾ ਐਜੂਕੇਸ਼ਨ ਸਿਸਟਮ ਇੱਥੇ ਹੈ ਸੀ। 47 ਤੋਂ ਬਾਅਦ ਬੋਲੀ ਦੇ ਨਾਲ ਜਿਹੜਾ ਹੱਥ ਹੋ ਗਿਆ, ਖਾਸ ਤੌਰ ਤੇ ਜਿੱਥੇ ਲਿਖਤ ਪੜ੍ਹਤ 'ਚ ਆਈ, ਇੱਥੇ ਕਿਹੜੇ ਲੋਕ, ਕਿਹੜੇ ਵਿਦਵਾਨ ਬੈਠੇ, ਕਿਹੜੇ ਸਕਾਲਰ ਲੋਕ ਬੈਠੇ, ਜਿਨ੍ਹਾਂ ਨੇ ਸੰਸਕ੍ਰਿਤ, ਹਿੰਦੀ ਸੰਸਕ੍ਰਿਤ ਨੂੰ ਪੰਜਾਬੀ ਬੋਲੀ ਦੇ ਵਿੱਚ ਪੂਰੀ ਟਰਮਨੋਲੋਜੀਜ਼, ਪੰਜਾਬੀ ਸਾਰੀ ਲਿਖਤ ਜਿਹੜੀ ਹੈ ਉਸ ਪੰਜਾਬੀ 'ਚ ਕਹਿੰਦੇ ਨੇ ਉਹਦਾ ਬੀ ਮਾਰ ਦਿੱਤਾ, ਉਹਦਾ ਰੂਪ ਵਿਗਾੜ ਦਿੱਤਾ, ਉਸ ਦੀ ਅਸਲੀਅਤ ਗਵਾ ਦਿੱਤੀ। ਉਹ ਹੁਣ ਲੱਭਣੀ ਪੈਂਦੀ ਹੈ ਕਿ ਕਿੱਥੇ ਪੰਜਾਬੀ ਭਾਸ਼ਾ ਵਿਭਾਗ ਨੇ ਜਿਹੜੀਆਂ ਕਿਤਾਬਾਂ ਛਾਪ ਦਿੱਤੀਆਂ, ਜਾਂ ਜਿਹੜੀਆਂ ਤੁਸੀਂ ਡਿਕਸ਼ਨਰੀਆਂ ਚੁੱਕ ਕੇ ਵੇਖ ਲਓ ਪਟਿਆਲਾ ਯੂਨੀਵਰਸਿਟੀ ਦੀਆਂ, ਜਾਂ ਹੋਰ ਜਿਹੜਾ ਐਕੈਡੈਮਿਕਸ ਦਾ ਉੱਤੇ ਜਿਹੜਾ ਵੀ ਕੰਮ ਹੈ, ਜਿੰਨਾ ਥੀਸਿਸ ਲਿਖੇ ਗਏ, ਜਿੰਨਾ ਕੰਮ ਹੋਇਆ ਹੈ, ਉਹਦੇ ਵਿੱਚ ਪੰਜਾਬੀ ਵੀਰ ਜੀ ਲੱਭਣੀ ਪੈਂਦੀ ਹੈ। ਇੱਕ ਇਸ ਪੱਖੋਂ ਮੈਂ ਗੱਲ ਇਸ ਲਈ ਪਹਿਲੇ ਕਰਾਂਗਾ ਕਿ ਵਿਗਾੜ ਉਧਰੋਂ ਸ਼ੁਰੂ ਹੋਇਆ। ਅੰਗਰੇਜ਼ਾਂ ਨੇ ਬੋਲੀ ਖੋਈ ਹੈ, ਉਹਨਾਂ ਨੇ ਬੋਲੀ 'ਚ ਵਿਗਾੜ ਕੋਈ ਨਹੀਂ ਕੀਤਾ। ਮੁਗਲਾਂ ਨੇ ਜਾਂ ਇਰਾਨੀ ਅਰਬ ਜਿਹੜੇ ਆਏ, ਉਹਨਾਂ ਨੇ ਜਿਹੜਾ ਰੂਲ ਕੀਤਾ, ਉਹਨਾਂ ਨੇ ਦੇਸੀ ਜਿਹੜਾ ਇੱਕ ਰੀਤਲ ਐਜੂਕੇਸ਼ਨ ਸਿਸਟਮ ਸੀ ਉਹਨੂੰ ਨਹੀਂ ਸੀ ਛੇੜਿਆ। ਉਹ ਫਾਰਸੀ ਲਾਗੂ ਕੀਤੀ, ਭਾਵੇਂ ਉਹ ਗਜ਼ਨਵੀ ਦੇ ਦੌਰ ਤੋਂ ਸ਼ੁਰੂ ਹੋਈ, ਗੌਰੀਆਂ ਤੋਂ ਸ਼ੁਰੂ ਹੋਈ, ਉਹ ਸਰਕਾਰੀ ਲੇਕਿਨ ਦਰਬਾਰ ਤੱਕ ਸੀ। ਪਰ ਅਕਬਰ ਦੇ ਵੇਲੇ 'ਚ ਆ ਕੇ ਉਹ ਟੋਡਰਮਲ ਜਿਹੜਾ ਉਹਦਾ ਰਾਜਾ ਸੀ, ਉਹਨੇ ਹੁਣ ਥੋੜਾ ਜਿਹਾ ਫੈਲਾਇਆ ਪਰਸ਼ੀਅਨ ਨੂੰ, ਆਮ ਉਹਦਾ ਸਾਰਾ ਸਰਕੂਲਰ ਔਰ ਲਿਖਤ ਪੜ੍ਹਤ ਦਾ ਵੀ ਇੱਕ ਨਿਜ਼ਾਮ, ਹਿਸਾਬ ਕਿਤਾਬ ਦਾ ਨਿਜ਼ਾਮ ਵੀ ਫਾਰਸੀ ਦੇ ਨਾਲ ਜੋੜਿਆ। ਬੋਲੀ ਦਾ, ਸਕ੍ਰਿਪਟ ਦਾ, ਇਮਲਾ ਦਾ, ਇਹ ਮੁੱਦੇ ਮਾਮਲੇ ਵੀ ਸਾਡੇ ਅੱਜ ਦੇ ਪ੍ਰੋਗਰਾਮ ਦਾ ਹਿੱਸਾ ਨੇ, ਜਿਹੜੇ ਹੋਣੇ ਚਾਹੀਦੇ। ਅਜੋਕੀਆਂ ਜਿਹੜੀਆਂ ਇੱਕ ਡਿਜੀਟਲ ਵਰਲਡ ਹੈ, ਜਿਹੜੀ ਇੱਕ ਅਜੋਕੀ ਨਵੀਂ ਦੁਨੀਆ ਹੈ, ਜਿੱਥੇ ਪੰਜਾਬੀ ਬੋਲੀ ਜਿਹੜੀ ਕਿ ਛੋਟੀ ਬੋਲੀ ਨਹੀਂ ਹੈ, ਇਹਦੇ ਬੋਲਣ ਵਾਲੇ ਬਹੁਤ ਨੇ, ਕਰੋੜਾਂ 'ਚ ਨੇ। ਔਰ ਛੋਟੀਆਂ ਕੌਮਾਂ ਜਾਂ ਬੋਲੀਆਂ ਵਾਲੇ ਜਿਹੜੇ ਸਮਾਜ ਨੇ, ਉਹਨਾਂ ਦੀਆਂ ਬੋਲੀਆਂ ਰਾਜ ਪੀਆਂ ਕਰਦੀਆਂ ਨੇ, ਇੰਟਰਨੈਟ ਸਟਰੀਮ ਤੇ ਵੀ ਰਾਜ ਪੀਆਂ ਕਰਦੀਆਂ ਨੇ, ਜਾਂ ਉਹਨਾਂ ਦੇ ਵਿੱਚ ਬੜੀ ਡਿਵੈਲਪਮੈਂਟ ਹੋ ਚੁੱਕੀ ਹੈ ਔਰ ਪੰਜਾਬੀ ਦੇ ਵਿੱਚ ਨਹੀਂ ਹੈਗੀ। ਔਰ ਅਗਰ ਪੰਜਾਬੀ ਦੇ ਵਿੱਚ ਜਿੰਨੀ ਵੀ ਡਿਵੈਲਪਮੈਂਟ ਹੈ ਵੇ, ਉਹਦੇ ਵਿੱਚ ਵੀ ਇੱਕ ਬਹੁਤ ਵੱਡਾ ਪਾੜ ਹੈ, ਇੱਕ ਬਹੁਤ ਵੱਡੀ ਵੰਡੀ ਹੈ, ਉਹ ਹੈ ਸਾਡੇ ਸਕ੍ਰਿਪਟ ਦੀ। ਇਹਦੀ ਵਜ੍ਹਾ ਨਾਲ ਵੀ ਸਾਡੀ ਜਿਹੜੀ ਜੁੜਤ ਹੈ ਉਹਦੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਨੇ। ਪਰ ਨਾਲ ਸਾਡੀ ਜੁੜਤ ਦੇ ਵਿੱਚ ਸਕ੍ਰਿਪਟ ਦੀ ਰੁਕਾਵਟ ਦੇ ਨਾਲ ਸਾਡੀ ਆਪਸੀ ਜਿਹੜੀ ਦੋਵਾਂ ਦੇਸ਼ਾਂ ਦੀ, ਜਿੱਥੇ ਪੰਜਾਬ ਦੋਵਾਂ ਦੇ ਵਿੱਚ ਵੰਡਿਆ ਗਿਆ, ਔਰ ਉਹਦੇ ਨਾਲ ਜਿਹੜਾ ਇੱਕ ਸਾਡੀ ਆਉਣ ਜਾਣ, ਰਾਬਤੇ, ਲਿਖਤ ਪੜ੍ਹਤ ਦੀ ਜਿਹੜੀ ਸਾਂਝ ਦੀ ਜਿਹੜੀ ਥੋੜ ਹੈ, ਇਹ ਵੀ ਇੱਕ ਕਾਰਨ ਬਣੀ। ਪਰ ਜਿਹੜਾ ਕੌਨਸ਼ੀਅਸ ਕੈਡਰ ਸੀ ਇੰਡੀਅਨ ਪੰਜਾਬ ਦਾ, ਜਿਹੜੇ ਲੋਕ, ਉਹਨਾਂ ਨੇ ਪੰਜਾਬੀ ਬੋਲੀ। ਅੱਜ ਉਹ ਹਿੰਦੀ ਸੰਸਕ੍ਰਿਤ ਦੇ ਨਾਲ ਜਿਸ ਤਰ੍ਹਾਂ ਪੂਰੀ ਪਲੈਨਿੰਗ ਦੇ ਨਾਲ, ਜਿਵੇਂ ਪੂਰੇ ਮਨਸੂਬੇ ਦੇ ਨਾਲ ਪੰਜਾਬੀ ਨੂੰ ਵਿਗਾੜਿਆ ਗਿਆ, ਜਿੰਨੀ ਟਰਮ ਹੈ, ਜਿੰਨੀ ਲਿਖਤ ਹੈ, ਉਸ ਨੂੰ ਸੌਖਾ ਕੰਮ। ਮੈਂ ਦੂਸਰੀਆਂ ਬੋਲੀਆਂ ਦੇ ਸ਼ਬਦ ਆਉਂਦੇ ਨੇ, ਹਰ ਬੋਲੀ 'ਚ ਆਉਂਦੇ ਨੇ, ਇਹ ਪੂਰੀ ਇੱਕ ਧਾਰਾ ਵਗਦੀ ਹੈ। ਪੰਜਾਬੀ ਦੇ ਨਾਲ ਵੀ ਇੰਝ ਹੀ ਹੋਇਆ। ਅਸੀਂ ਪਿੱਛੇ ਵੇਖਦੇ ਹਾਂ, ਪ੍ਰਾਕ੍ਰਿਤ ਜਿਹੜੀਆਂ ਬੋਲੀਆਂ ਸੀ, ਪ੍ਰਾਕ੍ਰਿਤ ਬੋਲੀਆਂ ਜਾਂ ਅਪਭ੍ਰੰਸ਼ ਬੋਲੀਆਂ, ਇਹਨਾਂ ਨੂੰ ਆਮ
ਲੁਕਾਈ ਦੀਆਂ ਬੋਲੀਆਂ ਕਿਹਾ ਜਾਂਦਾ ਸੀ। ਔਰ ਸੰਸਕ੍ਰਿਤ ਜਿਹੜੀ ਹੈ ਉਹ ਵੈਸੇ ਤੇ ਸਾਰੇ ਵਿਦਵਾਨ ਜਿਹੜੇ ਨੇ ਲਿੰਗੁਇਸਟਿਕਸ ਜਿਹੜੇ ਨੇ ਉਹ ਉਹਨਾਂ ਨੂੰ ਬੜਾ ਜ਼ੋਰ ਲਾਉਂਦੇ ਨੇ ਕਿ ਸਾਡੇ ਸੋਮੇ ਜਿਹੜੇ ਨੇ ਪੰਜਾਬੀ ਬੋਲੀ ਦੇ ਉਹ ਸੰਸਕ੍ਰਿਤ ਵਿੱਚੋਂ ਨੇ, ਪਰ ਅਸਲ ਦੇ ਵਿੱਚ ਸੰਸਕ੍ਰਿਤ ਤੋਂ ਪਹਿਲੇ ਵੀ ਪ੍ਰਾਕ੍ਰਿਤੀ ਬੋਲੀਆਂ ਨੇ ਜਿਹੜੀਆਂ ਇੱਥੇ ਪਾਣਨੀ ਤੋਂ ਉਸ ਤੋਂ ਪਹਿਲੇ ਵੀ ਜਿਨ੍ਹਾਂ ਨੇ ਲਿਖਿਆ ਹੈ, ਜਿਹੜੇ ਸਾਡੇ ਸਕਾਲਰਸ ਨੇ, ਖਾਸ ਤੌਰ ਤੇ ਆਸਿਫ ਖਾਨ ਸਾਹਿਬ ਨੇ ਉਹਨਾਂ ਸਾਰੇ ਸਕਾਲਰਸ ਦਾ ਜ਼ਿਕਰ ਵੀ ਕੀਤਾ ਹੈ ਕਿ ਅਸੀਂ ਫਿਰ ਪ੍ਰਾਕ੍ਰਿਤੀ ਔਰ ਅਪਭ੍ਰੰਸ਼ ਜਿਹੜੀਆਂ ਬੋਲੀਆਂ ਸੀ ਉਹਦੀ ਉਹ ਸੰਸਕ੍ਰਿਤ ਤੋਂ ਵੀ ਪੁਰਾਣੀਆਂ ਬੋਲੀਆਂ ਨੇ ਔਰ ਇਹ ਆਵਾਮ ਲੁਕਾਈ ਦੀਆਂ ਬੋਲੀਆਂ ਨੇ। ਉਂਝ ਤਾਂ ਹਿੰਦੁਸਤਾਨ ਦੇ ਵਿੱਚ ਸੈਂਕੜਿਆਂ ਬੋਲੀਆਂ ਨੇ, ਹਜ਼ਾਰਾਂ ਬੋਲੜੀਆਂ ਦੀ ਸ਼ਕਲ ਕਰੀਏ ਤੇ ਹਜ਼ਾਰਾਂ ਨੇ, ਪਰ ਪੰਜਾਬੀ ਦਾ ਓਰੀਜਨ ਜਿਹੜਾ ਨਾ ਉਹ ਪ੍ਰਾਕ੍ਰਿਤ ਤੋਂ ਅਪਭ੍ਰੰਸ਼ ਤੋਂ ਚੱਲਦਾ ਆਇਆ। ਔਰ ਉਸ ਤੋਂ ਬਾਅਦ ਇੱਥੇ ਤੱਕ ਅਗਰ ਅਸੀਂ ਬਹੁਤ ਲੰਬੀ ਲੈਂਗੁਏਜ ਦੀ ਬੋਲੀ ਦੀ ਤਵਾਰੀਖ ਦੀ ਗੱਲ ਕਰਦੇ ਕਰਦੇ ਅਗਰ ਅਸੀਂ ਇੱਥੇ ਅਰਬਾਂ ਤੱਕ ਆ ਜੀ, ਜਿਹੜੇ ਅਰਬ ਔਰ ਤੁਰਕ ਔਰ ਜਿਹੜੇ ਅਰਬ ਇੱਥੇ ਆਏ ਨੇ, ਉਸ ਤੋਂ ਬਾਅਦ ਈਰਾਨ ਦੀ ਬੋਲੀ ਦੇ ਵਿੱਚ ਵੀ ਰਲੇ ਹੋਏ, ਜਿਵੇਂ ਫਾਰਸੀ ਹੈ, ਫਾਰਸੀ ਦੇ ਵਿੱਚ ਅਰਬਾਂ ਨੇ ਜਿਸਲੇ ਉਹਨੂੰ ਫਤਹ ਕੀਤਾ ਤਾਂ ਉਹਦੀ ਚੜ੍ਹਾਈ ਹੋ ਗਈ ਔਰ ਉਹਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਲਫ਼ਜ਼ ਜਿਹੜੇ ਨੇ ਫਾਰਸੀ ਦੇ ਉਹ ਅਰਬੀ ਨੇ ਉਹਨਾਂ ਦੇ ਉੱਤੇ ਮੱਲ ਮਾਰ ਲਈ, ਕਬਜ਼ੇ ਕਰ ਲਏ ਜਾਂ ਉਹ ਉੱਥੇ ਦੇ ਜਾਰੀ ਹੋ ਗਏ ਉੱਥੇ ਦੇ ਸਮਾਜ 'ਚ। ਉਸ ਤੋਂ ਬਾਅਦ ਕੌਨਸ਼ੀਅਸਲੀ ਇਰਾਨੀਆਂ ਨੇ ਆਪਣੀ ਬੋਲੀ ਦੇ ਵਿੱਚੋਂ ਅਰਬੀ ਲਫ਼ਜ਼ਾਲੀ ਕੱਢੀ ਔਰ ਉਸ ਨੂੰ ਜਿਹੜੇ ਆਪਣੀ ਬੋਲੀ ਦੇ ਵਿੱਚ ਉਸਦੇ ਤੁਲਨਾ ਦੇ ਉਸਦੇ ਜਿਹੜੇ ਸਹੀ ਲਫ਼ਜ਼ ਸੌਖੇ ਲਫ਼ਜ਼ ਆਮ ਜਿਹੜੇ ਅਵੇਲੇਬਲ ਸਨ ਉਹ ਉਹਨਾਂ ਨੇ ਵਰਤੇ, ਉਹ ਕੱਢ ਕੇ ਉਹਨਾਂ ਨੇ ਆਪਣੇ ਦੇਸੀ ਸ਼ਬਦ ਲਾਏ। ਪਰ ਇੱਧਰ ਆ ਕੇ ਦੇਸੀ ਸ਼ਬਦ ਜਿਹੜਾ ਸਾਡਾ ਦੇਸੀ ਸ਼ਬਦ ਹੈ, ਜਿਹੜਾ ਸਾਡਾ ਪੂਰਾ ਕਲਚਰ, ਸਾਡਾ ਪੂਰਾ ਵਿਰਸਾ, ਸਾਡੀ ਪੂਰੀ ਲਿਖਤ, ਬਾਬਾ ਫਰੀਦ ਜੀ ਹੋਏ, ਬਾਬਾ ਨਾਨਕ ਜੀ ਹੋਏ, ਉਸ ਤੋਂ ਬਾਅਦ ਜਿੰਨਾ ਵਾਰਿਸ ਸ਼ਾਹ ਹੈ, ਸ਼ਾਹ ਹੁਸੈਨ ਹੈ, ਜਾਂ ਸਾਡੇ ਸੂਫੀ ਫਕੀਰ ਨੇ ਜਾਂ ਕਿੱਸਾਕਾਰ ਕਵੀ ਨੇ, ਇਹ ਡਿਫਾਈਨ ਕਰਦੇ ਨੇ ਲਿਖਤ ਪੜ੍ਹਤ ਦੀ ਬੋਲੀ। ਆਮ ਬੰਦੇ ਦੀ ਬੋਲੀ ਤੇ ਉਹਦੇ ਕਿੰਨੇ ਸਾਰੇ ਲਹਿਜੇ ਨੇ, ਕਿੱਧਰ ਜਾਵਾਂਗੇ ਅਸੀਂ, ਕਿਸ ਤਰ੍ਹਾਂ ਅਸੀਂ ਉਸ ਨੂੰ ਇੱਕ ਕਰਾਂਗੇ ਜਾਂ ਇੱਕ ਟਕਸਾਲੀ ਬੋਲੀ ਬਣਾਵਾਂਗੇ ਜਾਂ ਲਿਖਤ ਪੜ੍ਹਤ ਦਾ ਇੱਕ ਸਟੈਂਡਰਡ ਬਣਾਵਾਂਗੇ। ਚੜ੍ਹਦੇ ਪੰਜਾਬ 'ਚ ਮਾਝੇ ਨੂੰ ਸੈਂਟਰ ਬਣਾ ਲਿਆ ਗਿਆ, ਇੱਧਰ ਲਹਿੰਦੇ ਦੀਆਂ ਗੱਲਾਂ ਹੋਣ ਲੱਗ ਪਈਆਂ ਕਿ ਜਿਹੜੀ ਲਹਿੰਦੀ ਝੰਗੋਚੀ ਬੋਲੀ ਹੈ ਇਹ ਸਾਡੀ ਸਟੈਂਡਰਡ ਬੋਲੀ ਹੈ। ਇਹਦੇ ਵਿੱਚ ਗੱਲ ਸ਼ੱਕ ਵੀ ਕੋਈ ਨਹੀਂ ਕਿ ਉਹ ਬੋਲੀ ਜਿਹੜੀ ਲਹਿੰਦੀ ਦੀ ਬੋਲੀ ਹੈ, ਜਿਹੜੀ ਰਾਵੀ ਔਰ ਚਨਾਹ ਦੇ ਦਰਮਿਆਨ 'ਚ ਬੋਲੀ ਜਾਂਦੀ ਹੈ, ਉਹ ਬੋਲੀ ਬੜੀ ਐਸੀ ਬੋਲੀ ਹੈ ਜਿਹਦੇ ਵਿੱਚ ਇੰਨੀ ਰਿਚਨੈਸ ਹੈ। ਉਹਦੇ ਵਿੱਚ ਸਾਰੇ ਡਾਇਲੈਕਟਸ ਜਿੰਨੇ ਪੰਜਾਬੀ ਦੇ ਨੇ, ਜਿਹੜੇ ਮੋਰ ਦੈਨ 60 ਨੇ, ਉਹਨਾਂ ਸਾਰਿਆਂ ਦੇ ਰੰਗ, ਸ਼ਬਦ, ਰਿਦਮ, ਸੁਰ ਉਹ ਸਾਰੇ ਉਹਦੇ ਵਿੱਚ ਸਮਾਏ ਹੋਏ ਨੇ। ਉਹ ਬੋਲੀ ਇੰਨੀ ਰਿਚ ਹੈ, ਜਿਹੜੀ ਅਸੀਂ ਸਮਝਦੇ ਕਿ ਦੁੱਲੇ ਪੱਟੀ ਵਾਲਾ ਇਲਾਕਾ ਹੈ ਨਾ, ਪਿੰਡੀ ਪੱਟੀਆਂ ਔਰ ਹਾਫਜ਼ਾਬਾਦ ਦਾ ਇਲਾਕਾ। ਜੀ ਗੱਲ ਇੱਧਰ ਆ ਗਈ ਕਿ ਹੁਣ ਕਿਉਂਕਿ ਅਸੀਂ ਜੋੜਨਾ ਹੈ, ਲੋੜਾਂ ਥੋੜਾਂ ਦੀ ਗੱਲ ਕਰਨੀ ਹੈ, ਜੁੜਤ ਦੀ ਗੱਲ ਕਰਨੀ ਹੈ, ਪਰ ਜਿਹੜੇ ਵਿਗਾੜ ਨੇ, ਅਸੀਂ ਹੁਣ ਲਿਖਤ ਨਾਲ, ਇਲਮ ਨਾਲ, ਕਿਤਾਬ ਦੇ ਨਾਲ ਅਸੀਂ ਸਾਰੇ ਲੋਕ ਜੁੜੇ ਹੋਏ ਹਾਂ। ਅਸੀਂ ਲਿਖਤ ਦੀ ਔਰ ਕਿਤਾਬ ਦੀ ਜਿਹੜੀ ਬੋਲੀ ਹੈ, ਜਿਹੜੀ ਖਾਸ ਤੌਰ ਤੇ ਜਿਹਦੇ ਵਿੱਚ ਅਸੀਂ ਪ੍ਰੋਜ਼ ਕਰਦੇ ਹਾਂ ਜਾਂ ਨਸਰ ਜਿਹੜੀ ਲਿਖੀ ਜਾਂਦੀ, ਮੈਂ ਉਹਦੀ ਗੱਲ ਕਰ ਰਿਹਾ। ਮੈਂ ਕ੍ਰੀਏਟਿਵ ਵਰਕ ਦੀ ਗੱਲ ਨਹੀਂ ਕਰ ਰਿਹਾ, ਮਤਲਬ ਕਹਾਣੀ ਜਾਂ ਨਾਵਲ ਹੈ ਉਹਦੇ ਵਿੱਚ ਵੀ ਵੈਸੇ ਤਾਂ ਹੁਣ ਸ਼ਬਦਾਵਲੀ ਇਸ ਤਰ੍ਹਾਂ ਦੀ ਆ ਗਈ ਹੈ, ਕਵਿਤਾ ਦੇ ਵਿੱਚ, ਨਜ਼ਮ ਦੇ ਵਿੱਚ ਉਹ ਕੁਝ ਆ ਗਿਆ ਹੈ ਕਿ ਅਸੀਂ ਹੈਰਾਨ ਹੋ ਜਾਂਦੇ ਹਾਂ। ਈਵਨ ਗਜ਼ਲ ਦੇ ਵਿੱਚ ਅਰਬੀ ਫਾਰਸੀ ਅੱਜ ਕੱਲ੍ਹ ਕੌਨਸ਼ੀਅਸਲੀ ਵਾੜੀ ਜਾ ਰਹੀ ਹੈ। ਇੰਡੀਅਨ ਪੰਜਾਬ ਦੇ ਵਿੱਚ ਜਿੰਨੇ ਲੋਕੀ ਗਜ਼ਲ ਲਿਖ ਰਹੇ ਨੇ, ਉਹਦੇ ਵਿੱਚ ਪਤਾ ਨਹੀਂ ਕਿੱਥੋਂ ਕਿੱਥੋਂ ਲਫ਼ਜ਼ ਉਹ ਤਿਲਿਸਮ ਤੋਂ ਲੈ ਕੇ ਅਕਸ ਤੱਕ ਉਹ ਲੈ ਆਉਂਦੇ ਨੇ। ਔਰ ਮੈਂ ਸੋਚ ਰਿਹਾ ਹੁੰਦਾ ਕਿ ਯਾਰ ਇਹ ਇੰਨਾ ਪੇਤਲਾ ਜਿਹਾ ਰੰਗ ਕਵਿਤਾ ਦੇ ਵਿੱਚ ਅਰਬੀ ਫਾਰਸੀ ਦੇ ਉਰਦੂ ਦੀ ਸ਼ਬਦਾਵਲੀ ਲੈਣ ਦੀ, ਔਰ ਜਿਹੜੀ ਸਕਾਲਰਸ ਦੀ ਲਿਖਤ ਪੜ੍ਹਤ ਖੋਜ ਦੀ ਉਹਦੇ ਵਿੱਚ ਹਿੰਦੀ ਸੰਸਕ੍ਰਿਤ ਵਾਲ ਲਈ। ਹੁਣ ਅਸੀਂ ਜੇ ਦੋਵਾਂ ਨੇ ਜੁੜਨਾ ਹੈ ਜੀ, ਅਸੀਂ 12-13 ਕਰੋੜ ਪੰਜਾਬੀ ਆ ਇੱਧਰਲੇ, ਠੀਕ ਹੈ ਨਾ, ਅਸੀਂ ਹੁਣ ਦੋਵਾਂ ਦੀ ਸਾਂਝ ਬਣਾਉਣੀ ਹੈ। ਸਾਨੂੰ ਹੁਣ ਸਕ੍ਰਿਪਟ ਦੇ ਟ੍ਰਾਂਸਕ੍ਰਾਈਬ ਕਰਨ ਵਾਲੇ ਸੌਫਟਵੇਅਰ ਬਣਾਉਣੇ ਪੈਣਗੇ ਜਿਹੜੇ 1 ਕਲਿੱਕ ਤੇ ਗੁਰਮੁਖੀ ਤੋਂ ਸ਼ਾਹਮੁਖੀ ਸਾਨੂੰ ਐਕੂਰੇਟਲੀ ਦੱਸ ਦੇਣ। ਉਹਦੇ ਵਿੱਚ ਸਾਡੇ ਬਹੁਤ ਸਾਰੇ ਜਿਹੜੇ ਨਵੇਂ ਲੋਕ ਨੇ, ਜਿਹੜੇ IT ਦੇ ਲੋਕ ਨੇ, ਉਹ ਅੱਗੇ ਆਉਣਗੇ ਤੇ ਇਸ ਤਰ੍ਹਾਂ ਦੀ ਕੋਈ ਸਬੱਬ ਜਾਂ ਚਾਰਾ ਬਣੇਗਾ। ਕੁਝ ਲੋਕਾਂ ਨੇ ਇਸ ਪੱਖੋਂ ਕੰਮ ਕੀਤਾ ਵੀ ਹੈ, ਪਰ
ਪਰ ਇਹ ਜਿਹੜੀ ਸਾਡੇ ਸਕਾਲਰ ਦੀ ਬੋਲੀ ਹੈ, ਸਾਡੀ ਅੱਜ ਤੋਂ ਅਗਲੀ ਪੀੜ੍ਹੀ ਕੀ ਕਹੇਗੀ ਸਾਨੂੰ? ਬਿਲਕੁਲ ਸਹੀ। ਅਗਲੀ ਪੀੜ੍ਹੀ ਕੀ ਕਹੇਗੀ ਕਿ 20ਵੀਂ ਸਦੀ ਦੇ ਅੱਧ 'ਚ ਆ ਕੇ ਇਸ ਧਰਤੀ ਦੇ ਵਾਸੀਆਂ ਨੇ, ਚੜ੍ਹਦੇ ਪੰਜਾਬ ਵਾਲਿਆਂ ਨੇ ਆਪਣੀ ਬੋਲੀ ਦੇ ਵਿੱਚ ਹਿੰਦੀ ਸੰਸਕ੍ਰਿਤ ਇੰਜ ਵਾੜ ਦਿੱਤੀ ਕਿ ਜਿਵੇਂ ਉਹ ਕਹਿੰਦੇ ਨੇ, ਆਸਫ ਖਾਨ ਸਾਹਿਬ ਨੇ ਇੱਕ ਬੜੀ ਮਜ਼ੇਦਾਰ ਗੱਲ ਲਿਖੀ ਕਿ ਪਤਾ ਨਹੀਂ ਇਹ ਕੋਈ ਰਾਜ ਬੋਲੀ ਬਣ ਜਾਣੀ ਸੀ, ਪਤਾ ਨਹੀਂ ਕਿਹੜੀਆਂ ਗੱਲਾਂ ਇਹਨਾਂ ਦੇ ਕੰਨਾਂ 'ਚ ਪਾ ਦਿੱਤੀਆਂ ਜਾਂ ਕਿਹਨਾਂ ਨੇ ਇਹਦੇ ਸੋਮੇ ਸੰਸਕ੍ਰਿਤ ਹਿੰਦੀ ਦੇ ਨਾਲ ਜੋੜ ਦਿੱਤੇ ਕਿ ਇਹਨਾਂ ਨੂੰ ਪਤਾ ਨਹੀਂ ਕੀ ਭੁਲੇਖੇ ਪੈ ਗਏ। ਇਹਨਾਂ ਨੇ ਇਸ ਤਰ੍ਹਾਂ ਪੂਰੇ ਡਿਪਾਰਟਮੈਂਟ, ਪੂਰੇ ਵਿਭਾਗ, ਪੂਰੇ ਸਕਾਲਰ ਜਿਨ੍ਹਾਂ ਨੇ ਭੋਰਾ ਮਰਤੀ ਬਰਾਬਰ ਵੀ ਮਿਹਨਤ ਨਹੀਂ ਕੀਤੀ, ਥੋੜਾ ਜਿਹਾ ਧਿਆਨ ਨਹੀਂ ਲਾਇਆ ਕਿ ਆਪਣੀ ਬੋਲੀ ਦੇ ਵਿੱਚ ਆਮ ਸਦੀਆਂ ਤੋਂ ਪ੍ਰਚਲਿਤ ਲਫ਼ਜ਼ ਜਿਹੜੇ ਨੇ ਉਹ ਉੱਥੇ ਲਿਖਣ ਦੀ ਬਜਾਏ ਉਦੋਂ ਸਿੱਧੇ ਇੰਜ ਲੱਗਦਾ ਕਿ ਜਿਵੇਂ ਛਾਪੇ ਲਾਏ ਜਾ ਰਹੇ ਸਨ। ਹਿੰਦੀ ਸੰਸਕ੍ਰਿਤ ਇੰਨੀ ਵਾੜ ਦਿੱਤੀ ਕਿ ਅੱਜ ਲੱਭਣੀ ਪੈਂਦੀ ਹੈ। ਉਹ ਕਹਿੰਦੇ ਨੇ ਇੰਜ ਹੀ ਕੀਤਾ ਜਿਵੇਂ ਕੋਈ ਕੁੜੀ ਜਿਹੜੀ ਨਾ ਗੋਰੀ ਹੋਣ ਦੇ ਚੱਕਰ 'ਚ ਨਾ ਆਪਣੇ ਆਪ ਨੂੰ ਫਲਵੈਰੀ ਦਾ ਰੋਗ ਲਵਾ ਲੈ। ਔਰ ਮੇਰਾ ਇਹ ਪਰਸਨਲ ਐਕਸਪੀਰੀਅੰਸ ਹੈ, ਪਰਸਨਲ ਐਕਸਪੀਰੀਅੰਸ ਹੈ ਕਿ ਮੈਂ ਇੰਡੀਅਨ, ਮੇਰਾ ਕਿਉਂਕਿ ਗੁਰਮੁਖੀ ਟ੍ਰਾਂਸਕ੍ਰਿਪਸ਼ਨ ਦਾ ਟ੍ਰਾਂਸਕ੍ਰਾਈਬ ਕਰਨ ਦਾ ਮੇਰਾ ਕੰਮ ਹੈ ਜੀ। ਮੈਂ 1990-91 ਦੇ ਵਿੱਚ ਗੁਰਮੁਖੀ ਜਾਣਦਾ ਸੀ, ਪੜ੍ਹਦਾ ਸੀ, ਔਰ ਅਸੀਂ ਉਧਰ ਦਾ ਜਿੰਨਾ ਲਿਟਰੇਚਰ ਹੈ ਇੱਧਰ ਛਾਪਿਆ, ਮਤਲਬ ਚਲੋ ਬਹੁਤਾ ਨਹੀਂ ਤੇ 50% ਦੇ ਵਿੱਚ ਤੇ ਮੇਰੀ ਕੋਈ ਥੋੜੀ ਬਹੁਤੀ ਸਾਂਝ ਰਹੀ ਹੈ ਨਾ। ਮਤਲਬ ਉਧਰ ਦਾ ਜਿੰਨਾ ਅਸੀਂ ਵੱਡੇ ਲੋਕ, ਮੈਂ ਪੂਰੀ ਲੜੀ ਗਿਣਵਾ ਸਕਦਾ, ਉਹ ਲੋਕ ਕਿਹੜੇ ਨਾਵਲਿਸਟ, ਕਿਹੜੇ ਕਹਾਣੀਕਾਰ, ਕਿਹੜੇ ਕਵੀ, ਕਿਹਨਾਂ ਦੀਆਂ ਪ੍ਰੋਜ਼ ਦੀਆਂ ਕਿਤਾਬਾਂ ਅਸੀਂ ਇੱਧਰ ਕੀਤੀਆਂ, ਰਸਾਲਿਆਂ ਦੇ ਵਿੱਚ ਲੜੀਵਾਰ ਚੀਜ਼ਾਂ ਛਾਪੀਆਂ, ਜਿੱਧਰ ਕੇ ਛਾਪਣਾ ਵੀ ਔਖਾ ਸੀ, ਘਾਟਾ ਹੀ ਸੀ। ਔਰ ਸਾਡੇ ਵੱਲ ਤਾਂ ਪੰਜਾਬੀ ਦੇ ਲੋਕਾਂ ਨੂੰ ਪੂਰੀ ਪੰਜਾਬੀ ਜਿਹੜੀ ਨਾ ਇੱਧਰ ਆਉਣ ਹੀ ਨਹੀਂ ਦਿੱਤੀ। ਅਸੀਂ ਕਿਸ ਤਰ੍ਹਾਂ ਦੀਆਂ ਪਾਬੰਦੀਆਂ 'ਚ ਜੀਵੇ ਆ, ਉਹਦੀ ਇੱਕ ਅਲੱਗ ਕਹਾਣੀ ਆ। ਸਾਡੀ ਬੋਲੀ ਨੂੰ ਅੱਜ ਤੱਕ ਅਸੀਂ ਕਾਇਦਾ ਨਹੀਂ ਵੇਖਿਆ, ਉਹਦੀ ਇੱਕ ਅਲੱਗ ਕਹਾਣੀ ਆ। ਅਸੀਂ ਕਿਸ ਤਰ੍ਹਾਂ ਇੱਧਰ ਦੇ ਲੋਕਾਂ ਨੂੰ ਤੇ ਕਿੱਦਾਂ ਗੈਰ ਪੰਜਾਬੀ ਬਣਾਇਆ ਗਿਆ, ਕੀਤਾ ਗਿਆ। ਅੱਜ ਪੰਜਾਬੀ ਦੀ ਗੱਲ ਕਰਨ ਵਾਲਾ ਕਿਸੇ ਵੇਲੇ 'ਚ ਗੱਦਾਰ ਹੁੰਦਾ ਸੀ। ਹਾਂਜੀ, ਹੁਣ ਤਾਂ ਅਸੀਂ ਕਰਨ ਲੱਗ ਪਏ ਆ ਨਾ। ਪਹਿਲੇ ਤੇ ਉਹਨੂੰ ਮੁਲਕ ਦੁਸ਼ਮਣ ਤੱਕ ਕਹਿ ਦਿੱਤਾ ਗਿਆ ਸੀ। ਇਸ ਤਰ੍ਹਾਂ ਦੇ ਨੈਰੇਟਿਵ ਭੁਗਤੇ ਨੇ ਅਸੀਂ। ਔਰ ਅੱਜ ਵੀ ਸਾਡੀ ਪੰਜਾਬੀ ਦੇ ਵਿੱਚ ਸਾਡੇ ਪੰਜਾਬ ਦੇ ਲੋਕ, ਬੱਚੇ ਆਪਣੀ ਬੋਲੀ 'ਚ ਕਾਇਦਾ ਵੀ ਨਹੀਂ ਵੇਖ ਸਕੇ। ਪਹਿਲੀ ਦਾ ਠੀਕ ਹੈ, ਅਸੀਂ 70 ਸਾਲਾਂ ਤੋਂ ਵਾਂਝੇ ਆ। ਉੱਥੇ 1951 'ਚ MA ਹੋਣ ਲੱਗ ਪਿਆ ਸੀ ਇੰਡੀਅਨ, ਮਤਲਬ ਚੰਡੀਗੜ੍ਹ ਯੂਨੀਵਰਸਿਟੀ 'ਚ 1951 ਦੇ ਵਿੱਚ ਲੋਕੀ MA ਕਰਦੇ ਸਨ ਤੇ ਸਾਡਾ 70 ਦੇ ਵਿੱਚ 1970 'ਚ ਡਿਪਾਰਟਮੈਂਟ ਖੁੱਲਿਆ ਸੀ ਪੰਜਾਬੀ ਦਾ। ਠੀਕ ਹੈ ਨਾ, ਉਹ ਵੀ ਉੱਤੇ ਖੋਲਿਆ ਸੀ। ਠੀਕ ਹੈ, ਔਰ ਉਸ ਤੋਂ ਬਾਅਦ ਸਾਡੇ ਜਿੰਨੇ ਬਥੇਰੇ ਕਮਿਸ਼ਨ ਬਣੇ ਨੇ, ਸਾਡੇ ਇੱਥੇ 3 ਸੂਬੇ ਨੇ, 4 ਯੂਨਿਟ ਨੇ, ਵੈਸੇ ਅੱਜ ਕੱਲ੍ਹ 5ਵਾਂ ਵੀ ਹੈ, ਗਿਲਗਿਤ ਬਲਤਿਸਤਾਨ ਵੀ ਕਹਿੰਦੇ ਨੇ। ਉਹਨਾਂ ਦੇ ਵਿੱਚ ਲੋਕ ਬੱਚੇ ਆਪਣੀ ਬੋਲੀ 'ਚ ਪੜ੍ਹ ਰਹੇ ਨੇ। ਪਰ ਪੰਜਾਬ ਦੇ ਜਿਹੜਾ ਕਿ ਸਭ ਤੋਂ ਵੱਡਾ 60 to 70% ਪਾਪੂਲੇਸ਼ਨ ਹੈ, ਉਹ ਆਪਣੀ ਬੋਲੀ ਦੇ ਵਿੱਚ ਕਾਇਦਾ ਵੀ ਨਹੀਂ ਪੜ੍ਹ ਸਕਦੇ, ਲਿਖਤ ਪੜ੍ਹਤ ਦੇ ਵਿੱਚ ਵੀ ਨਹੀਂ ਹੈ, FIR ਦੇ ਵਿੱਚ ਵੀ ਨਹੀਂ ਹੈ, ਸਰਕਾਰ ਦਰਬਾਰ ਦੇ ਵਿੱਚ ਵੀ ਨਹੀਂ ਹੈ, ਰੋਟੀ ਰੋਜ਼ਗਾਰ ਦੇ ਵਿੱਚ ਵੀ ਨਹੀਂ ਹੈ, ਤੇ ਨਾਲ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਲੋਕ, ਪੰਜਾਬੀਆਂ ਦੇ ਵੋਟਾਂ ਦੇ ਨਾਲ ਚੁਣੇ ਹੋਏ ਜਿਹੜੇ ਲੀਡਰ ਨੇ, ਨੁਮਾਇੰਦੇ ਨੇ, ਮੈਂਬਰ ਨੇ, ਉਹ ਜਾ ਕੇ ਪੰਜਾਬ ਅਸੈਂਬਲੀ 'ਚ ਪੰਜਾਬੀ ਨਹੀਂ ਬੋਲ ਸਕਦੇ। ਬਿਲਕੁਲ ਸਹੀ, ਇਹਨਾਂ ਨੇ ਬੋਲੀ ਹੈ ਹੁਣ ਤੱਕ 3-4 ਨਾਂ ਨੇ ਤੇ ਅਸੀਂ ਉਹਨਾਂ ਨੂੰ ਸਿਰ ਤੇ ਚੁੱਕਿਆ ਹੈ ਕਿ ਬੜੀ ਗੱਲ ਹੈ ਯਾਰ, ਤੁਸੀਂ ਉੱਥੇ ਜਾ ਕੇ ਪੰਜਾਬ ਦੀ ਅਸੈਂਬਲੀ ਦੇ ਵਿੱਚ ਪੰਜਾਬੀ ਬੋਲੀ ਬੱਲੇ ਬੱਲੇ ਕਰਾਤੀ। ਇਹ ਸਾਡੀ ਬੱਲੇ ਬੱਲੇ ਹੈ। ਤੇ ਹੁਣ ਅਸੀਂ ਜੁੜਾਂਗੇ ਕਿਵੇਂ? ਸਾਡਾ ਜਿੰਨਾ ਚਿਰ ਤੱਕ, ਇੱਕ ਤੋਂ ਵੱਡੀ ਗੱਲ ਹੋਰ ਜਿਹੜੀਆਂ ਨਵੀਆਂ ਅਜੋਕੀਆਂ ਮਾਡਰਨ ਲੋੜਾਂ ਨੇ ਉਹ ਆਪਣੀ ਥਾਂ, ਪਰ ਜਿੰਨਾ ਚਿਰ ਤੱਕ ਸਾਡਾ ਅੱਜ ਦਾ ਲੇਖਕ ਜਿਹੜਾ, ਰਾਈਟਰ ਜਿਹੜਾ, ਅਦੀਬ ਜਿਹੜਾ, ਉਹ ਕੌਨਸ਼ੀਅਸਲੀ ਉਹ ਬੋਲੀ ਨਹੀਂ ਲਿਖਦਾ। ਠੀਕ ਹੈ, ਬੋਲੀ ਦੇ ਵਿੱਚ ਹੋਰ ਲਫ਼ਜ਼ ਆਉਂਦੇ ਨੇ, ਸ਼ਾਇਰੀ ਦੇ ਵਿੱਚ ਤੇ ਬੋਲ ਤੋਲ ਦੇ ਵਿੱਚ, ਹਿਸਾਬ ਕਿਤਾਬ ਦੇ ਵਿੱਚ ਹੀ ਉਹ ਕਈ ਲਫ਼ਜ਼ ਆਪਣੇ ਆਪ ਮੁਹਾਰੇ ਆ ਜਾਂਦੇ ਨੇ, ਜਿਹੜੇ ਰਚ ਜਾਂਦੇ ਨੇ, ਬੜੇ ਫੱਬ ਜਾਂਦੇ ਨੇ। ਉਹ ਕਵਿਤਾ ਦੀ ਇੱਕ ਬਿਊਟੀ ਹੁੰਦੀ ਹੈ, ਕਵਿਤਾ ਲੈ ਲੈਂਦੀ ਹੈ। ਪਰ ਪ੍ਰੋਜ਼ ਲਿਖਣ ਲੱਗਿਆ, ਵਾਰ ਲਿਖਣ ਲੱਗਿਆ, ਤੁਹਾਨੂੰ ਬੜੇ ਸੁਚੇਤ ਹੋ ਕੇ ਲਿਖਣਾ ਪੈਂਦਾ। ਤੁਹਾਨੂੰ ਦੱਸਣਾ ਪਏਗਾ ਕਿ ਮੈਂ ਇੱਕ ਲਫ਼ਜ਼ ਕੱਢਣਾ, ਇੱਕ ਲਫ਼ਜ਼ ਪਾਉਣਾ, ਇਹਦਾ ਮਤਲਬ ਹੈ ਇੱਕ ਲਫ਼ਜ਼ ਦਾ ਇੱਕ ਪੂਰਾ ਫਿਨੋਮੇਨਾ ਹੈ।
ਉਹਦੀ ਇੱਕ ਰੂਹ ਹੈ, ਉਹਦਾ ਇੱਕ ਪਸਾਰ ਹੈ, ਉਹਦਾ ਇੱਕ ਲੰਮਾ ਖਿਲਾਰ ਹੈ, ਉਹਦੀ ਸਦੀਆਂ ਦੀ ਇਸ ਧਰਤੀ ਦੇ ਲੋਕਾਂ ਦੇ ਨਾਲ, ਉਹਨਾਂ ਦੇ ਸੋਚਣ ਸਮਝਣ ਦੇ ਪੂਰੇ ਨਿਜ਼ਾਮ ਦੇ ਨਾਲ ਇੱਕ ਸਾਂਝ, ਇੱਕ ਸੁਰ ਹੈ। ਤੁਸੀਂ ਅਚਾਨਕ ਟਾਈਮ ਤੇ ਆ ਕੇ ਵੇਲਾ ਕੱਢ ਕੇ ਟਾਈਮ ਪਾ ਦਿਓਗੇ ਤੇ ਕੀ ਬਣੇਗਾ? ਤੇ ਤੁਸੀਂ ਮਤਲਬ ਐਸੇ ਇੰਜ ਤੇ ਤੁਸੀਂ, ਇਹਦਾ ਮਤਲਬ ਹੈ ਕਿ ਤੁਸੀਂ ਉਸ ਦਾ ਸੁਹੱਪਣ ਹੈ, ਜੋ ਉਸ ਦੀ ਖੂਬਸੂਰਤੀ ਹੈ, ਉਸ ਨੂੰ ਘਟਾ ਰਹੇ। ਸੋ ਪੰਜਾਬੀ ਦੀ ਬਿਊਟੀ ਇੱਧਰ ਦੀ ਅਰਬੀ, ਫਾਰਸੀ, ਉਰਦੂ ਨੇ ਘਟਾਈ ਹੈ, ਪਰ ਸਾਡੀ ਤਾਂ ਸਰਕਾਰ ਨੇ ਮੰਨੀ ਨਹੀਂ, ਸਾਡੀ ਤਾਂ ਪਏ ਨਹੀਂ, ਸਾਡਾ ਤਾਂ ਰਲਾ ਆਇਆ ਨਹੀਂ। ਅੱਜ ਵੀ ਸਾਡੀ ਕਵਿਤਾ ਜਿਹੜੀ ਹੈ ਨਾ, ਜਾਂ ਬਹੁਤ ਪੇਤਲੀ ਜੀ ਹੁੰਦੀ, ਫਿੱਕੀ ਫਿੱਕੀ, ਤੇ ਜਾਂ ਫਿਰ ਬੜੀ ਰਿਚ ਹੁੰਦੀ ਹੈ। ਇਹ ਤੁਸੀਂ ਸੁਣਿਆ ਹੋਣਾ, ਸਾਡਾ ਕਵੀ ਜਿਹੜਾ ਨਾ ਗੜਕਦਾ ਹੈ, ਉਹਦੇ ਲਈ ਉਹਦੀ ਪੂਰੀ ਇੱਕ, ਸਾਡਾ ਜਿਹੜਾ ਇੱਥੇ ਦਾ ਸ਼ਾਇਰ ਹੈ ਜਾਂ ਰਾਈਟਰ ਹੈ, ਉਹਦੀ ਸ਼ਿੱਦਤ ਬੜੀ ਹੈ। ਤੁਸੀਂ ਦੇਖਦੇ ਹੋ ਨਾ, ਉਹ ਲਫ਼ਜ਼ ਬੜਾ ਉਹ ਰਿਚ ਲਫ਼ਜ਼ ਲੈ ਰਿਹਾ ਹੁੰਦਾ, ਔਰ ਇਸ ਤਰ੍ਹਾਂ ਜਿਵੇਂ ਵੱਖੀ ਚ ਮਾਰਨਾ ਅਗਲੇ ਦੇ ਸ਼ੇਰ ਤੇ ਅਗਲੇ ਦਾ ਨਾ ਅਦਮੂਹਾ ਕਰਕੇ ਸੁੱਟ ਦੇਣਾ, ਕਹਿੰਦੀ ਹੈ। ਪਰ ਉਧਰ ਦੇ ਮੈਂ ਕਵੀ ਸੁਣਨਾ ਨਾ ਜਿਸਲੇ, ਤੇ ਇੰਝ ਲੱਗਦਾ ਬੜੇ ਬੀਬੇ ਜੇ ਬੰਦੇ ਨੇ, ਠੀਕ ਹੈ ਨਾ, ਔਰ ਉਹ ਬੜੇ ਸਿਆਣੇ ਨੇ। ਮੈਨੂੰ ਉਹ ਸੋਹਣੇ ਵੀ ਲੱਗਦੇ ਨੇ, ਮੈਂ ਬੜਾ ਪਿਆਰ ਕਰ। ਮੈਂ ਇੱਕ ਬਿਹੇਵੀਅਰ ਦੀ ਗੱਲ ਕਰਨਾ, ਅਸੀਂ ਹੈਗੇ ਨੱਪੇ ਹੋਏ, ਦੱਬੇ ਹੋਏ, ਘੁੱਟੇ ਹੋਏ, ਅਸੀਂ ਹੁੰਬਲੀਆਂ ਮਾਰਦੇ ਫਿਰਦੇ ਹਾਂ। ਅਸੀਂ ਬੋਲੀ ਦੇ ਵਾਸਤੇ ਲਿਖ ਵੀ ਰਹੇ ਹਾਂ, ਪਰ ਪੂਰਾ ਵਾਹ ਜ਼ੋਰ ਵੀ ਲਾਉਂਦੇ ਪਏ ਹਾਂ ਕਿ ਯਾਰ ਕਿਸੇ ਤਰ੍ਹਾਂ ਸਾਡੀ ਬੋਲੀ, ਸਾਡੀ ਗੱਲ ਅੱਗੇ ਪਹੁੰਚੇ, ਸਾਡੀ ਬੋਲੀ ਸਰਕਾਰ ਮੰਨੇ, ਸਾਡੀ ਬੋਲੀ। ਅਸੀਂ ਜਿਹੜੇ ਅਸੀਂ ਗੱਲਾਂ ਪੈ ਕਰ ਰਹੇ ਹਾਂ, ਬੜੀ ਗੱਲ ਹੈ। ਤੁਹਾਨੂੰ ਇਹ ਵੀ ਦੱਸ ਦਈਏ ਕਿ ਅਸੀਂ ਕਰ ਕੀ ਦਿੱਤਾ, ਇਹ ਵੀ ਇੱਕ ਲੰਬੀ ਗੱਲ ਹੈ, ਕਿਉਂਕਿ ਜਿਸਲੇ ਪੂਰੀ ਪੰਜਾਬੀ ਦੀ ਗੱਲ ਕਰਾਂਗੇ, 5 4 3 ਜਾਂ 4 2.5 3 ਅਰਬ ਨਾ, 2.5 3 ਕਰੋੜ ਨਾ, ਅਸੀਂ 10 12 ਕਰੋੜ ਆ। ਇਸ ਪੰਜਾਬ ਨੂੰ, ਇੱਥੇ ਦੀ ਲਿਖਤ ਨੂੰ, ਇੱਥੇ ਦੇ ਵਿਰਸੇ ਨੂੰ ਅਸੀਂ ਜੋੜਿਆਂ ਬਗੈਰ, ਔਰ ਆਪਸੀ ਇੱਕ ਕੰਸੈਂਸਸ ਜਿਹੜਾ ਇੱਕ ਸਾਂਝ ਵਿਚਾਰ ਤੋਂ ਬਗੈਰ, ਅਸੀਂ ਇੱਕ ਸਾਂਝੇ ਤੌਰ ਤੇ ਪੰਜਾਬੀ ਬੋਲੀ, ਪੰਜਾਬੀ ਸੱਭਿਆਚਾਰ, ਤਵਾਰੀਖ, ਵਿਰਸਾ, ਆਪਣੀ ਪੂਰੀ ਹੀਰੋਇਕ ਟ੍ਰੈਡੀਸ਼ਨ ਤੋਂ ਲੈ ਕੇ, ਤੇ ਅਸੀਂ ਆਪਣੀ ਬੋਲੀ ਦੀ ਤਵਾਰੀਖੀ ਅਮੀਰੀ, ਔਰ ਐਡਾ ਵੱਡਾ ਕਲਾਸਿਕ, ਐਡੇ ਵੱਡੇ ਫਕੀਰ ਸ਼ਾਇਰ ਵਿੱਚ ਇੱਕ ਧਰਮ ਵੀ ਆ ਜਾਂਦਾ, ਉਹਦੇ ਵਿੱਚ ਮਤਲਬ ਅੱਲਾ ਲੋਕ ਨੇ, ਸਾਡੇ ਰੱਬ ਲੋਕ ਆਏ, ਐਡੇ ਐਡੇ ਗੁਰਪੁਰਖ ਆਏ। ਇਹਨਾਂ ਸਾਰਿਆਂ ਨੇ ਜਿਹੜਾ ਫਲਸਫਾ ਦਿੱਤਾ, ਇਹਨਾਂ ਦੀ ਜਿਹੜੀ ਵਿਚਾਰਧਾਰਾ ਨੇ ਜਿਹੜੀ ਇਹਨਾਂ ਨੇ ਦਿੱਤੀ ਹੈ ਫਕੀਰਾਂ ਦੀ, ਸੌਰੀ, ਇਹ ਵੀ ਅਸੀਂ ਖਲਕਤ ਤੱਕ ਪਹੁੰਚਾਣੀ ਹੈ ਨਾ। ਐਕਸਟ੍ਰੀਮਿਜ਼ਮ ਕਦੇ ਵੀ ਨਹੀਂ ਫੈਲ ਸਕਦਾ ਜੇ ਸਾਡੇ ਬਾਬੇ ਜਿਨ੍ਹਾਂ ਦੀ ਵਨਨੈਸ ਦੀ ਗੱਲ ਹੈ, ਸੁਲ੍ਹਾ ਕੁਲ ਦੀ ਗੱਲ ਹੈ, ਸਾਂਝ ਦੀ ਗੱਲ ਹੈ, ਮੁਹੱਬਤ ਦੀ ਗੱਲ ਹੈ, ਭਾਈਚਾਰੇ ਦੀ ਗੱਲ ਹੈ, ਬੰਦਿਆਈ ਦੀ ਗੱਲ ਹੈ, ਲੋਕਾਈ ਦੀ, ਸੱਚਾਈ ਦੀ, ਅਗਾਈ ਦੀ, ਖੁਦਾਈ ਦੀ ਗੱਲ ਕਰਦੇ ਨੇ ਬਾਬੇ ਸਾਡੇ। ਅਸੀਂ ਉਹਨਾਂ ਦੀ ਗੱਲ ਤੋਂ ਵੀ ਦੂਰ ਚਲੇ ਗਏ, ਕਿਉਂਕਿ ਅਸੀਂ ਉਹਨਾਂ ਦੀ ਬੋਲੀ ਨੂੰ ਨਰੋਲ ਰਹਿਣ ਨਹੀਂ ਦਿੱਤਾ, ਪਿਓਰ ਰਹਿਣ ਨਹੀਂ ਦਿੱਤਾ, ਉਹਨਾਂ ਨੂੰ ਪੜ੍ਹਨ ਜੋਗੇ ਨਹੀਂ ਰਹੇ। ਜਿਹੜੀ ਪੰਜਾਬੀ ਪੜ੍ਹ ਰਿਹਾ ਸਾਡਾ ਬੱਚਾ, ਉਹ ਉਹਨਾਂ ਲੋਕਾਂ ਨੂੰ, ਇਹਨਾਂ ਬਾਬਿਆਂ ਨੂੰ ਸਮਝਣ 'ਚ ਕੋਈ ਮਦਦ ਹੀ ਨਹੀਂ ਦੇ ਰਹੀ। ਕੀ ਕਰਾਂਗੇ ਤੁਸੀਂ ਦੱਸੋ? ਉਹ ਭਾਈਆ ਕਿਧਰੇ ਚਲਾ ਗਿਆ ਆਜ਼ਮ, ਉਹ ਕਿਉਂਕਿ ਸਾਨੂੰ ਲਿੰਕ ਕਰੇਗਾ, ਤੇ ਮੈਂ ਥੋੜੀ ਜਿਹੀ ਗੱਲ ਹੋਰ ਵੀ ਕਰ ਦਿੰਦਾ ਕਿ ਇਹ ਜਿਹੜੀਆਂ ਸਾਂਝਾਂ ਨੇ ਨਾ, ਇਹ ਅਸੀਂ ਬੜੇ ਹੋ ਗਏ ਆ, ਇੱਕ ਤਰ੍ਹਾਂ ਡੌਰ ਭੋਰੇ ਜਿਹੇ ਹੋ ਗਏ ਆ, ਗੁਆਚੇ ਫਿਰਨੇ ਆ, ਤਰਲੇ ਪੈ ਕਰਨੇ ਆ ਸਰਕਾਰਾਂ ਦੇ। 21 ਫਰਵਰੀ ਨੂੰ ਸੜਕਾਂ ਤੇ ਆ ਜਾਈਦਾ, ਕੋਈ 4 ਜੀ ਜਿੰਨੇ ਵੀ ਆਉਂਦੇ ਨੇ, ਉਹ ਆਸ਼ਿਕ ਸਾਦਕ ਪਾਗਲ ਕਮਲੇ, ਉਹ ਜਾ ਕੇ ਖੜ ਜਾਂਦੇ ਆ, ਰੈਜ਼ੋਲੂਸ਼ਨਾਂ ਲੈਂਦੇ ਆ, ਕਰਾਰਦਾਦਾਂ ਪੇਸ਼ ਕਰਦੇ ਆ, ਇਕੱਠ ਕਰਦੇ ਆ, ਪੋਲੀਟੀਸ਼ੀਅਨਸ ਨੂੰ ਮਿਲਦੇ ਆ, ਸਰਕਾਰੀ ਅਹਿਲਕਾਰਾਂ ਨੂੰ ਜਾ ਕੇ ਮਿਲਦੇ ਆ, ਔਰ ਇਹ ਮਿਲਦੇ ਆ ਰਹੇ ਆ। 90 92 91 ਚ ਪਹਿਲੀ ਵਾਰੀ ਮੈਂ, ਅੱਜ ਤੋਂ 29 ਸਾਲ ਪਹਿਲੇ, ਖੁਦ ਅਸੀਂ ਪੂਰਾ ਡੈਲੀਗੇਸ਼ਨ ਲੈ ਕੇ ਗਵਰਨਰ ਕੋਲ ਗਏ ਕਿ ਸੈਕਟਰੀ ਐਜੂਕੇਸ਼ਨ ਨੂੰ ਕਵੇ, ਫਿਰ ਮਿਨਿਸਟਰ ਨੂੰ ਨਾਲ ਭਾਵੇ, ਤੇ ਕੋਈ ਐਡੀ ਕੋਈ ਗੱਲ ਨਹੀਂ ਹੈ ਕਿ ਤੁਸੀਂ ਪਹਿਲੀ ਦੇ ਵਿੱਚ ਇੱਕ ਲਾ ਦਿਓ, ਸਾਨੂੰ ਬੇਸਿਕ ਐਜੂਕੇਸ਼ਨ 'ਚ ਲਾ ਦਿਓ। ਬੱਚਾ ਜਾਂਦਿਆਂ ਆਪਣੀ ਬੋਲੀ ਪੜ੍ਹ ਲਏ, ਉਹਨੂੰ ਆਪਣੀ ਆ ਜਾਵੇ, ਤੇ ਦੂਜੀ ਬੋਲੀ ਤਾਂ ਆਏਗੀ ਜੇ ਆਪਣੀ ਨਹੀਂ ਆਈ, ਜਿਹਦੇ ਵਿੱਚ ਉਹ ਖਾਬ ਵੇਖਦਾ, ਜਿਹਦੇ 'ਚ ਪਿਆਰ ਕਰਦਾ, ਜਿਹੜੀ ਬੋਲੀ ਦੇ ਨਾਲ ਉਹਦਾ ਜ਼ੇਨ ਬਣਿਆ, ਸੋਚ ਬਣੀ, ਜਿਹਦੇ 'ਚ ਉਹ ਵੱਡਾ ਹੋਇਆ,
ਔਰ 6000 ਲਫ਼ਜ਼ ਲੈ ਕੇ ਉਹ ਸਕੂਲੇ ਗਿਆ। 6000 ਲਫ਼ਜ਼ ਐਡੀ ਮੋਟੀ ਡਿਕਸ਼ਨਰੀ 'ਚ ਆਉਂਦੇ ਨੇ, ਐਡੀ ਮੋਟੀ ਡਿਕਸ਼ਨਰੀ 6000 ਲਫ਼ਜ਼ ਬੱਚੇ ਦੇ ਕੋਲ ਹੈ ਨੇ ਅੱਖਰ। ਉਹ ਸਾਡਾ ਬੱਚਾ ਜਿਸਲੇ 6000 ਅੱਖਰ ਲੈ ਕੇ ਸਕੂਲੇ ਜਾਂਦਾ ਨਾ, ਲਿੰਗੁਇਸਟਿਕਸ ਕਹਿੰਦੇ ਨੇ ਕਿ ਬੱਚਾ ਜਿਸਲੇ 5 ਤੋਂ 6 ਸਾਲ ਦਾ ਹੁੰਦਾ ਉਹਦੇ ਕੋਲ 5 ਤੋਂ 6000 ਅੱਖਰ ਹੁੰਦੇ ਨੇ, ਲਫ਼ਜ਼ ਹੁੰਦੇ ਨੇ ਜਿਹੜੇ ਉਹਨੂੰ ਆਉਂਦੇ ਨੇ, ਔਰ ਗ੍ਰਾਮੈਟਿਕਲੀ ਉਹ ਠੀਕ ਬੋਲ ਰਿਹਾ ਹੁੰਦਾ, ਬੋਲੀ ਉਹਨੂੰ ਪੂਰੀ ਆ ਗਈ ਹੁੰਦੀ ਹੈ। ਬਾਕੀ ਤਾਂ ਬਾਅਦ ਵਿੱਚ ਤੇ ਇਨਫੋਰਮੇਸ਼ਨ ਹੀ ਹੈ। ਬੋਲੀ ਉਹਨੇ ਮਾਂ ਬਾਪ ਤੋਂ, ਆਲ ਦੁਆਲ ਤੋਂ, ਰਿਸ਼ਤੇਦਾਰਾਂ ਤੋਂ, ਸੱਜਣਾ ਤੋਂ, ਸਕੂਲ ਤੋਂ, ਆਲ ਦੁਆਲ ਤੋਂ ਬੋਲੀ ਲੈ ਲਈ ਹੈ। ਉਹ ਬੋਲੀ ਜਿਹੜੀ ਉਹਨੂੰ ਲਿਖਣੀ ਔਰ ਪੜ੍ਹਨੀ ਦੱਸ ਦਿੱਤੀ ਜਾਵੇ ਤੇ ਉਹ ਦੁਨੀਆ ਦੀ ਹਰ ਬੋਲੀ ਸਿੱਖ ਸਕਦਾ ਹੈ। ਉਹ 5-6 ਜ਼ੁਬਾਨਾਂ ਵੀ ਸਿੱਖ ਸਕਦਾ ਹੈ। ਸਾਡਾ ਇਹ ਦੁਖਾਂਤ ਹੈ ਇਸ ਮਿੱਟੀ ਦਾ ਕਿ ਸਾਡਾ ਕੋਈ ਗ੍ਰੈਜੂਏਟ, ਕੋਈ MA ਕੀਤਾ ਹੋਇਆ ਬੰਦਾ, ਉਹਨੂੰ ਇੱਕ ਬੋਲੀ ਵੀ ਨਹੀਂ ਆਉਂਦੀ, ਨਾ ਉਰਦੂ ਆਉਂਦੀ, ਨਾ ਅੰਗਰੇਜ਼ੀ ਆਉਂਦੀ, ਨਾ ਪੰਜਾਬੀ ਆਉਂਦੀ। ਕਿੱਡੀ ਮਜ਼ੇਦਾਰ ਗੱਲ ਹੈ। ਔਰ ਫਿਰ ਉਹਦੇ ਚ ਕਵਿਤਾ ਔਰ ਲਿਟਰੇਚਰ, ਉਹਦਾ ਤਾਂ ਤੁਸੀਂ ਖਾਬ ਵੀ ਨਾ ਵੇਖੋ, ਉਹਦੇ ਬਾਰੇ ਤਾਂ ਤੁਸੀਂ ਸੋਚੋ ਹੀ ਨਾ, ਕਿਤੇ ਵਿਰਲੇ 1% ਵੀ ਨਹੀਂ ਹੋਣਗੇ। ਤੇ ਇਹ ਸਾਡੀ ਹਾਲਤ ਹੈ। ਅੱਗੋਂ ਅਸੀਂ ਵਿਚਾਰ ਕਰ ਲੈਂਦੇ ਹਾਂ ਕਿ ਕਿਵੇਂ ਕਰੀਏ। ਮੈਂ ਇੰਨਾ ਲੰਮਾ ਬੋਲ ਕੇ ਫਿਰ ਵੰਡ ਕੇ ਬੋਲਦੇ ਆ ਨਾ ਹੁਣ। ਬਹੁਤ ਖੂਬ ਜੀ, ਕਮਾਲ। ਸਪੀਕਰ ਖੋਲ ਲੈ, ਮਿਊਟ ਹੈ ਉਹ ਭਾਈਆ, ਅਨਮਿਊਟ ਕਰ ਜੀ। ਖੁੱਲ ਕੇ ਸਰ, ਬੜੀ ਮਿਹਰਬਾਨੀ ਸਰ, ਤੁਸੀਂ ਗਾਈਡ ਕੀਤਾ ਹੈ। ਅਸੀਂ ਸਾਡੇ ਨਾਲ ਟੈਕਨੋਲੋਜੀ ਨਾਲ ਬਹੁਤ ਜੁੜਿਆ ਹੈ ਜੀ ਅਫਜ਼ਲ, ਔਰ ਇਹਨੂੰ ਸਾਰੀ ਨਜ਼ਰ ਵੀ ਹੈ। ਪੰਜਾਬੀ ਦੀ ਗੱਲ ਬੜੀ ਸੋਹਣੀ ਇਹਨਾਂ ਨੇ ਤਾਰੀਖੀ ਤੌਰ ਤੇ ਬਿਆਨ ਕੀਤੀ, ਜਿਹੜੀ ਇਹਨਾਂ ਨੇ ਜਿੱਥੇ ਤੱਕ ਨਾ ਗੱਲ ਲਿਆਂਦੀ ਨਾ, ਮੈਨੂੰ ਲੱਗਦਾ ਹੈ ਕਿ ਹੁਣ ਮਿੱਤਰ ਸੈਨ ਮੀਤਰਾਂ ਨਾਲ ਜੁੜਦੀ ਏ ਕਿ ਸਾਡੀਆਂ ਸਰਕਾਰਾਂ ਨੂੰ ਕੀ ਕਰਨਾ ਚਾਹੀਦਾ ਸੀ, ਜਿਹੜਾ ਅਲਮੀਆ ਅਫਜ਼ਲ ਸਾਹਿਬ ਨੇ ਦੱਸਿਆ। ਔਰ ਬਹੁਤ ਸਾਰੇ ਥੱਲੇ ਸਾਡੇ ਦਰਸ਼ਕ ਜਿਹੜੇ ਲਿਖ ਵੀ ਰਹੇ ਨੇ, ਪੰਜਾਬੀਅਤ ਵੀ ਸੇਵਕ ਦੇ ਸੈਕਟਰੀ ਸਾਡੇ ਲਾਹੌਰੋਂ ਜੁਨੈਦ ਖਾਨ ਲਿਖ ਰਹੇ ਨੇ ਕਿ ਅਫਜ਼ਲ ਸਾਹਿਬ ਨਾਲ ਬਿਲਕੁਲ ਹੱਕ ਦੀ ਗੱਲ ਕੀਤੀ ਹੈ। ਇਸੇ ਤਰ੍ਹਾਂ ਦੋਵਾਂ ਪੰਜਾਬਾਂ ਤੋਂ ਲੋਕ ਇਸ ਗੱਲ ਨੂੰ ਵਡਿਆ ਰਹੇ, ਨਾਲ ਉਹਨਾਂ ਦੇ ਕਮੈਂਟ ਅਸੀਂ ਬਾਅਦ ਚ ਉਹਨਾਂ ਦੇ ਜਵਾਬ ਦੇਵਾਂਗੇ। ਲੇਕਿਨ ਇੱਥੇ ਉਹਨਾਂ ਮਿੱਤਰ ਸੈਨ ਮੀਤਰਾਂ ਨੂੰ ਅਸੀਂ ਇਹ ਚਾਹੁੰਦੇ ਹਾਂ ਸ਼ਾਮਲ ਕਰਨਾ ਕਿ ਜਿਹੜਾ ਇਹ ਸਰਕਾਰਾਂ ਨੂੰ ਆਜ਼ਾਦੀ ਮਗਰੋਂ ਕਰਨਾ ਚਾਹੀਦਾ ਸੀ, ਦੋਵਾਂ ਨੂੰ ਮਾਂ ਬੋਲੀ ਨੂੰ ਹੱਕ ਲਈ, ਉਹਨੂੰ ਦਰਬਾਰ ਸਰਕਾਰ ਦੀ ਜ਼ੁਬਾਨ ਬਣਾਉਣ ਲਈ, ਉਹਨੂੰ ਰੋਜ਼ਗਾਰ ਨੂੰ ਜੋੜਨ ਲਈ, ਉਹ ਕੀ ਉਹਨੂੰ ਕਰਨਾ ਚਾਹੀਦਾ ਸੀ ਔਰ ਕੀ ਨਹੀਂ ਕਰ ਸਕੀ ਔਰ ਕੀ ਉਹਨੇ ਕੀਤਾ ਹੈ। ਤੁਹਾਡੀ ਚੁੱਕੇ ਤੇ ਨਜ਼ਰ ਹੈ ਪੂਰੀ, ਇੱਥੇ ਦਾ ਚਾਨਣ ਪਾਓ। ਪਹਿਲਾਂ ਤਾਂ ਬਹੁਤ ਧੰਨਵਾਦ ਤੁਹਾਡਾ ਸ਼ੋਅ ਵੱਲੋਂ, ਜਿਨ੍ਹਾਂ ਨੇ ਇੱਕ ਇੰਟਰਨੈਸ਼ਨਲ ਪੱਧਰ ਤੇ ਪੰਜਾਬੀ ਬਾਰੇ ਗੱਲ ਕਰਨ ਦਾ ਮੌਕਾ ਦਿੱਤਾ ਹੈ। ਅੱਜ ਗੱਲ ਜਿਹੜੀ ਹੈ, ਆਪਣਾ ਮੇਨ ਜੋ ਵਿਸ਼ਾ ਤੁਸੀਂ ਰੱਖਿਆ ਉਹ ਹੈਗੀਆਂ ਲੋੜਾਂ ਪੰਜਾਬੀ ਦੀਆਂ ਤੇ ਥੋੜਾਂ, ਔਰ ਦੋਨੋਂ ਹੀ ਬੜੀ ਮਹੱਤਵਪੂਰਨ ਗੱਲਾਂ ਜਿਹਦੇ ਬਾਰੇ ਕਰਨੀਆਂ ਬਣਦੀਆਂ। ਪੰਜਾਬੀ ਨੂੰ ਬਹੁਤ ਸਾਰੀਆਂ ਥੋੜਾਂ ਔਰ ਸਾਨੂੰ ਬਹੁਤ ਸਾਰੀਆਂ ਲੋੜਾਂ ਜਿਹੜੀਆਂ ਪੂਰੀਆਂ ਕਰਨੀਆਂ ਬਣਦੀਆਂ ਨੇ, ਖਾਸ ਕਰ ਦੋਨੋਂ ਪੰਜਾਬਾਂ ਨੂੰ। ਔਰ ਹੁਣ ਤਾਂ ਖੁਸ਼ੀ ਦੀ ਗੱਲ ਹੈ ਵੀ ਕੈਨੇਡਾ, ਅਮਰੀਕਾ ਔਰ ਇੰਗਲੈਂਡ ਵਗੈਰਾ ਦੇ ਵਿੱਚ ਵੀ ਜਿਹੜੇ ਪੰਜਾਬੀ ਆ ਉਹ ਜਾਗ ਗਏ, ਔਰ ਉਹਨਾਂ ਨੇ ਉੱਥੇ ਪੰਜਾਬੀ ਦਾ ਜਿੰਨਾ ਹੱਕ ਬਣਦਾ ਉਸ ਤੋਂ ਵੱਧ ਲੈ ਲਿਆ। ਪਰ ਅਸੀਂ ਦੋਨੋਂ ਇੱਧਰ ਪੰਜਾਬਾਂ ਦੇ ਵਿੱਚ ਦੋਨਾਂ 'ਚ ਪਛੜ ਗਏ ਆ। ਅਸੀਂ ਨਹੀਂ ਪਛੜੇ, ਨਾ ਇੱਧਰ ਕੋਈ ਕਵਿਤਾ ਦਾ, ਸਾਡੀ ਦਾ, ਕਵੀਆਂ ਦਾ ਕੋਈ ਕਸੂਰ ਹੈ, ਨਾ ਸਾਡੇ ਕੋਈ ਨਾਵਲਕਾਰ, ਕਹਾਣੀਕਾਰਾਂ ਦਾ। ਦੋਨਾਂ ਪਾਸਿਆਂ ਦੀ ਗੱਲ ਕਰਦਾ ਕਸੂਰ ਹੈ। ਕਸੂਰ ਹੈਗਾ ਸਾਡੀਆਂ ਸਰਕਾਰਾਂ ਦੇ ਵਿੱਚ ਰਹਿ ਗਿਆ। ਔਰ ਸਰਕਾਰਾਂ ਤੋਂ ਵੀ ਵੱਧ ਮੈਂ ਜੋ ਆਪਣਾ 50 ਸਾਲ ਹੋ ਗਏ ਮੈਨੂੰ ਸਾਹਿਤ ਨਾਲ ਜੁੜਿਆਂ ਨੂੰ, ਜੋ ਮੈਂ ਦੇਖ ਰਿਹਾ ਵੀ ਸਾਡੇ ਜਿਹੜੇ ਬੁੱਧੀਜੀਵੀ ਹੈ, ਸਾਡੀਆਂ ਜਿਹੜੀਆਂ ਯੂਨੀਵਰਸਿਟੀਆਂ ਨੇ ਇੱਧਰਲਿਆਂ ਦੀ ਗੱਲ ਕਰਦਾ, ਔਰ ਸਾਡੀਆਂ ਜਿਹੜੀਆਂ ਸਾਹਿਤਕ ਜਥੇਬੰਦੀਆਂ ਨੇ, ਇਹ ਪੰਜਾਬੀ ਦੇ ਵਿਕਾਸ ਦੇ ਵਿੱਚ ਆਪਣਾ ਯੋਗਦਾਨ ਆ ਜਿਹੜਾ ਉਹ ਨਹੀਂ ਪਾ ਰਹੀਆਂ। ਸਾਡੀ ਇੱਧਰਲੇ ਪੰਜਾਬ ਦੀ ਇਹ ਖੁਸ਼ਕਿਸਮਤੀ ਹੈ ਵੀ ਹਿੰਦੁਸਤਾਨ ਦਾ ਜੋ ਸੰਵਿਧਾਨ ਹੈ ਉਹ ਸਾਨੂੰ ਹੱਕ ਦਿੰਦਾ ਹੈ ਵੀ ਜਿਹੜੇ ਰਾਜ ਨੇ, ਜਿੰਨੇ ਪ੍ਰਾਂਤ ਨੇ, ਉਹਨਾਂ ਦੀਆਂ ਜਿਹੜੀਆਂ ਆਪਣੀਆਂ ਆਪਣੀਆਂ ਰਾਜ ਭਾਸ਼ਾਵਾਂ ਨੇ, ਉਹ ਉਹਨਾਂ ਦੇ ਵਿੱਚ ਜਿਹੜਾ ਆਪਣਾ ਐਗਜ਼ੈਕਟਿਵ ਦਾ ਕੰਮ ਹੈ, ਜਿਹੜੇ ਪ੍ਰਸ਼ਾਸਨਿਕ ਦਫ਼ਤਰ ਹੈ, ਉਹ ਆਪਣੀ ਮਾਤ ਭਾਸ਼ਾ 'ਚ ਕਰ ਸਕਦੇ ਆ। ਜਿਹੜਾ ਇਨਸਾਫ ਹੈ ਉਹ ਹਾਈ ਕੋਰਟ ਤੱਕ ਜਿਹੜਾ ਹੈ, ਉੱਚ ਅਦਾਲਤਾਂ ਦੇ ਵਿੱਚ ਆਪਣੀ ਮਾਤ ਭਾਸ਼ਾ ਦੇ ਵਿੱਚ ਇਨਸਾਫ ਦੇ ਸਕਦੇ ਹੈ। ਔਰ ਜਿਹੜੇ ਕਾਨੂੰਨ ਹੈ ਉਹ ਵੀ ਆਪਣੀ ਮਾਤ ਭਾਸ਼ਾ ਦੇ ਵਿੱਚ ਬਣਾ ਸਕਦੇ ਹੈ। ਮਤਲਬ ਕਹਿਣ ਦਾ ਇਹ ਵੀ ਸਾਡਾ ਸੰਵਿਧਾਨ ਸਾਡੀਆਂ ਰਾਜ ਸਰਕਾਰਾਂ ਨੂੰ ਹੱਕ ਦਿੰਦਾ ਹੈ ਵੀ ਉਹ ਹਰ ਤਰ੍ਹਾਂ ਦਾ ਜੋ ਰਾਜ ਪ੍ਰਬੰਧ ਹੈ, ਜਿਹਦੇ ਵਿੱਚ ਪ੍ਰਸ਼ਾਸਨਿਕ ਦਫ਼ਤਰ, ਐਗਜ਼ੈਕਟਿਵ ਜਿਹਨੂੰ ਕਹਿੰਦੇ ਆ, ਜਿਹਦੇ ਵਿੱਚ ਜੁਡੀਸ਼ਰੀ, ਨਿਆਂਪਾਲਿਕਾ ਔਰ ਵਿਧਾਨ ਸਭਾ, ਇਹ ਤਿੰਨੇ ਵਿੰਗ ਹੁੰਦੇ ਨੇ ਸਰਕਾਰ ਦੇ। ਤਿੰਨਾਂ ਵਿੰਗਾਂ ਦੇ ਵਿੱਚ ਆਪਣੀ ਆਪਣੀ ਮਾਤ ਭਾਸ਼ਾ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦਾ ਅਧਿਕਾਰ ਹੈ, ਸੰਵਿਧਾਨ ਦਿੰਦਾ। ਫਿਰ ਕੁਝ ਕੇਂਦਰ ਸਰਕਾਰ ਦੇ ਕਾਨੂੰਨ ਬਣੇ ਨੇ, ਉਹਨਾਂ ਬਾਰੇ ਨਹੀਂ ਡਿਟੇਲ 'ਚ ਗੱਲ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਇਹ ਵਿਸ਼ਾ ਹੋਰ ਤਰ੍ਹਾਂ ਦਾ। ਤੇ ਫਿਰ ਸਾਡੇ
ਪੰਜਾਬ ਦੀ ਗੱਲ ਕਰੀਏ ਇੱਧਰਲੇ ਦੀ, ਕਿ ਫਿਰ ਖੁਸ਼ਕਿਸਮਤੀ ਸੀ ਵੀ 50 ਸਾਲ ਪਹਿਲਾਂ ਸਰਦਾਰ ਲਛਮਣ ਸਿੰਘ ਗਿੱਲ ਜਿਹੜੇ ਕੁਝ ਕੁ ਮਹੀਨਿਆਂ ਲਈ ਮੁੱਖ ਮੰਤਰੀ ਬਣੇ ਸੀ, ਉਹਨਾਂ ਵੱਲੋਂ ਇੱਕ ਕਾਨੂੰਨ 1967 ਚ ਪੰਜਾਬ ਰਾਜ ਭਾਸ਼ਾ ਐਕਟ ਲਿਆਂਦਾ ਗਿਆ, ਜਿਹਦੇ ਰਾਹੀਂ ਕੁਝ ਜਿਹੜੀ ਪੰਜਾਬੀ ਸੀ ਉਹ ਲਾਗੂ ਹੋਈ। ਫਿਰ 2008 ਦੇ ਵਿੱਚ ਇਹਦੇ ਵਿੱਚ ਵੱਡੀਆਂ ਸੋਧਾਂ ਹੋਈਆਂ, ਜਿਹਦੇ ਨਾਲ ਪੰਜਾਬੀ ਨੂੰ ਲਗਭਗ ਸਾਰੇ ਜਿਹੜੇ ਇਹ ਵਿਧਾਨ ਸਭਾ ਚ ਔਰ ਪ੍ਰਸ਼ਾਸਨਿਕ ਦੇ ਵਿੱਚ ਔਰ ਅਦਾਲਤਾਂ ਦੇ ਵਿੱਚ ਲਾਗੂ ਕਰ ਦਿੱਤਾ ਗਿਆ ਸੀਗਾ। ਇਸ ਲਈ ਸਰਕਾਰਾਂ ਕਰਦੀਆਂ ਸਮੇਂ-ਸਮੇਂ, ਕਮਜ਼ੋਰੀ ਕਿੱਥੇ ਰਹਿ ਜਾਂਦੀ ਹੈ, ਸਾਡੇ ਜਿਹੜੇ ਲੋਕ ਨੇ, ਜਿਹੜੀਆਂ ਯੂਨੀਵਰਸਿਟੀਆਂ ਨੇ, ਫਰਜ਼ ਉਹਨਾਂ ਦੇ ਨੇ, ਜਿਵੇਂ ਅਫਜ਼ਲ ਸਾਹਿਬ ਨੇ ਗੱਲ ਕਰੀ ਹੈ ਕਿ ਸਾਡੀ ਭਾਸ਼ਾ ਕਮਜ਼ੋਰ ਹੈ, ਸਾਡੇ ਕੋਲੇ ਕਮਜ਼ੋਰ ਲੱਗਦਾ ਹੈ ਵੀ ਜਿਹੜੇ ਕਵੀ ਨੇ ਉਹ ਸ਼ਾਇਦ ਕਮਜ਼ੋਰ ਜੀ ਕਵਿਤਾ ਲਿਖਦੇ ਨੇ। ਇਹਦਾ ਸਾਰਾ ਜਿਹੜੀ ਕਸੂਰ ਹੈ ਇਹ ਯੂਨੀਵਰਸਿਟੀਆਂ ਦੇ ਵਿੱਚ ਬੈਠੇ ਜਿਹੜੇ ਸਾਡੇ ਵਿਦਵਾਨ ਹੈ ਉਹਨਾਂ ਦੇ ਉਹ ਸਿਰ ਮੈਂ ਲਾਉਣਾ। ਇਹ ਕੀ ਲੋਕ ਕਹਿੰਦੇ, ਕੀ ਇਹਨਾਂ ਦੀ, ਸਾਡੇ ਪੰਜਾਬ ਦੀ ਗੱਲ ਕਰੀਏ, 2 ਯੂਨੀਵਰਸਿਟੀਆਂ ਬਣੀਆਂ। ਪਹਿਲਾਂ ਪੰਜਾਬੀ ਯੂਨੀਵਰਸਿਟੀ ਬਣੀ 1964 ਚ, ਔਰ ਇਹਦਾ ਜਿਹੜਾ ਐਕਟ ਹੈ ਜਿਹਦੇ ਕਾਨੂੰਨ ਰਾਹੀਂ ਬਣੀ ਹੈ, ਉਹਦੇ ਵਿੱਚ ਇਹਨੂੰ ਟਰਾਂਸਫਾਰਮੇਸ਼ਨ, ਪਰਿਵਰਤਨ ਦੀ ਭਾਸ਼ਾ ਦੇ ਤੌਰ ਤੇ ਸਥਾਪਿਤ ਕੀਤਾ ਗਿਆ ਸੀ। ਇਹਦਾ ਕੰਮ ਇੱਕੋ ਇੱਕ ਪੰਜਾਬੀ ਦੇ ਵਿੱਚ ਇਸ ਤਰ੍ਹਾਂ ਦੀ ਸ਼ਬਦਾਵਲੀ ਤਿਆਰ ਕਰਨਾ ਸੀ ਜਿਹਦੇ ਨਾਲ ਸਕੂਲਾਂ ਕਾਲਜਾਂ ਦੇ ਵਿੱਚ ਹਰ ਤਰ੍ਹਾਂ ਦੇ ਵਿਸ਼ਿਆਂ ਦੀ ਜਿਹੜੀ ਪੜ੍ਹਾਈ ਹੈ ਉਹ ਹੋ ਸਕੇ। ਇਸ ਤਰ੍ਹਾਂ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ 50 ਸਾਲ ਪਹਿਲਾਂ ਬਾਬਾ ਨਾਨਕ ਜੀ ਦੇ 500ਵੇਂ ਵਰ੍ਹੇ ਦੇ ਵਿੱਚ ਸਥਾਪਿਤ ਹੋਈ। ਉਹਦਾ ਜਿਹੜਾ ਕਾਨੂੰਨ ਬਣਿਆ ਸਥਾਪਨਾ ਦਾ, ਉਹਦੇ ਵਿੱਚ ਬਕਾਇਦਾ ਲਿਖਿਆ ਗਿਆ ਵੀ ਇਸ ਯੂਨੀਵਰਸਿਟੀ ਦਾ ਜਿਹੜਾ ਉਦੇਸ਼ ਹੈ ਉਹ ਪੰਜਾਬੀ ਸਾਹਿਤ, ਸੱਭਿਆਚਾਰ ਤੇ ਭਾਸ਼ਾ ਦਾ ਵਿਕਾਸ ਕਰਨਾ ਹੈ, ਨਾਲ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਨੂੰ ਪ੍ਰਚਾਰਨਾ ਹੈ। ਇਹ ਉਦੇਸ਼ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਹੈ। ਹੁਣ ਜਿਹੜੀਆਂ ਦੋਨੋਂ ਯੂਨੀਵਰਸਿਟੀਆਂ ਨੇ ਬੜੀਆਂ ਸੋਚ ਸਮਝ ਕੇ ਬਣੀਆਂ, ਇਹਨਾਂ ਦੇ ਉਦੇਸ਼ ਬੜੇ ਸੋਚ ਸਮਝ ਕੇ ਨਿਸ਼ਚਿਤ ਹੋਏ। ਦੋਨਾਂ ਨੇ ਮਿਲਾ ਕੇ ਇੱਕ ਯੂਨੀਵਰਸਿਟੀ ਨੇ ਇਕੱਲੀ ਪੰਜਾਬੀ ਦੀ ਪਰਿਵਰਤਨ ਦੀ ਭਾਸ਼ਾ ਤਿਆਰ ਕਰਨੀ ਸੀ, ਉਹਦਾ ਸਾਹਿਤ, ਸੱਭਿਆਚਾਰ, ਭਾਸ਼ਾ ਨਾਲ ਤਾਲੁਕ ਨਹੀਂ ਰੱਖਿਆ ਗਿਆ ਤਾਂ ਜੋ ਉਹ ਆਪਣਾ ਪੂਰਾ ਧਿਆਨ ਹੈ ਜਿਹੜਾ ਉਹ ਇਕੱਲੀ ਇਹ ਆਪਣੀ ਜਿਹੜੀ ਕੰਮ ਹੈ ਉਹਦੇ ਤੇ ਲਾਵੇ। ਦੂਜੇ ਪਾਸੇ ਜਿਹੜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਸੀ, ਉਹਦਾ ਇਹ ਕੰਮ ਨਿਸ਼ਚਿਤ ਕੀਤਾ ਗਿਆ ਵੀ ਉਹ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦਾ ਵਿਕਾਸ ਕਰੇ। ਉਹ ਦੂਜੇ ਜਿਹੜਾ ਪੰਜਾਬੀ ਯੂਨੀਵਰਸਿਟੀ ਨੂੰ ਕੰਮ ਦੇਤਾ ਉਹਦੇ ਤੋਂ ਬਚੇ। ਪਰ ਅੱਜ 50 ਸਾਲ ਬਾਅਦ ਜਾਂ 53 ਸਾਲ ਬਾਅਦ ਜਿਹੜੀਆਂ ਦੋਨੋਂ ਯੂਨੀਵਰਸਿਟੀਆਂ ਨੇ, ਇਹਨਾਂ ਦੇ ਵਾਈਸ ਚਾਂਸਲਰਾਂ ਨੂੰ ਆਪਣੇ ਕਾਨੂੰਨਾਂ ਤੱਕ ਦਾ ਨਹੀਂ ਪਤਾ। ਇਹ ਜਿਹੜੀ ਯੂਨੀਵਰਸਿਟੀਆਂ ਨੇ ਪੰਜਾਬੀ ਨੂੰ ਛੱਡ ਕੇ ਜਿਹੜੀਆਂ ਦੂਜੇ ਵਿਸ਼ੇ ਨੇ, ਇੰਜੀਨੀਅਰਿੰਗ ਦੇ, ਸਾਇੰਸ ਦੇ, ਵਿਗਿਆਨ ਦੇ, ਉਧਰ ਨੂੰ ਚੱਲ ਪਈਆਂ ਨੇ। ਇਹਨਾਂ ਨੇ ਵੱਡੀ ਢਾਹ ਜਿਹੜੀ ਹੈਗੀ ਹੈ ਇਹ ਯੂਨੀਵਰਸਿਟੀਆਂ ਨੇ, ਜਿਨ੍ਹਾਂ ਨਾਲ ਕੰਮ ਸੀਗਾ, ਜਿਨ੍ਹਾਂ ਦੇ ਪ੍ਰੋਫੈਸਰ 2-2 ਲੱਖ ਰੁਪਈਆ ਤਨਖਾਹ ਲੈਂਦੇ ਨੇ, ਜਿਨ੍ਹਾਂ ਦੀ ਡਿਊਟੀ ਸੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦਾ ਵਿਕਾਸ ਕਰਨਾ, ਇਹਨਾਂ ਲੋਕਾਂ ਨੇ ਪੰਜਾਬੀ ਨੂੰ ਢਾਹ ਲਾਈ ਹੈ। ਇੱਕ ਇਹ ਗੱਲ ਮੈਂ ਆਪਣੀ ਰਿਸਰਚ ਦੇ ਬੇਸ ਤੇ ਇਹ ਕਹਿਣਾ, ਜਿਹੜੀ ਮੈਂ ਇਹ ਗੱਲ ਕਰ ਰਿਹਾ ਵੀ ਇਹਨਾਂ ਦਾ ਕਸੂਰ ਹੈ। ਦੂਜਾ, ਜਿਹੜੀਆਂ ਸਾਹਿਤਕ ਜਥੇਬੰਦੀਆਂ ਸਾਡੀਆਂ, ਉਹਨਾਂ ਦਾ ਕਸੂਰ ਹੈ। ਉਹ ਹੁਣ ਹੀ ਆਪਾਂ ਗੱਲ ਜਿੰਨੀ ਕੁ ਕਰੀ ਹੈ ਉਹ ਆਪਾਂ ਕਰ ਰਹੇ ਹਾਂ ਵੀ ਲਿਟਰੇਚਰ ਹੈ ਜਿਹੜਾ ਉਹਦਾ ਕਿੰਨਾ ਕੁ ਵਿਕਾਸ ਹੋਇਆ, ਕਿੱਥੇ ਖੜਾ ਹੈ, ਕੀ ਉਹਦੇ 'ਚ ਨੁਕਸ ਰਹਿ ਗਏ। ਇਹ ਵੀ ਇੱਕ ਹਿੱਸਾ ਹੈ ਭਾਸ਼ਾ ਦਾ, ਪੰਜਾਬੀ ਭਾਸ਼ਾ ਦਾ। ਸਾਹਿਤ ਇੱਕ ਹਿੱਸਾ ਹੈ, ਸੱਭਿਆਚਾਰ ਦੂਜਾ ਹਿੱਸਾ ਹੈ। ਭਾਸ਼ਾ ਦਾ ਇੱਕ ਸੈਲਫ ਵਿਕਾਸ ਹੋਣਾ ਉਹ ਇੱਕ ਵੱਡੀ ਗੱਲ ਹੈ। ਉਹ ਜਿਹੜੇ ਸਾਡੀਆਂ ਸਹਿਤ ਸਭਾਵਾਂ ਨੇ ਉਹ ਸਿਰਫ ਸਾਹਿਤ ਵੱਲ ਹੀ ਧਿਆਨ ਦੇ ਰਹੀਆਂ ਨੇ, ਉਹ ਭਾਸ਼ਾ ਦਾ, ਸੱਭਿਆਚਾਰ ਦਾ ਉਹਨਾਂ ਨੇ ਕਦੇ ਨਾਂ ਤੱਕ ਨਹੀਂ ਲਿਆ। ਅੰਤਰਰਾਸ਼ਟਰੀ ਕਾਨਫਰੰਸਾਂ ਹੁੰਦੀਆਂ, ਪਾਕਿਸਤਾਨ ਦੇ ਵਿੱਚ ਬਹੁਤ ਸਾਰੀਆਂ ਕਾਨਫਰੰਸਾਂ ਹੁੰਦੀਆਂ, ਉਹੀ 20-25 ਸਕਾਲਰ ਹੈ ਜਿਹੜੇ ਉਹੀ ਘੁੰਮ ਰਹੇ ਨੇ ਸਾਰੀ ਦੁਨੀਆ ਦੇ ਵਿੱਚ। ਉਹ ਪ੍ਰੋਫੈਸਰ ਲੋਕ ਨੇ ਔਰ ਉਹਨਾਂ ਦਾ ਕੰਮ ਕੋਈ ਨਹੀਂ, ਕੰਮ ਜ਼ੀਰੋ ਹੈ। ਕੰਮ ਇੰਨਾ ਹੀ ਹੈ ਵੀ ਭਾਸ਼ਾ ਦਾ ਪੌੜੀ ਬਣਾ ਕੇ ਸੈਰ ਕਰੋ, 5 ਸਟਾਰ ਹੋਟਲਾਂ ਦੇ ਵਿੱਚ ਰਹੋ ਔਰ ਉੱਥੇ ਆਨੰਦ ਮੰਗਲ ਮਾਰੋ। ਤੂੰ ਮੇਰੀ ਪਿੱਠ ਖੁਰਕ ਦੇ, ਮੈਂ ਤੇਰੀ ਪੁੱਠ ਖੁਰਕਦਾ, ਇਹ ਉਹਨਾਂ ਦਾ ਕੰਮ ਹੈ। ਮੈਂ ਤੈਨੂੰ ਬੁਲਾ ਲਾਂ, ਤੁਸੀਂ ਮੈਨੂੰ ਬੁਲਾ ਲਓ। ਕਦੇ ਖੋਜ ਕਰਕੇ ਦੇਖਿਓ, 20-25 ਬੰਦੇ ਨੇ, ਲੋੜ ਨਾ ਮੈਂ ਨਾਂ ਵੀ ਲੈ ਸਕਦਾ, ਪਰ ਆਪਾਂ ਇੱਥੇ ਗੱਲ ਇਸ ਨੂੰ ਨਿੱਜੀ ਨਹੀਂ ਬਣਾਉਣਾ। ਉਹੀ ਬੰਦੇ ਨੇ ਜਿਹੜੇ ਸਾਰੀ ਦੁਨੀਆ 'ਚ ਘੁੰਮਦੇ ਨੇ ਪੰਜਾਬੀ ਦੇ ਨਾਂ ਤੇ, ਉਹਦਾ ਨੁਕਸਾਨ ਇਹੀ ਕਰ ਰਹੇ ਨੇ। ਪਤਾ ਕੁਛ ਨਹੀਂ, ਕਰਨਾ ਕੁਛ ਨਹੀਂ, ਗੇੜੇ ਦੇਣੇ ਆ, ਆਨੰਦ ਮੰਗਲ ਕਰਨ ਵਾਲਿਆਂ ਨੇ ਨੁਕਸਾਨ ਪਹੁੰਚਾਇਆ। ਔਰ ਹੁਣੇ ਕਸੂਰ ਸਰਕਾਰਾਂ ਦਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ।
ਪਰ ਸਰਕਾਰਾਂ ਦਾ ਜੋ ਮੈਂ ਦੇਖਿਆ ਜੀ, ਉਹਨਾਂ ਨੂੰ ਕੋਈ ਦੱਸੇ ਜਾ ਕੇ ਵੀ ਆਹ ਪੰਜਾਬੀ ਦਾ ਵਿਕਾਸ ਹੋ ਸਕਦਾ ਹੈ, ਆਹ ਸਾਨੂੰ ਕਰਨਾ ਚਾਹੀਦਾ, ਤਾਂ ਉਹ ਸਰਕਾਰਾਂ ਕਰਦੀਆਂ ਨੇ। ਅਸੀਂ ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰੇ ਦੀ ਸਥਾਪਨਾ ਕਰਕੇ ਜਿਹੜਾ 1.5 ਸਾਲ ਹੋਇਆ, ਅਸੀਂ ਬਹੁਤ ਸਾਰਾ ਚਿੱਠੀ ਪੱਤਰ ਹੈ ਉਹ ਪੰਜਾਬ ਸਰਕਾਰ ਨਾਲ ਕੀਤਾ ਵੀ ਤੁਸੀਂ ਅਦਾਲਤਾਂ 'ਚ ਵੀ ਪੰਜਾਬੀ ਲਾਗੂ ਕਰੋ, ਸਕੂਲਾਂ ਦੇ ਵਿੱਚ ਇਕੱਲੀ ਅੰਗਰੇਜ਼ੀ ਦਾ ਮਾਧਿਅਮ ਬਣ ਗਿਆ, ਉੱਥੇ ਵੀ ਪੰਜਾਬੀ ਲਿਆਓ, ਔਰ ਨਾਲ ਹੀ ਪ੍ਰਸ਼ਾਸਨਿਕ ਦਫ਼ਤਰ ਨੇ ਜਿਹੜੇ, ਉੱਥੇ ਵੀ ਪੰਜਾਬੀ ਨੂੰ ਲਿਆਓ। ਔਰ ਅਸੀਂ 1.5 ਸਾਲ 'ਚ ਬਹੁਤ ਸਾਰਾ ਪੰਜਾਬ ਸਰਕਾਰ ਦਾ ਕੰਮਕਾਰ ਆ ਪੰਜਾਬੀ 'ਚ ਹੋਣ ਲਾ ਲਿਆ। ਅਦਾਲਤਾਂ ਦੇ ਵਿੱਚ ਗੱਲ ਚੱਲ ਰਹੀ ਹੈ, ਔਰ ਸਕੂਲਾਂ ਦੇ ਵਿੱਚ ਜਿਹੜੇ ਪ੍ਰਾਈਵੇਟ ਸਕੂਲ ਹੈ, ਪੰਜਾਬ ਸਰਕਾਰ ਦਾ, ਸਾਡੀ ਫਿਰ ਕਹਿਣਾ ਮੈਂ ਖੁਸ਼ਕਿਸਮਤੀ ਹੈ ਕਿ 2008 ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਕਾਨੂੰਨ ਬਣਾਇਆ ਸੀ ਵੀ ਪੰਜਾਬ ਦੇ ਹਰ ਸਕੂਲ 'ਚ, ਚਾਹੇ ਉਹ ਪ੍ਰਾਈਵੇਟ ਹੈ, ਚਾਹੇ CBSE ਦਾ ਹੈ, ਚਾਹੇ ICSE ਦੇ ਜਿਹੜੇ ਨਾ ਅਸੀਂ ਕਹਿੰਦੇ ਅਮੀਰ ਜਿਹੜੇ ਸਕੂਲ ਨੇ, ਜਿਹੜੇ ਉੱਚ ਕੋਟੀ ਦੇ ਸਕੂਲ ਕਹੇ ਜਾਂਦੇ ਆ, ਉਹਨਾਂ 'ਚ ਵੀ ਪੰਜਾਬੀ ਹੈ ਜਿਹੜੀ ਉਹ 1ਲੀ ਤੋਂ 10ਵੀਂ ਤੱਕ ਪੜ੍ਹਾਉਣੀ ਲਾਜ਼ਮੀ ਹੈ। ਔਰ ਇਹ ਕਾਨੂੰਨ ਬਣਿਆ, ਨਾ ਸਾਡੀਆਂ ਯੂਨੀਵਰਸਿਟੀਆਂ ਨੇ ਕਦੇ ਗਵਰਨਮੈਂਟ ਨੂੰ ਯਾਦ ਕਰਾਇਆ, ਨਾ ਸਾਡੀਆਂ ਅਕੈਡਮੀਆਂ ਨੇ ਕਰਾਇਆ, ਨਾ ਜਿਹੜੇ ਆ ਵਿਦੇਸ਼ਾਂ 'ਚ ਕਾਨਫਰੰਸਾਂ ਕਰਦੇ ਆ ਇਹਨਾਂ ਨੇ ਕਦੇ ਸਰਕਾਰ ਨੂੰ ਦੱਸਿਆ ਵੀ ਇਹ ਕਾਨੂੰਨ ਹੈ। ਪਰ ਸਕੂਲ ਆ ਜਿਹੜੇ ਪ੍ਰਾਈਵੇਟ, ਖਾਸ ਕਰ CBSE ਵਾਲੇ ਪਬਲਿਕ ਸਕੂਲ ਹੈ, ਉਹ ਇਹਨੂੰ ਲਾਗੂ ਨਹੀਂ ਕਰਦੇ। ਅਸੀਂ ਇਹ ਕੱਢਿਆ, ਇਹਦੇ ਤੇ ਅਸੀਂ ਪੂਰੀ ਰਿਸਰਚ ਕੀਤੀ, ਆਰਟੀਕਲ ਲਿਖੇ, ਪੰਜਾਬ ਸਰਕਾਰ ਨਾਲ ਗੱਲਬਾਤ ਕੀਤੀ, ਔਰ ਖੁਸ਼ੀ ਦੀ ਗੱਲ ਹੈ ਵੀ ਪੰਜਾਬ ਸਰਕਾਰ ਨੇ ਸਖਤੀ ਨਾਲ ਆਰਡਰ ਕੱਢੇ ਹੈ। ਪਿਛਲੇ 2 ਸਾਲਾਂ 'ਚ ICSE ਬੋਰਡ ਨੂੰ ਕਿਹਾ, CBSE ਬੋਰਡ ਨੂੰ ਕਿਹਾ, ਔਰ ਸਕੂਲਾਂ ਨੂੰ ਕਿਹਾ ਵੀ ਤੁਸੀਂ ਜਿਹੜੇ ਹੈਗੇ ਆ ਇਹ ਕਾਨੂੰਨ ਨੂੰ ਲਾਗੂ ਕਰੋ। 1ਲੀ ਤੋਂ 10ਵੀਂ ਤੱਕ ਪ੍ਰਾਈਵੇਟ ਜਿਹੜੇ ਸਕੂਲ ਹੈ ਉਹਨਾਂ ਦੇ ਵਿੱਚ ਪੰਜਾਬੀ ਨੂੰ ਪੜ੍ਹਾਓ। ਹੁਣ ਸਾਡੀ ਅਗਲੀ ਲੜਾਈ ਕੀ ਹੈ? ਇਹ ਜਿਹੜੇ ਸਕੂਲ ਨੇ ਇਹਦੇ ਵਿੱਚ 8ਵੀਂ ਤੱਕ ਸਕੂਲਾਂ ਨੂੰ ਅਧਿਕਾਰ ਦਿੱਤਾ ਹੋਇਆ ਵੀ ਤੁਸੀਂ ਜਿਹੜਾ ਸਿਲੇਬਸ ਹੈ ਉਹ ਖੁਦ ਤਿਆਰ ਕਰ ਲਓ। ਹੁਣ ਜਿਹੜੇ ਸਕੂਲ ਨੇ ਉਹਨਾਂ ਨੇ ਮੈਨੂੰ ਕਿਤਾਬ ਲਿਖਾ ਲਈ, ਸੈਫੀ ਸਾਹਿਬ ਤੋਂ ਕਿਤਾਬ ਲਿਖਾ ਲਈ, ਆਪਣੇ ਬੰਦਿਆਂ ਤੋਂ ਕਿਤਾਬਾਂ ਲਿਖਾਈ ਜਾਂਦੇ ਨੇ, ਮਹਿੰਗੀਆਂ ਕਿਤਾਬਾਂ ਵੇਚ ਰਹੇ ਨੇ। ਅਸੀਂ ਇਹਨਾਂ ਦੀ ਖੋਜ ਪੜਤਾਲ ਕੀਤੀ ਹੈ, ਸਾਨੂੰ ਬਹੁਤ ਸਾਰੇ ਪੰਜਾਬੀ ਦੇ ਅਧਿਆਪਕਾਂ ਨੇ ਜਿਹੜੇ ਪ੍ਰਾਈਵੇਟ ਸਕੂਲਾਂ 'ਚ ਕੰਮ ਕਰਦੇ ਨੇ ਪਰ ਪੰਜਾਬੀ ਨਾਲ ਮੋਹ ਰੱਖਦੇ ਨੇ, ਉਹਨਾਂ ਨੇ ਸਾਨੂੰ ਕਿਤਾਬਾਂ ਭੇਜੀਆਂ ਵੀ ਆਹ ਦੇਖੋ ਜੀ, ਆਪਣੀ ਪਤਾ ਹੀ ਨਹੀਂ ਲੱਗਦਾ ਵੀ ਇਹ ਕਿਹੜੇ ਕਵੀ ਦੀ ਕਵਿਤਾ ਹੈ। ਨਾ ਇੱਥੇ ਬੁੱਲੇ ਸ਼ਾਹ ਹੈ, ਨਾ ਇੱਥੇ ਵਾਰਿਸ ਸ਼ਾਹ ਹੈ, ਨਾ ਇੱਥੇ ਮੋਹਨ ਸਿੰਘ ਹੈ ਸਾਡੇ, ਨਾ ਇੱਥੇ ਕੋਈ ਹੋਰ ਨੇ। ਤੇ ਅਸੀਂ ਕੀ ਪੜ੍ਹਾਈਏ ਤੇ ਸਾਨੂੰ ਨਹੀਂ ਪਤਾ ਅਸੀਂ ਕਿਹਦੇ ਲੇਖ ਪੜ੍ਹਾ ਰਹੇ ਹਾਂ, ਕਿਹਦੀਆਂ ਕਵਿਤਾਵਾਂ ਪੜ੍ਹਾ ਰਹੇ ਹਾਂ, ਕਿਹਦੀਆਂ ਕਹਾਣੀਆਂ ਪੜ੍ਹਾ ਰਹੇ ਹਾਂ। ਔਰ ਜਿਹੜੇ ਲੇਖ ਹੈ ਉਹਦੇ ਵਿੱਚ ਹਜ਼ਾਰਾਂ ਗਲਤੀਆਂ ਨੇ, ਨਾ ਉਹ ਕਹਾਣੀ ਬਣਦੀ ਹੈ, ਬੱਚਿਆਂ ਦਾ ਜਿਹੜਾ ਪੱਧਰ ਹੈ ਉਹ ਗਿਰ ਰਿਹਾ। ਅਸੀਂ ਇਸ ਗੱਲ ਦਾ ਮਹਿਸੂਸ ਕੀਤਾ ਕਿ ਤੇ ਖੋਜ ਕਰੀ, ਹੋਰ ਦੋਸਤਾਂ ਮਿੱਤਰਾਂ ਤੋਂ ਖੋਜ ਕਰਵਾਈ, ਔਰ ਅਸੀਂ ਐਜੂਕੇਸ਼ਨ ਸੈਕਟਰੀ ਨੇ ਉਹਨਾਂ ਨੂੰ ਦੇ ਕੇ ਆਏ ਸਾਰੀਆਂ ਕਿਤਾਬਾਂ ਵੀ ਪੰਜਾਬੀ ਦਾ ਆਹ ਪੱਧਰ ਹੈ, ਇਹਨੂੰ ਸੁਧਾਰੋ। ਜਦੋਂ ਉਹਨਾਂ ਨੂੰ ਦਿਖਾਇਆ ਉਹ ਖੁਦ ਹੈਰਾਨ ਹੋਏ ਵੀ ਆਹ ਅਸੀਂ ਪੰਜਾਬੀ ਪੜ੍ਹਾ ਰਹੇ ਹਾਂ। ਜਿੰਨਾ ਚਿਰ ਅਸੀਂ ਸਰਕਾਰਾਂ ਕੋਲੇ ਜਾ ਕੇ, ਜੇ ਤਾਂ ਅਸੀਂ ਕਰਨਾ ਇੰਨਾ ਹੀ ਵੀ ਸਾਡਾ ਅਮਰੀਕਾ ਦਾ ਟੂਰ ਬਣਾ ਦਿਓ, ਕੈਨੇਡਾ, ਪਾਕਿਸਤਾਨ, ਲਾਹੌਰ ਦਾ ਬਣਾ ਦਿਓ, ਫਿਰ ਤਾਂ ਗੌਰਮੈਂਟਾਂ ਜਿਹੜੀਆਂ ਹੈਗੀਆਂ ਉਹ ਗੱਲ ਸੁਣਦੀਆਂ ਜਾਂ ਨਹੀਂ ਸੁਣਦੀਆਂ ਅਲੱਗ ਗੱਲ ਹੈ। ਪਰ ਜੇ ਅਸੀਂ ਲਿਜਾ ਕੇ ਰੱਖਦੇ ਹਾਂ ਵੀ ਆਹ ਲਓ ਜੀ ਕਿਤਾਬਾਂ, ਆਹ ਇਹਦੇ ਵਿੱਚ ਨੁਕਸ ਨੇ ਤੇ ਆਹ ਏਦਾਂ ਸੁਧਾਰ ਕਰੋ ਇਹਨਾਂ ਨੂੰ। ਹੁਣ ਗੱਲ ਇਹ ਹੈ ਇਹਨਾਂ ਵੀ ਸੁਧਾਰ ਕੌਣ ਕਰੇ, ਕਿ ਕਿਹੜਾ ਸਿਲੇਬਸ ਲਗਵਾਵੇ। ਉਹ ਵੀ ਅਸੀਂ ਸਰਕਾਰ ਨੂੰ ਦੇ ਕੇ ਆਏ ਵੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਜਿਹੜਾ ਕਿ ਪੰਜਾਬ ਸਰਕਾਰ ਦਾ ਅਦਾਰਾ ਹੈ, ਉਹਨੇ ਬਹੁਤ ਵਧੀਆ ਸਿਲੇਬਸ ਬਣਾਇਆ ਹੋਇਆ ਪੰਜਾਬੀ ਦਾ। 1ਲੀ ਤੋਂ 8ਵੀਂ, 8ਵੀਂ ਤੋਂ 10ਵੀਂ ਤੱਕ ਇੱਕ ਸਿਸਟਮ ਹੁੰਦਾ ਹੈ, ਤੁਸੀਂ ਜਿਹੜਾ ਵੀ ਆਪਾਂ ਅਕੈਡਮਿਕਸ ਜਾਂ ਵੀ ਸਿਲੇਬਸ ਹੈ ਉਹ ਇੱਕ ਵਿਗਿਆਨਕ ਢੰਗ ਨਾਲ ਬਣਦਾ ਹੈ। ਕਿੱਥੋਂ ਬੱਚੇ ਨੂੰ ਸ਼ੁਰੂ ਕਰਨਾ, ਕਿੱਥੇ ਤੱਕ ਲਿਆਉਣਾ ਹੈ, ਉਹ ਸਾਰਾ ਵਿਗਿਆਨਕ ਢੰਗ ਨਾਲ ਸਿਲੇਬਸ ਬਣਿਆ। ਅਸੀਂ ਉੱਥੇ ਬੇਨਤੀ ਕਰਕੇ ਆਏ ਹਾਂ ਵੀ ਇਹ ਸਿਲੇਬਸ ਆਹੀ ਲਵਾਓ ਜਿਹੜਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ। ਨਾਲੇ ਬੱਚਿਆਂ ਦੀ ਲੁੱਟ ਕਿਤਾਬਾਂ ਚੋਂ ਬਚੇ, ਨਾਲੇ ਸਕੂਲਾਂ ਦੀ ਅਧਿਕਾਰ ਖਤਮ ਹੋਵੇ, ਔਰ ਬੱਚੇ ਆ ਜਿਹੜੇ ਇਹ ਸਟੈਂਡਰਡਾਈਜ਼ਡ ਐਜੂਕੇਸ਼ਨ ਪ੍ਰਾਪਤ ਕਰਨ। ਇੱਦਾਂ ਦੇ ਜਿਹੜੀਆਂ ਗੱਲਾਂ ਨੇ ਤਾਂ ਜਿਹੜਾ ਪੰਜਾਬੀ ਹੈ ਉਹਦਾ ਵਿਕਾਸ ਹੋਣਾ। ਇਹਨੂੰ ਅਸੀਂ ਸਰਕਾਰ ਦੀ ਭਾਸ਼ਾ ਬਣਵਾਈਏ, ਇਹਨੂੰ ਅਸੀਂ ਰੁਜ਼ਗਾਰ ਦੀ ਭਾਸ਼ਾ ਬਣਵਾਈਏ। ਜਿੰਨਾ ਚਿਰ ਰੁਜ਼ਗਾਰ ਹੀ ਨਹੀਂ ਮਿਲੂ ਕਿਸੇ ਭਾਸ਼ਾ 'ਚ, ਉਹਨਾਂ ਚਿਰ ਕੋਈ ਭਾਸ਼ਾ ਜਿਹੜੀ ਹੈ ਉਹ ਤਰੱਕੀ ਕਰ ਹੀ ਨਹੀਂ ਸਕਦੀ। ਹੁਣ ਇੱਧਰਲੇ ਪੰਜਾਬ ਦੇ ਵਿੱਚ ਸਾਡੇ ਆਮ ਹੈ ਵੀ ਜਿਹੜੇ ਪਰਿਵਾਰ ਹੈ ਉਹਨਾਂ ਤੇ ਅਸੀਂ ਦੋਸ਼ ਲਾ ਰਹੇ ਹਾਂ ਵੀ ਪਰਿਵਾਰ ਹੈ ਉਹ ਬੱਚਿਆਂ ਨਾਲ ਹਿੰਦੀ 'ਚ ਗੱਲ ਕਰਦੇ ਆ, ਉਹ ਬੱਚਿਆਂ ਨਾਲ ਅੰਗਰੇਜ਼ੀ 'ਚ ਗੱਲ ਕਰਦੇ ਆ, ਉਹ ਬੱਚਿਆਂ ਨੂੰ ਪੰਜਾਬੀ ਸਕੂਲਾਂ ਦੀ ਥਾਂ ਅੰਗਰੇਜ਼ੀ ਸਕੂਲਾਂ 'ਚ ਪੜ੍ਹਾਉਂਦੇ ਆ। ਇਹ ਗੱਲਾਂ ਮੁੱਖ ਦੋਸ਼ ਲੱਗਦੇ ਆ। ਪਰ ਕਦੇ ਵੀ ਕਿਸੇ ਵਿਦਵਾਨ ਨੇ
ਕਦੇ ਕਿਸੇ ਯੂਨੀਵਰਸਿਟੀ ਨੇ ਇਹ ਖੋਜ ਨਹੀਂ ਕੀਤੀ ਵੀ ਇਹ ਪਰਿਵਾਰ ਅੰਗਰੇਜ਼ੀ ਵੱਲ, ਹਿੰਦੀ ਵੱਲ, ਮੈਂ ਇੱਧਰਲੇ ਪੰਜਾਬ ਦੀ ਗੱਲ, ਕਿਉਂ ਚਲੇ ਗਏ ਆ, ਕਿਉਂ ਪੰਜਾਬੀ ਨੂੰ ਛੱਡ ਰਹੇ ਆ, ਇਹਦੇ ਬਾਰੇ ਕਿਉਂ ਦਾ ਜਵਾਬ ਕਦੇ ਨਹੀਂ ਲੱਭਿਆ। ਅਸੀਂ ਇਹ ਲੱਭਿਆ ਔਰ ਸਪਸ਼ਟ ਹੀ ਹੈ, ਕੋਈ ਬਹੁਤ ਔਖਾ ਇਹਦਾ ਉੱਤਰ ਵੀ ਨਹੀਂ ਹੈ। ਇਹ ਜਿਹੜੇ ਆ ਵੀ ਅੱਜ ਕੱਲ੍ਹ ਮੰਡੀ ਦਾ ਯੁੱਗ ਹੈ, ਉਹੀ ਭਾਸ਼ਾ ਤਰੱਕੀ ਕਰ ਸਕਦੀ ਹੈ ਜਿਹੜੀ ਰੁਜ਼ਗਾਰ ਉਪਲਬਧ ਕਰਵਾਵੇ। ਕੱਲੇ ਸਾਹਿਤ ਲਿਖਣ ਵਾਲੀ ਭਾਸ਼ਾ, ਕੱਲੇ ਇਮੋਸ਼ਨਲ ਅਧਿਆਤਮਿਕ ਵਾਲੀ ਭਾਸ਼ਾ ਅੱਜ ਕੱਲ੍ਹ ਇਹ ਚੱਲੂ, ਇਹ ਨਹੀਂ ਹੈ ਵੀ ਇਹ ਤੋਂ ਬਿਨਾਂ ਭਾਸ਼ਾ ਜ਼ਿੰਦਗੀ ਜਿਉਂਦੀ ਨਹੀਂ ਰਹੂ। ਪਰ ਜੇ ਤੁਸੀਂ ਤਰੱਕੀਆਂ ਤੇ ਲਿਜਾਣਾ ਤਾਂ ਉਹਨੂੰ ਰੁਜ਼ਗਾਰ ਦੀ ਭਾਸ਼ਾ ਬਣਾਉਣਾ ਪੈਣਾ। ਹੁਣ ਅੰਗਰੇਜ਼ੀ ਵੱਲ ਕਿਉਂ ਝੁਕਾਅ ਹੈ? ਕਿਉਂਕਿ ਅੰਗਰੇਜ਼ੀ ਅੰਤਰਰਾਸ਼ਟਰੀ ਭਾਸ਼ਾ ਹੈ ਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਾਨੂੰ ਰੁਜ਼ਗਾਰ ਦਿਵਾਉਂਦੀ ਹੈ। ਤੁਸੀਂ ਅਮਰੀਕਾ ਜਾਣਾ, ਕੈਨੇਡਾ ਜਾਣਾ, ਇੰਗਲੈਂਡ ਜਾਣਾ, ਕਿਤੇ ਵੀ ਜਾਣਾ, ਤੁਸੀਂ ਅੰਗਰੇਜ਼ੀ ਪੜ੍ਹੇ ਬਿਨਾਂ ਆਈਲੈਟ ਦੇ ਕੋਰਸ ਨੇ ਨਹੀਂ ਜਾ ਸਕਦੇ। ਇਸ ਲਈ ਬੱਚੇ ਆਪਣੇ ਬੱਚਿਆਂ ਨੂੰ ਅੰਤਰਰਾਸ਼ਟਰੀ ਪੱਧਰ ਦਾ ਰੁਜ਼ਗਾਰ ਦਿਵਾਉਣ ਲਈ ਅੰਗਰੇਜ਼ੀ ਵੱਲ ਝੁਕਾਅ ਕਰਦੇ ਆ। ਨਹੀਂ ਤਾਂ ਅਸੀਂ ਦੇਖਦੇ ਹਾਂ ਪਿੰਡਾਂ 'ਚ ਬੈਠੇ ਆ, ਅੰਗਰੇਜ਼ੀ ਅੱਜ ਵੀ ਸਾਡੇ ਸਧਾਰਨ ਪਰਿਵਾਰਾਂ 'ਚ ਵੀ, ਮੱਧ ਵਰਗ ਦੇ ਪਰਿਵਾਰਾਂ ਵਿੱਚ ਵੀ ਅੰਗਰੇਜ਼ੀ ਨਹੀਂ ਆਉਂਦੀ। ਬੜੀ ਔਖੀ ਹੋ ਕੇ ਅੰਗਰੇਜ਼ੀ ਅਸੀਂ ਡਾਂਗੇ ਟਪਾਉਂਦੇ ਆ। ਦੂਜਾ ਰਾਜ ਜਾਂਦਾ ਇੱਧਰ ਹਿੰਦੀ ਦਾ। ਹਿੰਦੀ ਰਾਸ਼ਟਰੀ ਭਾਸ਼ਾ ਹੈ, ਰਾਸ਼ਟਰ ਪੱਧਰ ਦੇ ਉੱਤੇ। ਰਾਸ਼ਟਰੀ ਦਾ ਮਤਲਬ ਇਹ ਨਹੀਂ ਵੀ ਇਹ ਸਰਕਾਰ ਦੀ ਨੈਸ਼ਨਲ ਲੈਂਗੁਏਜ ਹੈ, ਮਤਲਬ ਰਾਸ਼ਟਰ ਪੱਧਰ ਦੇ ਉੱਤੇ ਇਹ ਰੁਜ਼ਗਾਰ ਉਪਲਬਧ ਕਰਾਉਂਦੀ ਹੈ। ਤੁਸੀਂ ਬੰਬੇ ਜਾਣਾ, ਤੁਸੀਂ ਕਲਕੱਤੇ ਜਾਣਾ, ਤੁਸੀਂ ਮਦਰਾਸ ਵੀ ਜਾਣਾ, ਉੱਥੇ ਰੁਜ਼ਗਾਰ ਕਰਨਾ ਤਾਂ ਹਿੰਦੀ ਤੋਂ ਬਿਨਾਂ ਤੁਹਾਡਾ ਗੁਜ਼ਾਰਾ ਨਹੀਂ, ਤਾਂ ਲੋਕ ਹਿੰਦੀ ਵੱਲ ਆਉਂਦੇ ਹੈ। ਹੁਣ ਪੰਜਾਬੀ ਵੱਲ ਕਿਉਂ ਬੇਮੁਖੀ ਹੈ? ਕਿਉਂਕਿ ਪੰਜਾਬ ਦੇ ਵਿੱਚ ਪੰਜਾਬੀ ਦੇ ਰੁਜ਼ਗਾਰ ਦੇ ਜਿਹੜੇ ਸਾਧਨ ਹੈ ਉਹ ਬਹੁਤ ਹੀ ਸੀਮਿਤ ਹੋ ਗਏ ਹੈ। ਪੰਜਾਬ ਸਰਕਾਰ ਹੈ ਜਿਹੜੀ ਉਹ ਅੰਗਰੇਜ਼ੀ ਤੇ ਜ਼ਿਆਦਾ ਜ਼ੋਰ ਦੇ ਰਹੀ ਹੈ। ਰਿਜ਼ਲਟ ਇਹ ਨਿਕਲ ਰਿਹਾ ਵੀ ਜਿਹੜੇ ਇਕੱਲੀ ਪੰਜਾਬੀ ਜਾਣਦੇ ਨੇ, ਅੰਗਰੇਜ਼ੀ ਦੇ ਵਿੱਚ ਮਹਾਰਤ ਨਹੀਂ ਰੱਖਦੇ, ਉਹਨਾਂ ਦੇ ਰੁਜ਼ਗਾਰ ਦੇ ਸਾਧਨ ਇੱਥੋਂ ਤੱਕ ਕਿ ਪੰਜਾਬ ਦੇ ਵਿੱਚ ਵੀ ਮਰ ਰਹੇ ਨੇ। ਉਹ ਇਸ ਕਰਕੇ ਪੰਜਾਬੀ ਹੈ ਜਿਹੜੀ ਲੋਕ ਉਹਨੂੰ ਭੁਲਾ ਰਹੇ ਨੇ। ਉਹਨਾਂ ਨੂੰ, ਬੱਚਿਆਂ ਨੂੰ ਫਿਊਚਰ ਦਾ ਸਾਨੂੰ ਫਿਕਰ ਹੈ। ਅਸੀਂ ਅੰਗਰੇਜ਼ੀ ਸਕੂਲਾਂ 'ਚ ਲਿਜਾਵਾਂਗੇ, ਅੰਗਰੇਜ਼ੀ 'ਚ ਨਹੀਂ ਲਿਜਾ ਸਕਦੇ, ਹਿੰਦੀ ਸਕੂਲਾਂ 'ਚ ਲਿਜਾਵਾਂਗੇ, ਪੰਜਾਬੀ ਕਿਉਂ ਪੜ੍ਹਾਵਾਂਗੇ? ਹੁਣ ਜਿਹੜੀਆਂ ਯੂਨੀਵਰਸਿਟੀਆਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਉਦਾਹਰਨ ਲਈਏ, ਕਿਸੇ ਟਾਈਮ ਇੱਥੇ 40 ਦੇ ਲਗਭਗ ਪ੍ਰੋਫੈਸਰ ਕੰਮ ਕਰਦੇ ਸੀ, ਹੁਣ ਰੈਗੂਲਰ ਸਿਰਫ 4 ਨੇ। ਉਹਨਾਂ ਨੂੰ ਪੁੱਛੀਦਾ ਵੀ ਸਟਰੈਂਥ ਕਿਉਂ ਘਟ ਗਈ? ਕਹਿੰਦੇ ਵਿਦਿਆਰਥੀ ਨਹੀਂ ਆਉਂਦੇ। ਕਾਲਜ ਵਾਲੇ ਕਹਿੰਦੇ ਐਮਏ ਦੇ ਜਿਹੜੇ ਡਿਪਾਰਟਮੈਂਟ ਹੈ ਬੰਦ ਹੋ ਰਹੇ ਆ। ਕਿਉਂ ਹੋ ਰਹੇ ਆ ਭਾਈ? ਬੱਚੇ ਨਹੀਂ ਆਉਂਦੇ। ਬੱਚੇ ਕਿੱਧਰ ਜਾ ਰਹੇ ਆ? ਆਈਲੈਟ ਵੱਲ ਜਾ ਰਹੇ ਆ। ਆਈਲੈਟ ਕਿਉਂ ਜਾ ਰਹੇ ਆ? ਕਿਉਂਕਿ ਫੋਰਨ ਦੇ ਵਿੱਚ ਰੁਜ਼ਗਾਰ ਮਿਲਣਾ। ਰੁਜ਼ਗਾਰ ਪੰਜਾਬੀ ਉਪਲਬਧ ਨਹੀਂ ਕਰਾਉਂਦੀ, ਇਸ ਲਈ ਜਿਹੜੇ ਬੱਚੇ ਨੇ ਉਹ ਪੰਜਾਬੀ ਦੀ ਪੜ੍ਹਾਈ ਸਕੂਲਾਂ 'ਚ ਵੀ ਨਹੀਂ ਕਰਨਾ ਚਾਹੁੰਦੇ, ਕਾਲਜਾਂ 'ਚ ਨਹੀਂ ਕਰਨਾ ਚਾਹੁੰਦੇ, ਯੂਨੀਵਰਸਿਟੀਆਂ ਦੇ ਵਿੱਚ ਨਹੀਂ ਕਰਨਾ ਚਾਹੁੰਦੇ। ਸਾਡੀ ਜਿਹੜੀ ਲੜਾਈ ਹੈ ਹੁਣ ਇਸ ਟਾਈਮ, ਅਸੀਂ ਪੰਜਾਬੀ ਦੀ ਜਿਹੜੀ ਲੋੜ ਔਰ ਥੋੜ ਹੈ ਵੀ ਇਹ ਰੁਜ਼ਗਾਰ ਦੀ ਭਾਸ਼ਾ ਬਣੇ। ਜੇ ਰੁਜ਼ਗਾਰ ਦੀ ਹੋਊਗੀ ਤਾਂ ਹੀ ਪਰਿਵਾਰ ਉਹਨੂੰ ਅਡੋਪਟ ਕਰੂਗਾ, ਤਾਂ ਹੀ ਸਾਡੇ ਸਰਕਾਰ ਦੇ ਵਿੱਚ ਅਸੀਂ ਥਾਂ ਪ੍ਰਾਪਤ ਕਰ ਸਕਾਂਗੇ। ਅਸੀਂ ਇੱਧਰ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰੇ ਵੱਲੋਂ, ਜਿਹਦੇ 'ਚ ਡਾਕਟਰ ਸੈਫੀ ਸਾਹਿਬ ਹੋਰੇ ਬਹੁਤ ਵੱਡਾ ਰੋਲ ਅਦਾ ਕਰ ਰਹੇ ਨੇ। ਇਹਦੇ ਵਿੱਚ ਨਾ ਸਾਡੇ ਅਕੈਡਮੀ ਵਾਲੇ ਨੇ, ਨਾ ਇਹਦੇ ਵਿੱਚ ਤੁਹਾਡੇ ਜਿਹੜੀ ਵਿਸ਼ਵ ਪੰਜਾਬੀ ਕਾਨਫਰੰਸ 'ਚ ਹਿੱਸਾ ਲੈਂਦੇ ਆ ਉਹ ਕਦੇ ਦਿਖਦੇ ਨੇ। ਉਹਨਾਂ ਨੂੰ ਅਸੀਂ ਬਕਾਇਦਾ ਚਿੱਠੀ ਪੱਤਰ ਪਾਈਦਾ, ਉਹ ਕਹਿੰਦੇ ਨੇ ਜੀ ਇਹ ਭਾਸ਼ਾ ਦਾ ਕੰਮ ਸਾਡਾ ਨਹੀਂ ਹੈ। ਕੋਈ ਕਹਿੰਦਾ ਮੈਂ ਪ੍ਰੋਫੈਸਰ ਲੱਗਿਆ ਹੋਇਆ, ਮੈਨੂੰ ਖਤਰਾ ਹੈ ਯੂਨੀਵਰਸਿਟੀ ਤੋਂ। ਕੋਈ ਕਿਵੇਂ ਟਲ ਜਾਂਦੇ ਨੇ। ਇੱਕ ਅਸੀਂ ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰਾ ਵੱਲੋਂ ਕਾਨੂੰਨੀ ਲੜਾਈ, ਕਾਨੂੰਨ ਦੇ ਅਨੁਸਾਰ ਪੰਜਾਬੀ ਨੂੰ ਬਹਾਲ ਕਰਾਉਣ ਦੀ ਇੱਕ ਵਿਧੀ ਹੈ। ਔਰ ਇਹ ਕੋਈ ਇਹ ਨਹੀਂ ਵੀ ਅਸੀਂ ਇੱਟਾਂ ਰੋੜੇ ਮਾਰਦੇ ਹਾਂ, ਅਸੀਂ ਕਾਨੂੰਨ ਦੀ ਯਾਦ ਕਰਾਉਣੇ ਆ। ਕਾਨੂੰਨ ਬਾਰੇ ਔਰ ਲਾਗੂ ਹੁੰਦਾ ਕਾਨੂੰਨ, ਔਰ ਸਾਨੂੰ ਸਫਲਤਾਵਾਂ ਵੀ ਪ੍ਰਾਪਤ ਹੋ ਰਹੀਆਂ ਨੇ। ਔਰ ਸਾਡੀ ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰੇ ਦੀ ਵੈਬਸਾਈਟ ਹੈ ਜਿਹਦਾ ਪੰਜਾਬੀ ਮੈਂ ਤੁਹਾਨੂੰ ਦੁਬਾਰਾ ਦੱਸਦਾ, ਉਹਦੇ ਤੇ ਸਾਡਾ ਇਹ ਸਾਰਾ ਚਿੱਠੀ ਪੱਤਰ, ਸਾਡਾ ਸੰਘਰਸ਼ ਉਸ ਵੈਬਸਾਈਟ ਦੇ ਉੱਤੇ ਪਾਇਆ ਹੋਇਆ। ਤਾਂ ਇੱਧਰਲੇ ਪੰਜਾਬ ਤਾਂ ਅਸੀਂ ਹੁਣ ਜਿਹੜੀਆਂ ਮਾਂ ਬੋਲੀ ਪੰਜਾਬੀ ਦੀਆਂ ਲੋੜਾਂ ਥੋੜਾਂ ਨੇ, ਉਹਦੇ ਲਈ ਅਸੀਂ ਸੰਘਰਸ਼ ਕਰਿਆ ਔਰ ਵਿਗਿਆਨਕ ਢੰਗ ਨਾਲ ਕਰਿਆ। ਸਾਨੂੰ ਅੰਤਰਰਾਸ਼ਟਰੀ ਪੱਧਰ ਤੱਕ ਸਹਿਯੋਗ ਮਿਲ ਰਿਹਾ। ਜਿੱਥੋਂ ਤੱਕ ਸਾਹਿਤਕ ਗੱਲ ਹੈ, ਮੈਂ ਇੱਕ ਉਦਾਹਰਨ ਦਿੰਦਾ ਹੁੰਦਾ, ਇੱਧਰ ਆਪਣੇ ਮੁਹਾਵਰਾ, ਇੱਧਰ ਵੀ ਤੁਹਾਡੇ ਵੀ ਹੋਏਗਾ ਵੀ ਜਦੋਂ ਕੋਈ ਬਾਣੀਏ ਦੀ ਦੁਕਾਨ ਤੇ ਗਾਹਕ ਜਾ ਰਿਹਾ ਸੀਗਾ, ਉਹ ਕਹਿੰਦਾ ਮੇਰੇ ਥੜੇ ਤੇ ਨਾ ਚੜ੍ਹ ਤੂੰ, ਮੈਂ ਤੈਨੂੰ ਦੇਖਣਾ ਨਹੀਂ ਚਾਹੁੰਦਾ। ਮਤਲਬ ਉਹ ਕਹਿੰਦਾ ਜੀ ਤੁਸੀਂ ਪੂਰਾ ਤੋਲ ਲਿਓ ਤੇ ਮੈਨੂੰ ਉਧਾਰ ਦੇ ਦਿਓ। ਉਧਾਰ ਤਾਂ ਅਸੀਂ ਤਾਂ ਹੀ ਮੰਗਾਂਗੇ ਜੇ ਦੁਕਾਨਦਾਰ ਸਾਨੂੰ ਥੜੇ ਤੇ ਚੜ੍ਹਨ ਦੇਊਗਾ।
ਹੁਣ ਜਿਹੜੀਆਂ ਇੱਕ ਗੱਲ ਮੈਂ ਹੋਰ ਐਡ ਕਰ ਦਿਆਂ, ਬਹੁਤ ਮੇਰੇ ਜੀ ਮਨ 'ਚ ਜੀ ਦਰਦ ਜੀ ਕਰੋ ਹੁੰਦਾ ਹੈ। ਜੀ। ਹਾਂਜੀ ਪਿਛਲੀ ਸਰਕਾਰ ਦੇ ਇਸੇ ਸਰਕਾਰ 'ਚ ਨਵਜੋਤ ਸਿੱਧੂ ਜੀ ਨੂੰ ਮੌਕਾ ਮਿਲਿਆ, ਸੱਭਿਆਚਾਰ ਵਿਭਾਗ ਉਹਨਾਂ ਕੋਲੇ ਸੀ, ਉਹਨਾਂ ਦੇ ਮਨ 'ਚ ਦਰਦ ਹੈ। ਉਹ ਲੇਖਕ ਨੇ, ਉਹ ਐਕਟਰ ਨੇ, ਉਹ ਸੱਭਿਆਚਾਰ ਨਾਲ ਜੁੜੇ ਹੋਏ ਨੇ। ਉਹਨਾਂ ਦੇ ਮਨ 'ਚ ਸੀ ਵੀ ਪੰਜਾਬੀ ਭਾਸ਼ਾ ਜਿਹੜੀ ਹੈ ਇਹ ਵਿਕਾਸ ਕਰੇ, ਸੱਭਿਆਚਾਰ ਵਿਕਾਸ ਕਰੇ। ਉਹਨਾਂ ਜੀ ਨੇ ਪਹਿਲੇ ਚੇਅਰਮੈਨ ਨੂੰ, ਪੰਜਾਬ ਕਲਾ ਪਰਿਸ਼ਦ ਹੈ ਜਿਹੜਾ ਇੱਕ ਅਦਾਰਾ ਹੈ ਜਿਹੜਾ ਸਾਹਿਤ, ਸੰਗੀਤ ਔਰ ਨਾਟਕ ਔਰ ਸਾਹਿਤ ਦੀ ਪ੍ਰਚਾਰ ਕਰਦਾ, ਵਿਕਾਸ ਕਰਦਾ, ਉਹਦੇ ਵਿੱਚ ਪਹਿਲੇ ਚੇਅਰਮੈਨ ਨੂੰ ਹਟਾ ਕੇ ਸਾਡੇ ਸਰਜੀਤ ਪਾਤਰ ਸਾਹਿਬ ਨੂੰ ਘਰੋਂ ਜਾ ਕੇ, ਹੁਣ ਇੱਕ ਸਰਕਾਰ ਦਾ ਦੇਖੀਏ ਆਪਾਂ, ਇੱਕ ਮੰਤਰੀ ਲੁਧਿਆਣੇ ਘਰੇ ਆਇਆ ਉਹਨਾਂ ਦੇ ਵੀ ਆਹ ਲਓ ਅਪੁਆਇੰਟਮੈਂਟ, ਮੇਰੇ ਨਾਲ ਚੱਲ ਕੇ ਜੁਆਇਨ ਕਰੋ। ਉਹ ਉਹਨਾਂ ਨੇ ਜੀ ਇੱਕ ਆਪਣੀ ਸ਼ਰਧਾ ਜਤਾਈ ਵੀ ਮੈਨੂੰ ਵਿਸ਼ਵਾਸ ਹੈ ਤੁਸੀਂ ਵਿਕਾਸ ਕਰ ਸਕਦੇ ਹੋ, ਕਿਉਂਕਿ ਤੁਸੀਂ ਅੰਤਰਰਾਸ਼ਟਰੀ ਪੱਧਰ ਦੇ ਇੱਕ ਬਹੁਤ ਵੱਡੇ ਸਾਹਿਤਕਾਰ ਹੋ। ਹਨ, ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ। ਔਰ 3 ਕਰੋੜ ਦਾ ਬਜਟ ਦਿੱਤਾ ਇਸ ਅਦਾਰੇ ਨੂੰ। 2 ਸਾਲ ਹੋ ਗਏ ਇਸ ਅਦਾਰੇ ਨੂੰ ਕੰਮ ਕਰਦੇ ਨੂੰ। ਕੋਈ ਵੀ ਪੰਜਾਬੀ ਭਾਸ਼ਾ ਦਾ ਠੋਸ ਕੰਮ ਵਿਕਾਸ ਦਾ ਸਾਡੇ ਸਾਹਮਣੇ ਨਹੀਂ ਆਇਆ। ਸਾਹਮਣੇ ਕੀ ਆਇਆ? ਕਵੀ ਦਰਬਾਰ ਔਰ ਇਦਾਂ ਦੇ ਜਿਹੜੇ ਖਰਚੇ ਆ ਉਹ ਹੋ ਜਾਂਦੇ ਨੇ। ਸਾਡੀ ਇੱਕ ਸੰਘਰਸ਼ ਅਸੀਂ ਸਵੇਡਿਆ ਹੋਇਆ ਔਰ ਅਸੀਂ ਪੂਰੀ, ਸਾਨੂੰ ਆਸ ਹੈ ਵੀ ਅਸੀਂ ਮਾਂ ਬੋਲੀ ਪੰਜਾਬੀ ਦੀਆਂ ਲੋੜਾਂ ਥੋੜਾ ਜਲਦੀ ਪੂਰੀਆਂ ਕਰਾਂਗੇ, ਫਿਰ ਸਾਹਿਤ ਵੱਲ ਆਵਾਂਗੇ। ਮੁਬਾਰਕ, ਧੰਨਵਾਦ ਜੀ। ਮਿੱਤਰ ਸਾਹਿਬ ਜੀ, ਬੜੀ ਸੋਹਣੀ ਤੁਸੀਂ ਗੱਲਬਾਤ ਕੀਤੀ, ਜਿੱਥੋਂ ਸ਼ੁਰੂ ਕੀਤੀ ਸੀ ਅਫਜ਼ਲ ਸਾਹਿਲ ਹਰਾਂ ਕਿ ਇਹਨੂੰ ਰੋਜ਼ਗਾਰ ਦੀ ਜ਼ੁਬਾਨ ਬਣਾਵਾਂਗੇ, ਦਰਬਾਰੇ ਸਰਕਾਰੀ ਦੀ ਜ਼ੁਬਾਨ ਬਣੇਗੀ ਤੇ ਫਿਰ ਇਹ ਤਰੱਕੀ ਕਰੇਗੀ। ਇਹ ਬੜੀ ਤੁਸੀਂ ਸੋਹਣੀ ਗੱਲ ਇੱਥੋਂ ਤੱਕ ਲਿਆਏ ਹੋ। ਇਹ ਹਮੇਸ਼ਾ ਹੀ ਹੋਇਆ, ਜਿਹੜੇ 20-25 ਬੰਦੇ ਤੁਸੀਂ ਕਹਿੰਦੇ ਹੋ ਨਜ਼ਰ ਆਉਂਦੇ ਨੇ, ਉਹ ਵੀ ਨਜ਼ਰ ਆਉਂਦੇ ਰਹਿਣ, ਲੇਕਿਨ ਸਾਡਾ ਵੀ ਕੰਮ ਇਨਸ਼ਾਅੱਲਾ ਦਿਸਦਾ ਰਹੇ। ਅਸੀਂ ਜੋ ਅਫਜ਼ਲ ਸਾਹਿਲ ਰੇਡੀਓ ਤੇ ਬਹਿ ਕੇ ਗੱਲ ਕਰ ਰਹੇ ਆ, ਜੋ ਤੁਸੀਂ ਕਰ ਰਹੇ ਹੋ ਆਪਣੇ ਅਦਾਰਿਆਂ 'ਚ ਕੰਮ, ਜੋ ਸੈਫੀ ਸਾਹਿਬ ਕਰ ਰਹੇ ਨੇ, ਅਸਲ ਇਹ ਵੀ ਲੋਕਾਂ ਨੂੰ ਨਜ਼ਰ ਆ ਰਿਹਾ, ਲੋਕ ਹੁਣ ਜੁੜ ਰਹੇ ਨੇ। ਤੇ ਮੈਂ ਸਮਝਾਂਗਾ ਜਿਹੜੀ ਅਸੀਂ ਜਿੱਥੋਂ ਤੱਕ ਗੱਲ ਆ ਗਈ ਹੈ, ਹੁਣ ਸੈਫੀ ਹੋਰਾਂ ਦੀ ਵਾਰੀ ਹੈ ਕਿ ਦਵਿੰਦਰ ਸੈਫੀ ਇਹ ਦੱਸਣ ਕਿ ਇਹਨਾਂ ਨਿਤਸ਼ੇ ਦਾ ਸੁਪਰਮੈਨ ਨੂੰ ਇਹਨਾਂ ਨੇ ਰੀਕ੍ਰੀਏਸ਼ਨ ਕੀਤੀ। ਇਹਨਾਂ ਵਿੱਚ ਦੱਸਿਆ ਕਿ ਜਿਹੜੇ ਸਾਡਾ ਸੂਫੀ ਦਾ ਸੁਪਰਮੈਨ ਹੈ ਉਹ ਨਿਤਸ਼ੇ ਨਾਲ ਵੱਡਾ ਸੁਪਰਮੈਨ ਹੈ। ਤੇ ਇਹਨਾਂ ਕੋਈ ਪੁੱਛਣਾ ਚਾਹੁੰਦੇ ਆ ਕਿ ਮਾਂ ਬੋਲੀ 'ਚ ਜਿਹੜੀ ਸਿਆਣਪ ਮੌਜੂਦ ਹੈ ਔਰ ਜਿਹਨੂੰ ਅਸੀਂ ਪਛਾਣ ਨਹੀਂ ਸਕੇ, ਉਹ ਸਿਆਣਪ ਦੀ ਬੁਲੰਦੀ ਤੇ ਚਾਨਣ ਪਾਓ। ਜਿਹੜਾ ਤੁਸੀਂ ਸੁਪਰਮੈਨ ਬਾਬੇ ਫਰੀਦ ਦੇ ਕੋਲ ਲੱਭਿਆ ਜਾਂ ਤੁਸੀਂ ਸ਼ਾਹ ਹੁਸੈਨ ਕੋਲ ਲੱਭਿਆ, ਉਹ ਸਾਨੂੰ ਵੀ ਜ਼ਰਾ ਉਹਦੇ ਨਾਲ ਮੁਤਾਰਫ ਕਰਾਓ ਕਿ ਅਸੀਂ ਨਿਤਸ਼ੇ ਦੇ ਮਗਰ ਨਾਲ ਸਾਡੇ ਬਾਲ ਲੱਗੇ ਰਹਿਣ, ਉਹਨਾਂ ਨੂੰ ਪਤਾ ਲੱਗੇ ਕਿ ਪੰਜਾਬੀ ਵੀ ਸੁਪਰਮੈਨ ਹੈਗੇ ਨੇ ਜੀ। ਵਾਹ ਜੀ, ਸ਼ੁਕਰਾਨਾ ਜੀ, ਬਹੁਤ ਬਹੁਤ ਅਜ਼ੀਮ ਸਾਹਿਬ, ਮਲਕ ਸਾਹਿਬ, ਅਫਜ਼ਲ ਸਾਹਿਲ ਸਾਹਿਬ, ਇਹਨਾਂ ਨਾਲ ਦਿਲੋਂ ਮੁਹੱਬਤ ਹੈ ਜੀ ਜੀ। ਤੇ ਨਾਲ ਮੈਨੂੰ ਬਾਬਾ ਫਰੀਦ ਦਾ ਸ਼ਬਦ ਯਾਦ ਆ ਜਾਂਦਾ, ਭਾਵੇਂ ਗੱਲ ਨਹੀਂ ਹੋਈ ਕਿਤੇ ਇਹਨਾਂ ਨਾਲ, ਪਰ ਉਹ ਦਿਲੋਂ ਮੁਹੱਬਤ ਜਿਨ ਸਹੀ ਸੱਚੇ ਹੈ ਹਾਂਜੀ। ਤੇ ਇਸ ਕਰਕੇ ਬੜੀ ਮੁਹੱਬਤ ਜੀ ਜੀ। ਮੀਤ ਸਾਹਿਬ ਹੋਰਾਂ ਨੇ ਬੜਾ ਹੀ ਖੂਬਸੂਰਤ ਗੱਲਾਂ ਕੀਤੀਆਂ ਨੇ ਔਰ ਇਹਨਾਂ ਨਾਲ ਜੁੜੇ ਹੋਏ ਆ ਪੰਜਾਬੀ ਪਸਾਰ ਭਾਈਚਾਰੇ ਨਾਲ ਲੰਬੇ ਸਮੇਂ ਤੋਂ। ਪਿਆਰਿਓ, ਦੋਵੇਂ ਚਲੇ ਗਏ ਲੱਗਦਾ ਜੀ, ਮੀਤ ਸਾਹਿਬ ਵੀ ਤੇ ਅਫਜ਼ਲ ਸਾਹਿਲ ਸਾਹਿਬ। ਨਹੀਂ ਸੁਣ ਰਹੇ ਨੇ, ਮੇਰਾ ਕੈਮਰਾ ਬੰਦ ਹੋਇਆ ਮੀਤ ਸਾਹਿਬ ਦਾ। ਉਹ ਅੱਛਾ, ਜੀ 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 ਜੀ। ਤੇ ਅਜੀ ਮਲਕ ਸਾਹਿਬ, ਪਹਿਲਾਂ ਆਪਾਂ ਜਿਹੜੀਆਂ ਲੋੜਾਂ ਥੋੜਾਂ ਦੀ ਗੱਲ ਹੈ, ਪਹਿਲਾਂ ਆਪਾਂ ਲੋੜ ਦੀ ਗੱਲ ਕਰ ਲਈਏ ਥੋੜੀ ਜਿਹੀ, ਵੀ ਲੋੜ ਕੀ ਹੈ। ਔਰ ਉਹਨੂੰ ਮੈਂ ਆਪਣੀ ਇੱਕ ਨਜ਼ਮ ਜੀ, ਇੱਕ ਗੀਤ ਚ ਕਹਿ ਦਿਆ ਛੋਟਾ ਜਿਹਾ। ਜ਼ਰੂਰ ਸਰ, ਜ਼ਰੂਰ ਸੁਣਨ ਵਾਲੇ। ਹਾਂ ਹਾਂ ਹਾਂ, ਉਹ ਹੀ ਠੀਕ ਰਹੇਗਾ, ਕਿਉਂਕਿ ਉਹਦੇ ਚ ਨਾ ਮੈਂ ਦੋ ਬੰਦਾਂ ਚ ਦੋ ਸਤਰਾਂ ਚ ਹੀ ਗੱਲ ਕਰਤੀ ਹੈ ਕਿ ਲੋੜ ਕੀ ਹੈ। ਵੀ ਸੁਣਨੀ ਹੈ ਤੇ ਸੁਣਨ ਵਾਲੇ ਲਿਖ ਰਹੇ ਨੇ ਕਿ ਅਫਜ਼ਲ ਸਾਹਿਲ ਕੋ ਵੀ ਸਾਨੂੰ ਕੋਈ ਨਜ਼ਮ ਜਾਂ ਸ਼ਲੋਕ ਸੁਣਵਾਣੀ ਉਹਦੇ ਬਿਨਾਂ ਜੀ। ਪਹਿਲਾਂ ਮੈਂ ਇਹਦੀ ਲੋੜ ਉਸ ਵਿਧਾ ਚ ਹੀ ਦੱਸ ਦਿਆਂ ਜੀ, ਠੀਕ ਹੈ ਜੀ। ਮਾਂ ਬੋਲੀ ਬਿਨਾ ਕੌਣ ਡੋਰੀਆਂ ਸੁਣਾਏਗਾ, ਕੌਣ ਸਾਡੇ ਦਿਲ ਰੋਸ਼ਨ ਆਏਗਾ। ਗਮਾਂ ਹੌਕਿਆਂ ਦੇ ਸਾਗਰ ਸੰਭਾਲ ਕੇ, ਖੁਸ਼ੀਆਂ ਤੇ ਚਾਵਾਂ ਵਾਲੇ ਦੀਵੇ। ਪਤਾ ਨਹੀਂ ਕਿਵੇਂ ਚੱਲੂਗਾ, ਮੈਨੂੰ ਪਹਿਲਾਂ ਕੈਮਰੇ ਚ ਆ ਰਿਹਾ ਸੀ ਮੈਂ। ਹਾਂਜੀ ਆ ਰਹੇ ਸੀ। ਅੱਛਾ ਜੀ, ਮੀਤਾ ਥੋੜੀ ਆਵਾਜ਼ ਆ ਰਹੀ ਹੈ? ਕੋਈ ਨਹੀਂ ਹਾਂਜੀ ਹਾਂਜੀ ਜੀ। ਗਮਾਂ ਦੁੱਖਾਂ ਹੌਕਿਆਂ ਸਾਗਰ ਸੰਭਾਲ ਕੇ, ਖੁਸ਼ੀਆਂ ਤੇ ਚਾਵਾਂ ਵਾਲੇ ਦੀਵੇ ਬੂਹੇ ਬਾਲ ਕੇ, ਵਾਰਾਂ ਕਿੱਸੇ ਘੋੜੀਆਂ ਸੁਹਾਗ ਕੌਣ ਗਾਵੇਗਾ, ਕੌਣ ਸਾਡੇ ਦਿਲਾਂ ਵਾਲੇ ਵਿਹੜੇ ਰੁਸ਼ਨਾਵੇਗਾ। ਜਾਵਰਾਂ ਦੀ ਅੱਖ ਵਿੱਚ ਅੱਖ ਕਿਵੇਂ ਪਾਈ ਦੀ, ਕੰਡਿਆਂ ਤੇ ਤੁਰ ਕਿਵੇਂ ਪੈੜ ਰੁਸ਼ਨਾਈ ਦੀ,
ਵਾਹ ਬਾਣੀ ਵਾਲੀ ਗੂੰਜ ਕੌਣ ਦਿਲਾਂ 'ਚ ਟਿਕਾਵੇਗਾ, ਕੌਣ ਸਾਡੇ ਦਿਲਾਂ ਵਾਲੇ ਵੇੜੇ ਰਚਾਵੇਗਾ, ਮਾਂ ਬੋਲੀ ਬਿਨਾਂ ਕੌਣ ਸੁਣਾਵੇਗਾ। ਵਾਹ 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 ਜੀ ਵਾਹ। ਤਲੀ ਤੇ ਟਿਕਾ ਕੇ ਸਿਰਾਂ ਨਾਲ ਕਿਵੇਂ ਹੈ ਨਿਭਾਈ ਦੀ, ਰਮਜ਼ਾਂ ਕਹਾਵਤਾਂ ਨੂੰ ਕੌਣ ਸਮਝਾਵੇਗਾ, ਕੌਣ ਆਹਾ। ਸਾਡੇ ਦਿਲਾਂ ਵਾਲੇ ਸੁਣਾਵੇਗਾ, ਮਾਂ ਬੋਲੀ ਕੌਣ ਲੋਰੀਆਂ ਸੁਣਾਵੇਗਾ। ਕਿਹੜੇ ਵੇਲੇ ਸੋਗ ਕਦੋਂ ਸ਼ਗਨ ਮਨਾਉਣੇ ਨੇ, ਕਿਵੇਂ ਜਾ ਵਡੇਰਿਆਂ ਦੇ ਪੈਰੀਂ ਹੱਥ ਲਾਉਣੇ ਨੇ, ਕੌਣ ਉੱਚੀ ਸੁੱਚੀ ਤਹਿਜ਼ੀਬ ਇਹ ਸਿਖਾਵੇਗਾ, ਮਾਂ ਬੋਲੀ ਬਿਨਾਂ ਕੌਣ ਲੋਰੀਆਂ ਸੁਣਾਵੇਗਾ। ਵਾਹ ਵਾਹ ਬੋਲੀ ਪੰਜਾਬੀ ਦਾ ਜੇ ਪਿਆਰ ਭੁੱਲ ਜਾਵਾਂਗੇ, ਗੁੰਮੇ ਹੋਏ ਬਾਲਾਂ ਵਾਂਗੂ ਸਤੈਤੀ ਉਲ ਜਾਵਾਂਗੇ। ਸਾਡਿਆਂ ਘਰਾਂ ਦੀ ਸਾਥ ਕੌਣ ਪਾਵੇਗਾ, ਕੌਣ ਸਾਡੇ ਵਿਹੜੇ ਦਿਲਾਂ ਵਾਲੇ ਵਿਹੜੇ ਰੋਸ਼ਨਾਵੇਗਾ, ਮਾਂ ਬੋਲੀ ਬਿਨਾਂ ਕੌਣ ਲੋਰੀਆਂ ਸੁਣਾਵੇਗਾ। ਜੀ ਬਹੁਤ ਇਸ ਅੱਛੇ। ਤੋਂ ਮੈਂ ਸ਼ੁਰੂ ਕਰਦਾ ਕਿ ਭਾਸ਼ਾ ਇੱਕ ਇਕੱਲੀ ਬੋਲੀ ਸੰਚਾਰ ਜਿਹੜੀ ਖਾਸ ਕਰਕੇ ਮਾਂ ਬੋਲੀ ਹੁੰਦੀ ਹੈ, ਸੰਚਾਰ ਦਾ ਸਾਧਨ ਨਹੀਂ ਹੁੰਦੀ ਗੀ। ਇਹਦੇ ਵਿੱਚ ਇੱਕ ਬਹੁਤ ਵੱਡਾ ਸਰਮਾਇਆ ਹੁੰਦਾ, ਬੜੀ ਵੱਡੀ ਚੇਤਨਾ ਹੁੰਦੀ ਹੈ, ਬੜੀ ਵੱਡੀ ਤਾਰੀਖ ਹੁੰਦੀ ਹੈ, ਬੜੀ ਵੱਡੀ ਸਿਆਣਪ ਪਈ ਹੁੰਦੀ ਹੈ। ਹੁਣ ਸਮੱਸਿਆ ਉਸ ਸਿਆਣਪ ਨੂੰ ਸਮਝਣ ਦੀ ਹੁੰਦੀ ਹੈ, ਤੇ ਸਮਝਣੀ ਕਿੰਨੇ ਹੁੰਦੀ ਹੈ, ਜਿਹਦੇ ਬਾਰੇ ਅਫਜ਼ਲ ਸਾਹਿਬ ਇਸ਼ਾਰਾ ਕਰ ਗਏ ਨੇ। ਵਿਦਵਾਨਾਂ ਨੇ, ਅਦੀਬਾਂ ਨੇ, ਮੀਤ ਸਾਹਿਬ ਇਸ਼ਾਰਾ ਕਰ ਗਏ ਨੇ ਕਿ ਮੌਕੇ ਦੇ ਜਿਨ੍ਹਾਂ ਅਦਾਰਿਆਂ ਨੂੰ, ਜਿਨ੍ਹਾਂ ਯੂਨੀਵਰਸਿਟੀਜ਼ ਨੂੰ, ਜਿਨ੍ਹਾਂ ਸਿੱਖਿਆ ਸੰਸਥਾਵਾਂ ਨੂੰ ਸੌਂਪੀ ਹੁੰਦੀ ਹੈ ਜ਼ਿੰਮੇਵਾਰੀ ਸਮਾਜ ਨੇ, ਔਰ ਸਮਾਜ ਉਹਨਾਂ ਨੂੰ ਇਹਦੇ ਵਾਸਤੇ ਆਪਣੀ ਪੂੰਜੀ ਦਿੰਦਾ ਹੈ, ਉਹਨਾਂ ਨੇ ਇਹ ਗੱਲ ਸੰਭਾਲਣੀ ਹੁੰਦੀ ਹੈ। ਔਰ ਚਿੰਤਾ ਦੀ ਗੱਲ ਵਾਕਈ ਬਹੁਤ ਹੈ ਕਿ ਜਿਹੜੇ ਚਾਹੇ ਅਦਾਰੇ ਸਰਕਾਰੀ ਨੇ ਚਾਹੇ ਗੈਰ ਸਰਕਾਰੀ, ਉਹਨਾਂ ਨੇ ਹੁਣ ਤੱਕ ਕੀਤਾ ਕੀ ਹੈ, ਇਹ ਮਸਲਾ ਆਉਂਦਾ ਹੈ ਕਿ ਉਹਨਾਂ ਨੇ, ਜਾਂ ਜਿਹੜੇ ਸਾਡੇ ਜਿਨ੍ਹਾਂ ਨੂੰ ਅਸੀਂ ਸਕਾਲਰ ਕਹਿੰਦੇ ਹਾਂ ਬਹੁਤ ਵੱਡੇ, ਉਹ ਕਰਦੇ ਕੀ ਨੇ। ਮੈਂ ਜਦੋਂ ਤੋਂ ਅਸੀਂ ਪੜ੍ਹਨ ਲੱਗੇ ਹਾਂ, ਜਾਂ ਜਦੋਂ ਤੋਂ MA MPhil ਜਾਂ ਜਿੰਨੀ ਵਿੱਦਿਆ ਲਈ ਹੈ, ਉਹ ਜਾਂ ਜਿੰਨੀਆਂ ਵੀ ਕੋਈ ਆਲੋਚਨਾ ਦੀਆਂ, ਕ੍ਰਿਟਿਸਿਜ਼ਮ ਦੀਆਂ ਕਿਤਾਬਾਂ ਦੇਖਦੇ ਆ, ਜਾਂ ਫਿਲਾਸਫੀ ਦੀਆਂ ਕਿਤਾਬਾਂ ਦੇਖਦੇ ਆ, ਉਹ ਕਰਦੇ ਕੀ ਨੇ, ਉਹ ਕਹਿ ਦਿੰਦੇ ਨੇ ਵੀ ਆਇਆ ਜੀ ਨਵਾਂ ਵਿਦਵਾਨ ਜਾਂ ਬੌਧਰੀ ਲਾਰਦ, ਇਹਨੇ ਦੱਸਿਆ ਵੀ ਦੁਨੀਆ ਇੱਕ ਛਲਾਵਾ ਬਣ ਚੁੱਕੀ ਹੈ। ਇਹਨੇ ਦੱਸਿਆ ਕਿ ਦੁਨੀਆ ਇੱਕ ਇਹ ਆਇਆ ਜੀ ਮਿਸ਼ੈਲ ਫੂਕੋ, ਇਹਨੇ ਦੱਸਣਾ ਕਿ ਕਿਵੇਂ ਸਾਨੂੰ ਜਿਹੜੀ ਦੁਨੀਆ ਹੈਗੀ ਹੈ, ਇਹ ਕਿਵੇਂ ਜਿਹੜੀ ਸੱਤਾ ਹੈਗੀ ਹੈ ਜੇਲ੍ਹ ਬਣਾ ਦਿੰਦੀ ਦੁਨੀਆ ਨੂੰ। ਫਿਰ ਕਹਿੰਦੇ ਨੇ ਜੀ ਇਹ ਹੈ ਜੀ ਨਵਾਂ ਵਿਦਵਾਨ ਰੋਲਾਂ ਬਾਰਥ, ਇਹਨੇ ਸਾਨੂੰ ਦੱਸਿਆ ਹੈਗਾ ਕਿ ਕਿਵੇਂ ਜਿਹੜਾ ਫੈਸ਼ਨ ਹੈ ਬੰਦੇ ਨੂੰ ਗੁਲਾਮ ਕਰ ਲੈਂਦਾ। ਤਾਂ ਹਰ ਵਿਦਵਾਨ ਦੀ ਗੱਲ ਕਰਦੇ ਨੇ, ਔਰ ਵਿਦਵਾਨ ਦੀ ਗੱਲ ਕਰਕੇ ਉਹਨੂੰ ਬੜੇ ਹੀ ਉਲਝਣ ਚ ਪਾ ਕੇ ਉਹ ਗੱਲ ਉੱਥੋਂ ਤੱਕ ਖਤਮ ਕਰਕੇ ਅੱਗੇ ਚਲੇ ਗਏ। ਫਿਰ ਸਮਝਾਉਂਦੇ ਨੇ ਵੀ T.S. ਇਲੀਅਟ ਦਾ ਇਹ ਹੈ ਜੀ ਕਲਾਸਿਕਵਾਦ, ਕਲਾਸਿਕ ਸਾਹਿਤ ਕਿਹੜਾ ਹੁੰਦਾ, ਦੱਸ ਕੇ ਕਲਾਸਿਕ ਕਹਿੰਦਾ ਕਿਹਨੂੰ, ਇਹ ਦੱਸ ਕੇ ਉਸ ਤੋਂ ਬਾਅਦ ਪੰਜਾਬੀ ਚ ਕਲਾਸਿਕ ਕਿਹੜਾ ਹੈਗਾ ਇਹਦੀ ਨਾਂ ਨਹੀਂ ਲੈਂਦੇ ਉਹ। ਮਤਲਬ ਉਹਨੂੰ ਉਹਨਾਂ ਦੇ ਬੱਚਿਆਂ ਦੇ ਪੱਲੇ ਨਹੀਂ ਪਾਉਣਾ ਕੁਛ, ਵੀ ਤੁਹਾਡੇ ਅੰਦਰ ਤੁਹਾਡੇ ਕੋਲੇ ਕਿਹੜਾ ਕਲਾਸਿਕ ਪਿਆ ਹੈਗਾ ਜਿਹਨੂੰ ਉਹ ਕਹਿ ਰਿਹਾ ਹੈਗਾ। ਠੀਕ ਹੈ ਜੀ। ਸੋ ਇਹ ਸਾਰਾ ਕੁਝ ਬਣੀਆਂ ਪਈਆਂ ਨੇ। ਇਹਦੇ ਲਈ MPhil ਦੇ ਖੋਜ ਕਾਰਜ ਬਹੁਤ ਹੋ ਰਹੇ ਨੇ। PhD ਦੀਆਂ ਜਿਹੜੇ ਵੱਡੇ ਵੱਡੇ ਮੋਟੇ ਮੋਟੇ ਥੀਸਿਸ ਨੇ, ਉਹ ਅਲਮਾਰੀਆਂ ਤੁਸੀਂ ਜਾ ਕੇ ਦੇਖੋ, ਅਲਮਾਰੀਆਂ ਵੀ ਟੁੱਟਣ ਤੇ ਆਈਆਂ ਹੋਈਆਂ ਨੇ ਇੰਨੀਆਂ ਖੋਜਾਂ ਤੇ। ਲੇਕਿਨ ਉਹਨਾਂ ਦੀ ਜਿਹੜੀ ਵਰਤੋਂ ਹੈ, ਉਹਨਾਂ ਦਾ ਜਿਹੜਾ ਫਾਇਦਾ ਹੈਗਾ, ਉਹ ਜਿਹਦੇ ਬਾਰੇ ਗੱਲ ਕੀਤੀ ਗਈ ਹੈ, ਜਾਂ ਉਹ ਆਮ ਇੱਕ ਪੰਜਾਬੀ ਨੂੰ, ਜਾਂ ਸਾਡੇ ਜਿਹੜੇ ਜਿਨ੍ਹਾਂ ਨੇ ਅਜੇ ਸਿੱਖਿਆ ਲੈਣੀ ਹੈ, ਉਹਨਾਂ ਲਈ ਉਹਨਾਂ ਚੀਜ਼ਾਂ ਦਾ ਕੀ ਲਾਹਾ ਹੋ ਰਿਹਾ ਹੈਗਾ, ਕੀ ਲਾਹਾ ਲੈ ਰਿਹਾ, ਇਹਦੇ ਬਾਰੇ ਕੋਈ ਵੀ ਗੱਲ ਸੋਚੀ ਨਹੀਂ ਜਾ ਰਹੀ। ਠੀਕ ਹੈ ਜੀ। ਹੁਣ ਮੈਂ ਕੱਲ ਸਾਡੇ ਮੇਰੇ ਪ੍ਰੋਫੈਸਰ ਸਾਹਿਬ ਨੇ, ਉਹਨਾਂ ਨਾਲ ਗੱਲ ਕਰ ਰਹੇ ਜਰੋਰ ਸਿੰਘ ਚੀਮਾ ਜੀ। ਉਹ ਹੁਣ ਅਸੀਂ ਦਵਿੰਦਰ ਸਤਿਆਰਥੀ ਇੱਕ ਵਾਰ ਕਹਿੰਦੇ ਗਾਂਧੀ ਨੂੰ ਮਿਲਣ ਗਿਆ, ਗਾਂਧੀ ਜੀ ਨੂੰ, ਉੱਥੇ ਸੱਤਿਆਗ੍ਰਹਿ ਅੰਦੋਲਨ ਚੱਲ ਰਿਹਾ ਸੀ, ਤੇ ਦਵਿੰਦਰ ਸਤਿਆਰਥੀ ਉਦੋਂ ਪੰਜਾਬੀ ਜਿਹੜੇ ਬੋਲੀਆਂ ਟੱਪੇ ਇਕੱਠੇ ਕਰ ਰਿਹਾ ਸੀ, ਲੋਕ ਸਾਹਿਤ ਇਕੱਠਾ ਕਰ ਰਿਹਾ। ਉਹ ਕਹਿੰਦਾ ਜੀ ਮੈਂ ਮਿਲਣਾ ਹੈ ਉਹਨਾਂ ਨੂੰ, ਗਾਂਧੀ ਜੀ ਨੂੰ, ਤੇ ਉਹ ਕਹਿੰਦੇ ਵਕਤ ਨਹੀਂ ਗਾ ਉਹਨਾਂ ਕੋਲੇ, ਤੇ ਬੜੇ ਹੀ ਮੁਸ਼ਕਲ ਨਾਲ ਉਹਨਾਂ ਨੂੰ ਕਹਿੰਦੇ 1 ਮਿੰਟ ਦਿੱਤਾ, ਤੇ ਉਹ ਕਹਿੰਦਾ ਵੀ 1 ਮਿੰਟ ਵਿੱਚ ਹੀ ਮੈਂ ਆਪਣੀ ਗੱਲ ਖਤਮ ਕਰ ਦਿਆਂਗਾ। ਉਹਨਾਂ ਨੇ ਸਿਰਫ ਇੰਨੀ ਗੱਲ ਆਖੀ, ਕਹਿੰਦੇ ਵੀ ਜਿੰਨੇ ਤੁਸੀਂ ਪ੍ਰਵਚਨ ਕਰ ਰਹੇ ਹੋ, ਜਿੰਨੇ ਵੱਡੇ ਵੱਡੇ ਮੁਜ਼ਾਹਰੇ ਕਰਕੇ ਲੋਕਾਂ ਨੂੰ ਸਮਝਾ ਰਹੇ ਹੋ, ਅੰਗਰੇਜ਼ਾਂ ਦੇ ਖਿਲਾਫ ਗੱਲ ਕਰ ਰਹੇ ਹੋ, ਵੀ ਸਾਡੇ ਪੰਜਾਬੀ ਦਾ ਵੀ ਇੱਕ ਲਫ਼ਜ਼ ਸੁਣ ਲਓ। ਪੰਜਾਬੀ ਦਾ ਲਫ਼ਜ਼ ਕੀ ਸੀ? ਇੱਕ ਨਿੱਕਾ ਜਿਹਾ ਉਹਨਾਂ ਨੇ ਇੱਕ ਤੁਕੀ ਬੋਲੀ, ਰੱਬ ਮਰ ਗਿਆ
ਦੇਵਤੇ ਭੱਜ ਗਏ ਰਾਜ ਫਰੰਗੀਆਂ ਦਾ। ਅੱਛਾ। ਜਦੋਂ ਇਹ ਗੱਲ ਬੋਲੀ, ਉਹ ਕਹਿੰਦੇ ਅਸੀਂ ਗੱਲ ਕਰ ਰਹੇ ਹਾਂ ਅਸਲ 'ਚ, ਮੈਨੂੰ ਉਹ ਹੱਸਣ ਲੱਗ ਗਏ ਜਲੋਰ ਸਿੰਘ ਖੀਵਾ ਜੀ। ਕਹਿੰਦੇ ਤੂੰ ਕਿਹਾ ਵੀ ਉਹ ਜਿਹੜਾ ਨੀਤਸ਼ੇ ਦੇ ਮਹਾਮਾਨਵ ਬਾਰੇ ਗੱਲ ਕੀਤੀ ਹੈ, ਤੇ ਉਹ ਕਹਿੰਦਾ ਨਾ ਵੀ ਰੱਬ ਮਰ ਗਿਆ, ਉਹਦਾ ਇੱਕੋ ਵਾਕ ਬੜਾ ਮਸ਼ਹੂਰ ਹੈ ਵੀ ਰੱਬ ਮਰ ਗਿਆ। ਕਹਿੰਦਾ ਵੀ ਆਹ ਜਿਹੜਾ ਪੰਜਾਬੀ ਇਹ ਬੋਲੀ ਉਚਰੀ ਹੈ, ਰੱਬ ਮਰ ਗਿਆ ਦੇਵਤੇ ਭੱਜ ਗਏ ਰਾਜ ਫਰੰਗੀਆਂ ਦਾ, ਇਹਨੇ ਕਿਹੜਾ ਨੀਤਸ਼ੇ ਪੜ੍ਹਿਆ ਹੋਊਗਾ ਤੇ ਕਿਹੜਾ ਇਹਨੇ ਵਿਦਵਤਾ ਲਈ ਹੋਏਗੀ। ਕਹਿੰਦਾ ਮੇਰਾ ਇੱਕ ਇਸ਼ਾਰਾ ਇਹ ਹੈ ਜੀ ਵੀ ਸਾਡੇ ਬੋਲੀਆਂ 'ਚ, ਸਾਡੇ ਲੋਕ ਸਾਹਿਤ ਵਿੱਚ, ਸਾਡੇ ਉਸ ਬਾਬਿਆਂ ਦੇ ਸਾਹਿਤ ਵਿੱਚ ਜਿੰਨੀ ਗੱਲ ਆਪਾਂ ਕਰ ਚੁੱਕੇ ਨੇ, ਉਹ ਗੱਲਾਂ ਪਈਆਂ ਨੇ। ਉਹਨਾਂ ਨੂੰ ਐ ਨੀ ਗਾ ਕਿ ਵਿਦਵਾਨ ਗੱਲਾਂ ਨਹੀਂ ਕਰਦੇ, ਜਿਹੜੇ ਵਿਦਵਾਨ ਵੱਡੇ ਨੇ ਵੀ ਇੱਕ ਛੋਟੇ ਨੇ, ਇਹਨਾਂ ਨੇ ਉਮਰਾਂ ਲਾਈਆਂ ਨੇ, ਲੇਕਿਨ ਗੱਲ ਤਾਂ ਇਹ ਹੈ ਕਿ ਉਸ ਗਿਆਨ ਦਾ ਸਿਲਸਿਲਾ ਕਿਵੇਂ ਚਾਲੂ ਹੋਵੇ। ਇਹ ਉਨੀ ਦੇਰ ਚਾਲੂ ਨਹੀਂ ਹੋ ਸਕਦਾ ਜਿੰਨੀ ਦੇਰ ਅਸੀਂ ਇਹਨਾਂ ਦਾ ਤਾਲਮੇਲ ਨਹੀਂ ਕਰਾਂਗੇ। ਸਾਡੀ ਸਦਬੁੱਧੀ, ਸਾਡੀ ਨੀਅਤ, ਸਾਡਾ ਜਿਹੜਾ ਸਮਰਪਣ ਹੈਗਾ ਇਹਦੇ ਪ੍ਰਤੀ, ਉਹ ਸਾਨੂੰ ਮੰਨ ਲਓ, ਮੈਂ ਗੱਲ ਕਰ ਰਿਹਾ ਸੀਗਾ ਵੀ ਜਦੋਂ ਕੋਈ ਇਹ ਵਿਦਵਾਨ ਗੱਲ ਕਰਦੇ ਨੇ ਵੀ ਦੁਨੀਆ ਛਲਾਵਾ ਹੈ, ਜਾਂ ਜਿਹੜਾ ਤੁਸੀਂ ਮਹਾਮਾਨਵ ਦੀ ਗੱਲ ਕੀਤੀ ਹੈ, ਉਹ ਗੱਲ ਕਰ ਰਿਹਾ ਵੀ ਇੱਕ ਲਘੂ ਮਾਨਵ ਹੁੰਦਾ, ਲਘੂ ਮਤਲਬ ਛੋਟਾ ਬੰਦਾ ਹੁੰਦਾ, ਤੇ ਇੱਕ ਹੁੰਦਾ ਮਹਾਮਾਨਵ। ਠੀਕ ਹੈ ਜੀ, ਇੱਕ ਸੋਹਣਾ ਬੰਦਾ ਹੁੰਦਾ, ਇੱਕ ਉੱਚਾ ਹੁੰਦਾ। ਜਦੋਂ ਮੈਂ ਕੰਮ ਕਰ ਰਿਹਾ ਸੀ ਉਹਦੇ ਤੇ, ਤਾਂ ਮੈਨੂੰ ਭਗਤ ਸ੍ਰੀ ਗੁਰੂ ਰਵਿਦਾਸ ਜੀ ਦਾ ਇੱਕ ਸ਼ਬਦ ਮੇਰੇ ਸਾਹਮਣੇ ਆਇਆ। ਉਹ ਕਹਿੰਦਾ ਵੀ ਜਿਹੜਾ ਬੌਣਾ ਬੰਦਾ ਕਿਹੋ ਜਿਹਾ ਹੁੰਦਾ, ਜਦੋਂ ਨੀਤਸ਼ੇ ਕਹਿੰਦਾ ਬੌਣਾ ਬੰਦਾ ਕਿਹੋ ਜਿਹਾ ਹੁੰਦਾ, ਕਹਿੰਦਾ ਵੀ ਜਿਹੜਾ ਨਿੱਕੀ ਜਿਹੀ ਗਮੀ ਆਵੇ ਤਾਂ ਸਿਰ ਸੁੱਟ ਕੇ ਬੈਠ ਜਾਂਦਾ, ਖੁਸ਼ੀ ਆਵੇ ਤਾਂ ਟਪੂਕੀਆਂ ਮਾਰਦਾ, ਇਹ ਬੌਣਾ ਬੰਦਾ। ਬੌਣਾ ਬੰਦਾ ਇੱਕ ਨਾਲੇ ਵਰਗਾ ਹੁੰਦਾ, ਛੋਟੇ ਨਾਲੇ ਹੁੰਦੇ ਨੇ, ਤੇ ਜਿਹੜਾ ਮਹਾਮਾਨਵ ਸਮੁੰਦਰ ਵਰਗਾ ਹੁੰਦਾ। ਤੇ ਜਦੋਂ ਮੈਂ ਗੁਰੂ ਰਵਿਦਾਸ ਜੀ ਦਾ ਇੱਕ ਸ਼ਬਦ ਪੜ੍ਹ ਰਿਹਾ ਸੀਗਾ ਕਿ ਮਾਟੀ ਕਾ ਪੁੱਤਰਾ ਕੈਸੇ ਨਚਤ ਹੈ, ਦੇਖੇ ਦੇਖੇ ਸੁਨੇ ਬੋਲੇ ਦੌਰਿਓ ਫਿਰਤ ਹੈ, ਜਬ ਕਿਛ ਪਾਵੇ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ। ਮੈਂ ਜਿਹੜਾ ਬੌਣੇ ਮਨੁੱਖ ਦੀ ਸਥਿਤੀ ਹੈ, ਜਾਂ ਬੌਣੇ ਮਨੁੱਖ ਦਾ ਚਿੱਤਰ ਹੈ, ਇਹ ਨਹੀਂ ਖਿੱਚ ਰਹੇ ਕਿ ਸਾਡੇ ਇਹਨਾਂ ਨੇ ਵੀ ਸਾਨੂੰ ਪੇਸ਼ ਕਰਤਾ। ਤੁਹਾਨੂੰ ਸਵਾਲ ਤਾਂ ਇਹ ਹੈ, ਜਦੋਂ ਉਹ ਖੁਦ ਨੂੰ ਜਾਣਨ ਲਈ ਕਹਿੰਦੇ ਨੇ ਆਪਣੇ ਆਪ ਦੇ ਸਵੈ ਨੂੰ, ਤਾਂ ਉਸ ਵੇਲੇ ਜਦੋਂ ਸਾਈਂ ਬੁੱਲੇ ਸ਼ਾਹ ਕਹਿੰਦੇ ਨੇ ਜੀ ਕਿਹੜੀ ਭੁੱਲ ਭੁਲਾਇਆ ਤੈਨੂੰ, ਤੇਰਾ ਖੋਲ ਅੱਖੀ ਤੂੰ ਹੈ ਗੈਰੀ ਮੈਨੂੰ ਪਤਾ ਲੱਗੇ ਤੂੰ ਇੱਕੋ ਪੜਿਆ ਇੱਕੋ ਟਿਕਣਾ, ਕੌਣ ਕਹੇ ਤੂੰ ਹੈ ਹਸਤੀ ਛੱਡ ਕੇ ਵੇਖ ਜਿਹਦਾ ਨਾਮ ਜਪੇ ਤੂੰ ਹੈ। ਸੱਚੇ ਹੋਣ ਦੀ ਗੱਲ ਹੈ। ਮਸਲਾ ਤਾਂ ਇਹ ਹੈ ਨਾ ਜੀ, ਜਿਹੜੀ ਦੁਨੀਆ ਦੀ ਪੂਰੀ ਫਿਲਾਸਫੀ ਹੈ, ਪੂਰਾ ਦਰਸ਼ਨ ਹੈ, ਉਹਦੇ ਵਿੱਚ ਮਸਲੇ ਤਾਂ ਤਿੰਨ ਹੀ ਨੇ ਕਿ ਮਨੁੱਖ ਕੀ ਹੈ, ਮਨੁੱਖ ਕਾਹਦੇ ਲਈ ਆਇਆ, ਸ੍ਰਿਸ਼ਟੀ ਕੀ ਹੈ, ਮਨੁੱਖ ਦਾ ਅੰਤਮ ਮਨੋਰਥ ਕੀ ਹੈ ਜ਼ਿੰਦਗੀ ਦਾ। ਤੇ ਜਦੋਂ ਇਹਨਾਂ ਗੱਲਾਂ ਨੂੰ ਅਸੀਂ ਆਪਣੀ ਪੰਜਾਬੀ ਭਾਸ਼ਾ ਦੇ ਨਾਲ ਜੋੜ ਕੇ ਦੇਖਾਂਗੇ, ਇਹਦੇ ਸਾਹਿਤ ਨੂੰ, ਇਹਦੀਆਂ ਬੁਲੰਦੀਆਂ ਨੂੰ ਛੋਹ ਕੇ, ਕਿ ਇਹਦੇ ਵਿੱਚ ਕਿਹੜੀਆਂ ਉਹ ਤਹਿਆਂ ਪਈਆਂ ਨੇ, ਕਿਹੜੀਆਂ ਪਰਤਾਂ ਪਈਆਂ ਨੇ, ਜਦੋਂ ਉਹਨਾਂ ਨੂੰ ਦੇਖਾਂਗੇ ਤਾਂ ਉਸ ਵੇਲੇ ਇਹਦੀ ਸਮਝ ਲੱਗੇਗੀ, ਇਹਦੀ ਉਚਾਈ ਸਮਝ ਲੱਗੇਗੀ। ਤੇ ਇਸ ਉਚਾਈ ਤੋਂ ਵਾਕਫ ਕਰਾਉਣਾ ਸਾਡੇ ਮੌਜੂਦਾ ਵਿਦਿਆਰਥੀਆਂ ਨਾਲ, ਅਧਿਆਪਕਾਂ ਨਾਲ ਬੜਾ ਜ਼ਰੂਰੀ ਹੈ। ਕਿਉਂਕਿ ਤਾਂ ਹੀ ਦੇਖੋ, ਮਨੁੱਖ ਦਾ ਸੁਭਾਅ ਬੁਨਿਆਦੀ ਤੌਰ ਤੇ ਜਿਹੜਾ ਉਹਦਾ ਉਹ ਲਾਲਚੀ ਹੈ। ਇਸ ਗੱਲ ਨੂੰ ਤਾਂ ਮੰਨਣਾ ਪਏਗਾ ਕਿ ਮਨੁੱਖ ਦੇ ਅੰਦਰ ਕਿਤੇ ਨਾ ਕਿਤੇ ਲਾਲਚ ਹੈ। ਕੋਈ ਵੀ ਚੀਜ਼, ਜਿਵੇਂ ਮੀਠਾ ਕਿਹਾ ਵੀ ਜਿੱਥੋਂ ਰੁਜ਼ਗਾਰ ਮਿਲਦਾ ਭਾਸ਼ਾ ਸਿੱਖ, ਲੇਕਿਨ ਜਿੱਥੋਂ ਜੀਵਨ ਮਿਲਦਾ ਉਹਨੂੰ, ਜਿੱਥੋਂ ਉਹਨੂੰ ਜੀਵਨ ਦਾ ਸਾਰ ਲੱਭਦਾ ਹੈ, ਜਿੱਥੋਂ ਉਹਦੀ ਆਤਮਾ ਤ੍ਰਿਪਤ ਹੁੰਦੀ ਹੈ, ਉਹ ਵੀ ਤੇ ਉਹਨੂੰ ਸਧਾਰਨ ਗੱਲ ਹੈ ਜੀ ਬਈ, ਸੈਮੀਨਾਰ ਕਰਵਾਏ ਜਾਂਦੇ ਨੇ, ਸੈਮੀਨਾਰ ਤੇ ਕਾਨਫਰੰਸ, ਜਿਹਦੇ ਬਾਰੇ ਮੀਤ ਸਾਹਿਬ ਹੋਰੀ ਗੱਲ ਕਰਕੇ ਗਏ ਨੇ। ਔਰ ਮੈਂ ਹੈਰਾਨ ਹੈ ਕਿ ਜਿਹੜੇ ਵਿਦਿਆਰਥੀਆਂ ਨੇ ਖੋਜ ਪੱਤਰ ਲਿਖਣਾ ਹੁੰਦਾ, ਉਹਨਾਂ ਤੋਂ 300 ਰੁਪਇਆ, ਜੇ ਛੋਟਾ ਕਾਲਜ ਹੈ ਤਾਂ ਕੋਈ, ਜੇ ਵੱਡਾ ਥੋੜਾ ਜਿਹਾ 500 ਰੁਪਇਆ, ਜੇ ਕੋਈ ਯੂਨੀਵਰਸਿਟੀ ਤਾਂ 1000 ਰੁਪਇਆ, ਉਹਨਾਂ ਤੋਂ ਲਿਆ ਜਾਂਦਾ ਵੀ ਤੁਸੀਂ ਪੇਪਰ ਪੜ੍ਹਨਾ ਨਾ ਇੱਥੇ, ਤਾਂ ਤੁਸੀਂ ਇਹ ਫੀਸ ਜਮ੍ਹਾਂ ਕਰਾਓ ਸਾਡੀ। ਹੁਣ ਤੁਸੀਂ ਇਹ ਦੱਸੋ, ਇੱਕ ਖੋਜੀ ਬੰਦੇ ਨੂੰ ਖੋਜ ਕਰਨ ਦੇ ਪੈਸੇ ਦੇਣੇ ਚਾਹੀਦੇ ਆ ਕਿ ਉਹ ਤਾਂ ਲੈਣੇ ਚਾਹੀਦੇ ਨੇ? ਫਿਰ ਉਹ ਕਿਰਾਇਆ ਵੀ ਲਾਉਂਦਾ, ਜਾਂਦਾ ਵੀ ਹੈ। ਤੇ ਅੱਛਾ, ਉੱਥੇ ਹੀ ਜਿਹੜੇ ਬੰਦਿਆਂ ਨੇ ਕੁਛ ਨਹੀਂ ਕਹਿਣਾ ਹੁੰਦਾ ਭਾਸ਼ਾ ਬਾਰੇ, ਜਿਹਨਾਂ ਨੂੰ ਕੁਛ ਵੀ ਨਹੀਂ ਪਤਾ ਹੁੰਦਾ, ਉਹ ਕੋਈ ਸੱਤਾ ਦਾ ਜਾਂ ਕੋਈ ਕੁਰਸੀ ਵਾਲਾ ਬੰਦਾ ਹੁੰਦਾ ਹੈ, ਉਹਨੂੰ ਬੁਲਾਇਆ ਜਾਂਦਾ, ਉਹਨੂੰ ਆਉਣ ਜਾਣ ਦਾ ਚੰਗਾ ਕਿਰਾਇਆ ਵੀ ਦਿੱਤਾ ਜਾਂਦਾ, ਲੋਈ ਵੀ ਦਿੱਤੀ ਜਾਂਦੀ ਹੈ, ਉਹਨੂੰ ਬੁੱਕੇ ਵੀ ਦਿੱਤੇ ਜਾਂਦੇ ਨੇ, ਉਹਦੀ ਸੇਵਾ ਵੀ ਬੜੀ ਹੁੰਦੀ ਹੈ, ਉਹ ਤੇ ਖਰਚ ਕੀਤਾ ਜਾਂਦਾ ਹੈਗਾ। ਸੋ ਪਾੜਾ ਦੇਖੋ ਕਿੱਥੇ ਹੈ। ਮਾਂ ਬੋਲੀ ਸਾਨੂੰ ਦੇ ਜਿਹੜੇ ਅਦੀਬ ਨੇ, ਉਹ ਕਿਰਤ ਨਾਲ ਜੁੜਨ ਵਾਸਤੇ ਕਹਿ ਰਹੇ ਨੇ, ਕਿਰਤ ਦਾ ਮੁੱਲ ਪਾਉਣ ਲਈ ਕਹਿ ਰਹੇ ਨੇ। ਠੀਕ ਹੈ ਜੀ। ਉਹ ਬਾਬਾ ਕਹਿ ਰਿਹਾ ਹੈਗਾ, ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ, ਇੰਨੀ ਠੱਗੀ ਜੱਗ ਠੱਗਿਆ ਕਿਹਨੇ ਨਾ ਰੱਖੀ ਲੱਜ।
ਹੁਣ ਉਹ ਠੱਗ ਕਹਿ ਰਿਹਾ। ਔਰ ਅਸੀਂ ਕੀ ਕਰ ਰਹੇ ਹਾਂ, ਇੱਕ ਸੈਮੀਨਾਰ ਦਾ ਆਯੋਜਨ ਕਰਕੇ ਉਹਨਾਂ ਠੱਗਾਂ ਦੇ ਗੱਲ ਵਿੱਚ ਲੋਈਆਂ ਪਾ ਰਹੇ ਹਾਂ, ਉਹਨਾਂ ਨੂੰ ਪੈਸੇ ਦੇ ਰਹੇ ਹਾਂ, ਲੇਕਿਨ ਜਿਹੜਾ ਬੰਦਾ ਮੁਸ਼ੱਕਤ ਕਰ ਰਿਹਾ ਉਦੋਂ ਪੈਸੇ ਲੈ ਰਹੇ ਆ। ਠੀਕ ਹੈ ਜੀ, ਹੋ ਸਕਦਾ ਵੇਖ ਲਓ ਵੀ ਹੁਣ ਨਾਨਕ ਬਾਰੇ ਕਿੱਡਾ ਕੁ ਉਹਦਾ ਮਕਸਦ ਹੱਲ ਹੋ ਜਾਏਗਾ ਉਹਦੇ ਨਾਲ। ਠੀਕ ਹੈ ਜੀ, ਜਾਂ ਅਸੀਂ ਕਿੰਨਾ ਕੁ ਉਹਦੀ ਪ੍ਰਾਪਤੀ ਕਰ ਲਾਂਗੇ। ਇਹ ਸਾਡੀ ਬੜੀ ਸੋਹਣੀ ਤੁਸੀਂ ਗੱਲ ਕੀਤੀ ਜੀ, ਬੜੀ ਇਸੇ ਸਵਾਲੇ ਨਾਲ। ਅੱਛਾ ਜੀ ਮਾਸਟਰ, ਅੱਛਾ ਮੈਂ ਸਾਡਾ ਨਾ ਜੀ ਇਹ ਖਿਆਲ ਸੀ ਕਿ ਜਿਹੜਾ ਇਹ ਕੰਮ ਅਸੀਂ ਕਰ ਰਹੇ ਹਾਂ ਨਾ ਜੀ, ਇਹ ਇੱਕ ਜਿਹੜਾ ਬੰਦਾ ਸਾਡੇ ਕੋਲ ਆਏ ਨੇ ਮਾਨਯੋਗ ਪ੍ਰਾਹੁਣੇ, ਇੱਕ ਪ੍ਰੋਗਰਾਮ ਇੱਕ ਬੰਦੇ ਨਾਲ ਹੋਣਾ ਚਾਹੀਦਾ। ਲੇਕਿਨ ਚਲੋ ਗੱਲ ਦਾ ਸ਼ੁਰੂਆਤ ਕਰੀਏ, ਔਰ ਕਿਤੇ ਨਾ ਕਿਤੇ ਗੱਲ ਆਪਣੇਗੀ ਮਾਂ ਬੋਲੀ ਦੀ। ਜਿਹੜੀ ਗੱਲ ਤੁਸੀਂ ਕੀਤੀ ਤਿੰਨਾਂ ਦੋਸਤਾਂ ਨੇ, ਉਹ ਸਾਰੀਆਂ ਗੱਲਾਂ ਬਿਲਕੁਲ ਮੈਂ ਉਹਦਾ ਕਾਲ ਲੋਕ ਬੜੀ ਪਸੰਦ ਵੀ ਕਰ ਰਹੇ ਨੇ। ਕਿ ਮੈਂ ਸਮਝਦਾ ਜੇ ਸਰਕਾਰਾਂ ਸਾਡੀ ਮਰਜ਼ੀ ਨਾਲ ਨਹੀਂ ਕੀਤੀਆਂ ਤੇ ਅਸੀਂ ਜਿੱਥੇ ਜਿੱਥੇ ਕੁਝ ਕਰ ਸਕਦੇ ਹਾਂ ਉੱਥੇ ਤੇ ਕਰੀਏ। ਜਿਵੇਂ ਮੈਂ ਅਫਜ਼ਲ ਸਾਹਿਬ ਦੇ ਪ੍ਰੋਗਰਾਮ 'ਚ ਗਿਆ ਤਾਂ ਮੈਂ ਵੇਖਿਆ ਕਿ ਕਈ ਬੀਬੀਆਂ ਨੇ ਕਿਹਾ ਕਿ ਅਸੀਂ MA ਪੰਜਾਬੀ ਇਹਦੇ ਕਹਿਣ ਤੇ ਕੀਤਾ ਹੈ, ਤੇ ਇੱਕ ਬੰਦਾ ਇੱਕ ਰੇਡੀਓ ਤੇ ਬਹਿ ਕੇ ਆਪਣਾ ਕੰਮ ਕਰ ਰਿਹਾ ਹੈ, ਇੱਕ ਬੰਦਾ ਕਾਲਜ ਬਹਿ ਕੇ ਕਰ ਰਿਹਾ ਹੈ। ਤੇ ਸਾਨੂੰ ਉਹ ਤੇ ਨਹੀਂ ਕਿਸੇ ਨੇ ਮਨਾ ਕੀਤਾ ਨਾ ਜੀ ਆਪਣਾ ਕੰਮ ਕਰਨ ਲਈ। ਤੇ ਮੈਂ ਚਾਹਾਂਗਾ ਹੁਣ ਲੋਕਾਂ ਦਾ ਨਾ ਜੀ ਸਾਡਾ ਟਾਈਮ ਕਾਫੀ ਹੋ ਗਿਆ, ਰਹਿ ਗਿਆ ਪਿੱਛੇ, ਥੋੜਾ ਵਕਤ ਰਹਿ ਗਿਆ। ਅਫਜ਼ਲ ਸਾਹਿਬ ਨੂੰ ਕਲਾਮ ਸੁਣਨਾ ਚਾਹੁੰਦੇ ਨੇ ਦੋਸਤ, ਉਹਨਾਂ ਦੇ ਕਮੈਂਟ ਆ ਰਹੇ ਨੇ, ਕੋਈ ਸ਼ਾਇਦ ਆਪਣੀ ਸਾਂਝੀ ਕਰ ਦੇਣ, ਕਿਉਂਕਿ ਤੇਰੀ ਹਵਾਲਾ ਵੀ ਬਹੁਤ ਉਗੜਦਾ ਹੈ। ਅਫਜ਼ਲ ਸਾਹਿਬ ਵੀ ਕੋਈ ਸ਼ਾਇਦ ਸੁਣਾਓ। ਬੜੀ ਮੁਹੱਬਤ ਜੀ। ਮੈਂ ਤੇ ਸੂਰਤ-ਹਾਲ ਜੋ ਗੱਲਾਂ ਹੋਈਆਂ ਨੇ, ਜੋ ਸੈਨ ਜੀ ਹੋਰਾਂ ਕੀਤੀਆਂ ਔਰ ਜੋ ਦਵਿੰਦਰ ਸੈਫੀ ਹੋਰਾਂ ਨੇ ਕੀਤੀਆਂ, ਇਹ ਜੋ ਸਾਡਾ ਅੱਜ ਦਾ ਮੁੱਦਾ ਹੈ ਜਿਹਦੇ ਤੇ ਅਸੀਂ ਜੁੜੇ ਹਾਂ, ਖਾਸ ਤੌਰ ਤੇ ਮਾਂ ਬੋਲੀ ਦੀਆਂ ਲੋੜਾਂ ਥੋੜਾਂ ਦੀ ਗੱਲ ਹੈ। ਤੇ ਇਹ ਪੜ੍ਹਾਈ ਲਿਖਾਈ ਔਰ ਕੁਝ ਜਿਹੜੇ ਇੰਸਟੀਟਿਊਸ਼ਨਸ ਨੇ ਜਾਂ ਜਿਹੜੇ ਅਦਾਰੇ, ਜਿਹੜੀਆਂ ਸੱਥਾਂ ਪੰਜਾਬੀ ਵਾਸਤੇ ਡਿਪਾਰਟਮੈਂਟਸ ਕਰ ਲਓ, ਇੱਕ ਤੇ ਉਹਨਾਂ ਦੇ ਨਾਲ ਸਾਡੇ ਦੋਵਾਂ ਮਿੱਤਰਾਂ ਨੇ ਉਹ ਗਿਲੇ ਜਿਹੜੇ ਨੇ ਇਹ ਕੀਤੇ ਸਾਂਝੇ ਕਿ ਵੀ ਇਹ ਢੁਕਵਾਂ ਕੰਮ ਨਹੀਂ ਪਏ ਕਰਦੇ। ਦੂਜਾ ਜਿਹੜੀ ਅਦਾਰੇ ਜਿਹੜਾ ਉਹਨਾਂ ਦਾ ਟੀਚਾ ਸੀ ਯੂਨੀਵਰਸਿਟੀਆਂ ਦਾ, ਉਹ ਵੀ ਉਹਦੇ ਉੱਤੇ ਪੂਰੇ ਨਹੀਂ ਨਿਤਰੇ, ਪੂਰੇ ਨਹੀਂ ਉਤਰੇ। ਇਹਦਾ ਮਤਲਬ ਹੈ ਕਿ ਜਿਹੜੇ ਇਸ ਵੇਲੇ ਬੋਲੀ ਸਰਕਾਰੀ ਕਰਿੰਦਿਆਂ ਦੇ ਹੱਥ ਆਈ ਤੇ ਉਹਨਾਂ ਦੇ ਕੋਲ ਕੋਈ ਐਸੀ ਵਿਉਂਤ ਜਾਂ ਸੋਚ ਨਹੀਂ ਸੀ, ਉਹ ਉਹਨਾਂ ਦੇ ਵੱਸ 'ਚ ਨਹੀਂ ਸੀ, ਸਰਕਾਰ ਦੀ ਇੱਛਾ ਜਾਂ ਏਜੰਡਾ ਹੀ ਨਹੀਂ ਹੈ। ਠੀਕ ਹੈ ਕਿ ਉਹ ਕੁਝ ਕਰਨਾ ਚਾਹ ਰਹੇ ਹੋਣ, ਸੱਚੀ ਮੁੱਚੀ ਕੋਈ ਡਿਵੈਲਪਮੈਂਟ ਚਾਹ ਰਹੇ ਹੋਣ ਪੰਜਾਬੀ ਬੋਲੀ ਦੀ। ਚੜ੍ਹਦੇ ਪੰਜਾਬ ਦੇ ਵਿੱਚ ਇਹ ਦੋਵਾਂ ਜੀਆਂ ਦੀ ਗੱਲਾਂ ਤੋਂ ਇਹ ਗੱਲ ਆਈ ਹੈ ਸਾਹਮਣੇ ਕਿ ਵੀ ਇੱਕ ਤੇ ਇਹ ਜੋ ਕੁਝ ਜਿਹੜੇ ਜਥੇਬੰਦੀਆਂ ਹੋ ਰਹੀਆਂ ਨੇ, ਜਿਹੜੀਆਂ ਇਹ ਕਰਦੇ ਪਏ ਨੇ, ਇਹ ਕੋਈ ਠੀਕ ਲੋਕ ਨਹੀਂ, ਇਹ ਠੀਕ ਤਰ੍ਹਾਂ ਨਹੀਂ ਕਰ ਪਾਏ। ਦੂਸਰਾ ਸਰਕਾਰ ਨਹੀਂ ਕਰਨ ਦਿੰਦੀ, ਤੇ ਅਸੀਂ ਆਪਣਾ ਇੱਧਰ ਦਾ ਰੋਣਾ ਰੋਣੇ ਆ, ਔਰ ਰੋਣਾ ਕੋਈ ਛੋਟਾ ਵੀ ਨਹੀਂ ਹੈ, ਔਰ ਅਸੀਂ ਹੈ ਵੀ ਥੋੜੇ ਨਹੀਂ ਹੈਗੇ ਕਿ ਅਸੀਂ ਗੱਲ ਕਰੀਏ ਬੋਲੀ ਦੀ ਰੂਹ ਦੀ, ਉਹਦੇ ਅਸਰ ਦੀ, ਉਹਦੀ ਬੰਦੇ ਦੇ ਨਾਲ ਜੁੜਤ ਦੀ, ਉਹਦੀ ਪੂਰੀ ਨੇਚਰ ਨਾਲ, ਕੁਦਰਤ ਦੇ ਨਾਲ ਜੁੜਤ ਦੀ, ਉਹਦੀ ਆਪਣੀ ਕੌਨਸ਼ੀਅਸਨੈਸ ਦੀ, ਉਸ ਦੀ ਪੂਰੀ ਸੋਚਣ ਦੀ ਇੱਕ ਜਿਹੜੀ ਉਪਜ ਹੈ, ਉਹਦੀ ਜਿਹੜੀ ਉਪਜ ਅੱਗੇ ਹੁਣੇ ਜਿਵੇਂ ਸੈਫੀ ਹੋਰਾਂ ਨੇ ਗੱਲ ਕੀਤੀ ਕਿ ਵੀ ਜਿਹੜੇ ਸਾਡਾ ਜਿਹੜੀ ਲਿਖਤ ਹੈ, ਇਹਨਾਂ ਨੇ ਜਿਹੜੀ ਕਵਿਤਾ ਸੁਣਾਈ ਉਹ ਨਰੋਲ ਸੀ। ਜਿਹੜੀ ਇਹਨਾਂ ਨੇ ਗੱਲ ਕੀਤੀ ਜਾਂ ਸੈਨ ਜੀ ਹੋਰਾਂ ਨੇ ਜਿਹੜੀ ਗੱਲ ਕੀਤੀ ਹੈ, ਜਿਹਦੇ ਵਿੱਚ ਮਹੱਤਵਪੂਰਨ ਵੀ ਆਇਆ ਤੇ ਬੁੱਧੀਜੀਵੀ ਵੀ ਆਇਆ, ਜਿਹਦੇ ਵਿੱਚ ਮਾਤ ਭਾਸ਼ਾ ਵੀ ਆਇਆ ਤੇ ਪ੍ਰਸ਼ਾਸਨਿਕ ਵੀ ਆਇਆ ਤੇ ਰਾਜਨੀਤਿਕ ਵੀ ਆਇਆ ਤੇ ਆਪਣਾ ਸ਼ਬਦਾਵਲੀ ਤੇ ਸਥਾਪਨਾ ਤੇ ਸੱਭਿਆਚਾਰ, ਇਹ ਸਾਰੀ ਸ਼ਬਦਾਵਲੀ ਆਈ ਹੈ, ਇਹ ਸਾਰੇ ਲਫ਼ਜ਼ਾਵਲੀ ਆਈ ਹੈ ਸਾਡੀਆਂ ਗੱਲਾਂ ਦੇ ਵਿੱਚ। ਮੈਂ ਫਿਰ ਮੁੜ ਕੇ ਉਸ ਗੱਲ ਤੇ ਨਹੀਂ ਆਉਣਾ ਚਾਹੁੰਦਾ। ਹੁਣ ਅਗਰ ਸੱਭਿਆਚਾਰ ਹੀ ਲੈ ਲਿਆ, ਅਸੀਂ ਉਹਦੇ ਲਈ ਰਹਿਤਲ ਵੀ ਹੈ ਨਾ, ਅਸੀਂ ਰਹਿੰਦੇ ਨਹੀਂ, ਵਸੋਂ ਵੀ ਹੈ ਨਾ, ਵਸੇਬ ਵੀ ਹੈ ਨਾ, ਲੇਕਿਨ ਅਸੀਂ ਸੱਭਿਆਚਾਰ ਨੂੰ ਘੋਟ ਕੇ ਪੀ ਲਿਆ। ਠੀਕ ਹੈ ਨਾ। ਇਹ ਕਿੱਥੋਂ ਨਿਕਲੀ ਹੈ ਸੱਭਿਅਤਾ, ਆਇਆ ਕਿੱਥੋਂ ਹੈ? ਇਹ 47 ਤੋਂ ਪਹਿਲੇ ਕਿੱਥੇ ਸੀ?
ਇਹ ਸਾਰਾ ਕੁਝ ਮੈਂ ਇਹ ਵੀ ਕਹਿ ਰਿਹਾ ਕਿ ਸਾਡੀ ਅਗਲੀ ਪੀੜ੍ਹੀ ਨੂੰ ਅਸੀਂ ਪੰਜਾਬੀ ਦੀ ਉਹ ਸਾਰੀ ਹੁਣ ਤੁਹਾਡੀ ਕਵਿਤਾ ਠੀਕ ਸੀ, ਪਰ ਗੱਲਬਾਤ ਦੇ ਵਿੱਚ ਤਰ੍ਹਾਂ ਦੀ ਵੀ ਤੁਹਾਡੀ ਗੱਲ ਦੇ ਵਿੱਚ ਵੀ, ਔਰ ਆਮ ਜਿਹੜਾ ਇੱਥੇ ਦਾ ਕੋਈ ਸਕਾਲਰ, ਕੋਈ ਵੀ ਬੰਦਾ ਜਿਹੜਾ ਉਹ ਕਹਿੰਦਾ ਜੀ ਅਸੀਂ ਵੱਡੀ ਗੱਲ ਕਰਨੀ ਹੈ, ਅਸੀਂ ਫਿਲੋਸੋਫੀਕਲ ਗੱਲ ਕਰਨੀ ਹੈ, ਅਸੀਂ ਜਿਹੜੀਆਂ ਨਵੀਆਂ ਜਿਹੜੀਆਂ ਟਰਮੋਲੋਜੀਜ਼ ਨੇ ਆਈਆਂ ਨੇ, ਇਹਨਾਂ ਕਿਸੇ ਹੁਣ ਇੱਕ ਨਵਾਂ ਕਮਿਸ਼ਨ ਹੀ ਬਣਾ ਲਓ। ਇਹ ਜਿਹੜਾ ਬੋਲੀ ਦੀ ਪਸਾਰ ਦੀ ਗੱਲ ਪੈ ਕਰਨੇ ਆ ਨਾ, ਕਿ ਅਸੀਂ ਬੋਲੀ ਦੇ ਪਸਾਰ ਔਰ ਬੋਲੀ ਦੇ ਬਚਾਅ ਔਰ ਉਸ ਦੀ ਅਸਲ ਰੂਹ ਔਰ ਉਸ ਦਾ ਅਸਲ ਰੰਗ, ਉਸ ਦੀ ਅਸਲ ਰਸ ਬਚਾਉਣਾ ਹੈ, ਤੇ ਇਹ ਵੀ ਇੱਕ ਸੱਥ ਬਣਾਉਣੀ ਪੈਣੀ ਹੈ। ਜੇ ਦੋਵਾਂ ਪੰਜਾਬਾਂ ਦੇ ਜੀਆਂ ਨੂੰ ਜੋੜਨਾ ਹੈ, ਸਾਨੂੰ ਜੋੜਦੇ ਨੇ ਬਾਬੇ। ਬਾਬਿਆਂ ਦੀ ਬੋਲੀ ਸਕੂਲੀ ਪੜ੍ਹਾਈ ਤੋਂ ਬਾਅਦ ਕਿਸੇ ਨੂੰ ਸਮਝ ਆਉਂਦੀ ਹੈ ਜੀ? ਐਮਏ ਪੰਜਾਬੀ ਕਰਕੇ ਵਾਰਿਸ ਸ਼ਾਹ, ਬੁੱਲੇ ਸ਼ਾਹ, ਸ਼ਾਹ ਹੁਸੈਨ, ਬਾਬਾ ਫਰੀਦ, ਖਾਜਾ ਫਰੀਦ ਨੂੰ, ਮੀਆਂ ਸਾਹਿਬ ਨੂੰ, ਗੁਰਪੁਰਖਾਂ ਨੂੰ, ਬਾਬਾ ਨਾਨਕ ਨੂੰ ਪੜ੍ਹਨ ਜੋਗਾ ਜੀ, ਸਮਝਣ ਜੋਗਾ ਨਹੀਂ ਹੈ, ਤੇ ਇਹਦਾ ਮਤਲਬ ਹੈ ਕਿ ਉਹਨੇ ਪੰਜਾਬੀ ਨਹੀਂ ਜੇ ਪੜ੍ਹੀ, ਫਿਰ ਜਾਂ ਉਹਨੂੰ ਪੜ੍ਹਾਈ ਨਹੀਂ ਗਈ, ਜਾਂ ਪੜ੍ਹਾਉਣ ਵਾਲਿਆਂ ਦਾ ਏਜੰਡਾ ਨਹੀਂ ਹੈ। ਇੱਕ ਤਾਂ ਇਹ ਗੱਲ ਹੋ ਗਈ ਕਿ ਪੰਜਾਬੀ ਲਿਖਤ, ਪੰਜਾਬੀ ਲਫ਼ਜ਼ ਤੋਂ ਦੂਰ ਗਿਆ ਬੰਦਾ, ਅਸਲ ਪੰਜਾਬੀ ਲਫ਼ਜ਼ ਤੋਂ। ਹੁਣ ਬੜਾ ਵੱਡਾ ਕੰਟਰੀਬਿਊਸ਼ਨ ਆ, ਅਸੀਂ ਬੋਲੀ, ਅਸੀਂ ਕੌਮ, ਅਸੀਂ ਬੜੀ ਭਾਰੀ ਕਿਸਮ ਦੀ ਕੌਮ ਆ, ਔਰ ਬੜੀ ਸਾਡੇ ਕੋਲ ਬੜਾ ਅਮੀਰ ਵਿਰਸਾ ਹੈ, ਔਰ ਅਸੀਂ ਬੜੀ ਵੱਡੀ ਸਟਰੈਂਥ 'ਚ ਆ ਦੁਨੀਆ ਦੇ ਵਿੱਚ। ਜੇ ਅਸੀਂ ਕੈਨੇਡਾ ਦੇ ਵਿੱਚ ਵੀ ਇੱਕ ਸਟੇਟ ਦਾ ਸੀਐਮ ਪੰਜਾਬੀ ਬਣ ਜਾਏਗਾ, ਉੱਥੇ ਦੀ ਤੀਸਰੀ ਬੋਲੀ ਬਣ ਜਾਏਗੀ, ਉੱਥੇ ਦੀ ਪਾਰਲੀਮੈਂਟ ਦੇ ਵਿੱਚ ਆ ਜਾਏਗੀ, ਮਤਲਬ ਅਮਰੀਕਾ ਦੇ ਵਿੱਚ ਵੀ ਪੜ੍ਹਾਈ ਜਾਣ ਲੱਗ ਪਈ ਹੈ, ਇੱਧਰ ਵੀ ਪੰਜਾਬ ਦੇ ਵਿੱਚ ਵੀ। ਅਸੀਂ ਕਹਿੰਦੇ ਹਾਂ ਕਿ ਅਸੀਂ ਦੁਨੀਆ ਦੀ 9ਵੀਂ ਵੱਡੀ ਬੋਲੀ ਆ। ਜਿੱਥੇ 5000 ਬੋਲੀ ਹੈ, ਉੱਥੇ 9ਵੇਂ ਨੰਬਰ ਤੇ ਅਸੀਂ ਬੈਠੇ ਹਾਂ। ਅਸੀਂ ਦੁਨੀਆ ਦੀ ਦੂਜੀ ਵੱਡੀ ਜ਼ਖੀਰਾ ਅਲਫਾਜ਼, ਜਿਹੜੀ ਸ਼ਬਦਾਵਲੀ ਦੇ ਪੱਖੋਂ ਸਭ ਤੋਂ ਵੱਡੇ ਕਣ ਸਾਡੀ ਬੋਲੀ ਦੇ ਵਿੱਚ ਨੇ। ਫਾਰਸੀ ਦੇ ਵਿੱਚ ਐਡੀ ਵੱਡੀ ਅਮੀਰ ਬੋਲੀ, ਉਹਨਾਂ ਨੇ ਆਪਣਾ ਸਾਂਭ ਲਿਆ ਸਾਰਾ ਕੁਝ, ਉਹਨਾਂ ਨੇ ਸਰਕਾਰ ਦੀ ਬੋਲੀ ਵੀ ਬਣਾ ਕੇ ਆਪਣਾ ਪੂਰਾ ਕਲਾਸਿਕ ਵੀ ਸਾਂਭਿਆ। ਉਹਦੇ ਵਿੱਚ ਜਿਹੜੇ ਵਰਬਸ ਨੇ, ਜਿਹੜੇ ਅਸੀਂ ਕਹਿੰਦੇ ਨਾ ਕਣ, ਜਿਹੜੇ ਖਾਣਾ ਪੀਣਾ ਉੱਠਣਾ ਬਹਿਣਾ, ਜਿਹੜੇ ਵਰਬ ਨੇ, ਸਾਡੇ ਕੋਲ 2000 ਤੋਂ 3000 ਵਰਬਸ ਦੀ ਇੱਕ ਕਿਤਾਬ ਛਪੀ ਹੈ ਪੰਜਾਬੀ ਦੇ ਵਿੱਚ, ਉਹਦਾ ਨਾਮ ਹੈ ਕਣ ਲੇਖਾ। ਤੇ ਉਧਰ 300 500 ਵੀ ਫਾਰਸੀ 'ਚ ਨਹੀਂ ਲੱਭਦੇ, ਅੰਗਰੇਜ਼ੀ 'ਚ ਵੀ ਨਹੀਂ ਲੱਭਦੇ। ਕਿਸੇ ਬੋਲੀ ਦੀ ਅਮੀਰੀ ਉਹਦੇ ਕਣਾਂ ਨਾਲ ਹੁੰਦੀ ਹੈ ਉਹਦੇ। ਹੁਣ ਇਹਦੇ ਇੰਨੇ ਕਣ ਨੇ, ਔਰ ਕਿਸੇ ਕਵੀ ਨੇ, ਕਿਸੇ ਨੇ ਉਹ ਕਣ ਲਿਖੇ ਹੀ ਨਹੀਂ, ਉਹ ਵਰਤੇ ਨਹੀਂ, ਉਹ ਕਿਉਂਕਿ ਉਹਨੇ ਪਿਛਲਾ ਪੜ੍ਹਿਆ ਹੀ ਨਹੀਂ, ਉਹਨੇ ਨਹੀਂ ਪੜ੍ਹਿਆ ਵਾਰਿਸ ਸ਼ਾਹ ਨੂੰ। ਜਿਹੜਾ ਕਵੀ ਵੀ, ਮੈਂ ਸਮਝਣਾ ਜਿਹੜਾ ਰਾਈਟਰ ਵੀ, ਪ੍ਰੋਜ਼ ਲਿਖਣ ਵਾਲਾ ਵੀ, ਕਹਾਣੀਕਾਰ ਵੀ, ਇੱਕ ਵਾਰੀ ਹੀਰ ਵਾਰਿਸ ਸ਼ਾਹ ਨੂੰ ਪੜ੍ਹ ਲਏਗਾ ਨਾ, ਜਿਹੜਾ ਸਾਡਾ ਇੱਥੇ ਦਾ, ਜਿਹਦੇ ਉੱਤੇ ਸਾਡੇ ਸੂਰਮਿਆਂ ਨੇ ਹਲਫ ਲਏ ਸਨ, ਵਾਹ ਵਾਹ ਵਾਹ, ਜਿਹਦੇ ਉੱਤੇ ਸਹੁੰ ਚੁੱਕੀ ਸੀ। ਹਾਂਜੀ ਜੀ, ਭਗਤ ਸਿੰਘ, ਵਾਹ, ਨਹੀਂ ਉਦਮ ਸਿੰਘ ਵਰਗੇ। ਉਹ ਕਿਤਾਬ ਹੈ ਜਿਹੜੀ ਸਾਡੇ ਸਾਰੇ ਧਰਮਾਂ ਵਾਲੇ, ਭਾਵੇਂ ਉਹ ਸਿੱਖ ਮਤ ਨਾਲ ਹੈ, ਭਾਵੇਂ ਹਿੰਦੂ ਮਤ ਨਾਲ ਹੈ, ਭਾਵੇਂ ਇਸਲਾਮ ਮੁਸਲਮਾਨ ਹੈ, ਉਹ ਸਾਰੇ ਸੱਥਾਂ, ਚੁਪਾਲਾਂ, ਦਾਰਿਆਂ, ਡੇਰਿਆਂ 'ਚ ਬਹਿ ਕੇ पूरी रात सुनाया, रात को किस्सा जो ही रंजे का, तो अहले दर्द को पंजाबियों ने लूट लिया। तो पंजाबी आप लुटे गए। ਇਹ ਦਰਦ ਜਿਹੜਾ ਹੈ, ਇਹ ਜਿਹੜੀ ਸਮਝ, ਜਿਹੜੀ ਉਹ ਸੁਪਰ ਕੌਨਸ਼ੀਅਸਨੈਸ ਤੱਕ ਲੈ ਕੇ ਜਾਣ ਵਾਲੀ ਗੱਲ ਸੀ, ਜਿਹੜਾ ਫਲਸਫਾ ਬਾਬਿਆਂ ਦਾ ਹੈ, ਉਹ ਅਗਰ ਅਸੀਂ ਅੱਜ ਜਿੰਨੀ ਹੁਣ ਦਹਿਸ਼ਤ ਔਰ ਵਹਿਸ਼ਤ ਔਰ ਐਕਸਟ੍ਰੀਮਿਜ਼ਮ ਫੈਲਿਆ ਹੈ, ਤੇ ਜੇ ਅਸੀਂ ਬਾਬਿਆਂ ਨੂੰ ਪੜ੍ਹਿਆ ਹੁੰਦਾ, ਤੇ ਅਸੀਂ ਦੋਵੇਂ ਪੰਜਾਬਾਂ ਦੇ ਜਿਹੜੇ ਪੰਜਾਬੀ ਆ, ਆਪਣੀ ਬੋਲੀ ਔਰ ਵਸੇਬ ਔਰ ਕਲਚਰ ਦੀ ਸਾਂਝ ਦੇ ਨਾਲ ਅਸੀਂ ਕਿੱਥੇ ਹੋਣਾ ਸੀ, ਕਿਵੇਂ ਖੜੇ ਹੋਣਾ ਸੀ, ਅਸੀਂ ਸਰਕਾਰਾਂ ਨੂੰ ਕਿਵੇਂ ਮਜਬੂਰ ਕਰਨਾ ਸੀ ਕਿ ਜਨਾਬ ਤੁਸੀਂ, ਚਲੋ ਇਹ ਵੰਡੀਆਂ ਪੈ ਗਈਆਂ, ਇਹ ਸਰਹੱਦਾਂ ਬਣ ਗਈਆਂ, ਪਰ ਸਾਡੀਆਂ ਸਦੀਵੀ ਸਾਂਝਾਂ ਨੇ, ਇਹ ਤੁਸੀਂ ਇਹ ਵੰਡੀਆਂ ਨਾ ਪਾਓ, ਸਾਨੂੰ ਜੀਆਂ ਨੂੰ ਮਿਲਣ ਤੇ ਦਿਓ। ਅਸੀਂ ਦੋਵਾਂ ਸਟੇਟਾਂ ਨੂੰ ਮਜਬੂਰ ਕਰ ਸਕਦੇ ਸੀ ਕਿ ਵੀ ਅਮਨ ਨਾਲ, ਸੁੱਖ ਨਾਲ, ਸ਼ਾਂਤੀ ਨਾਲ, ਸਾਂਝ ਭਰਪਣ ਦੇ ਨਾਲ ਰਹੋ। ਅਸੀਂ ਅਗਰ ਇਹਨਾਂ ਦੇ ਫਲਸਫੇ ਤੇ ਅਸੀਂ ਖੜ ਜਾਂਦੇ, ਅਸੀਂ ਇਹਨਾਂ ਦੇ ਹੱਥ ਠੋਕੇ ਨਾ ਬਣਦੇ, ਉਧਰ ਦੇ ਬਣੇ, ਤੇ ਇੱਧਰ ਤਾਂ 18 ਜਿਸ ਵੇਲੇ ਅੰਗਰੇਜ਼ ਨੇ ਪੰਜਾਬੀ ਆ ਕੇ ਖੋਈ, ਮੁਗਲਾਂ ਨੇ ਜਾਂ ਤੁਰਕਾਂ ਨੇ ਜਾਂ ਅਰਬਾਂ ਨੇ, ਉਹਨਾਂ ਦਾ ਖੈਰ ਰਾਜ ਥੋੜਾ ਰਿਹਾ, ਜੇ ਤੁਰਕਾਂ ਨੂੰ ਅਰਬਾਂ 'ਚ ਪਾਣਾ ਤੇ ਫਿਰ ਉਹਦਾ ਵੀ ਰਿਹਾ,
ਉਹਨਾਂ ਨੇ ਤੇ ਬੋਲੀ ਨਹੀਂ ਖੋਈ, ਪਰ ਅੰਗਰੇਜ਼ ਨੇ ਆ ਕੇ ਤੇ ਬੋਲੀ ਖੋਈ। ਉਹਨੇ ਕਾਇਦਾ ਵੀ ਵਾਪਸ ਲਿਆ, ਉਹਨੇ ਲਿਖਤ ਵੀ ਵਾਪਸ ਲਈ। ਇੱਕ ਅੰਗਰੇਜ਼ੀ ਉਹਨਾਂ ਨੇ ਲਾਗੂ ਕਰ ਦਿੱਤੀ ਸਾਡੇ ਪੰਜਾਬੀਆਂ ਤੇ, ਔਰ ਦੂਸਰੀ ਸਾਡੇ ਤੇ ਉਰਦੂ ਲਾਤੀ। ਠੀਕ ਹੈ ਨਾ। ਜਿਹੜੇ ਉਹ ਮੁਨਸ਼ੀ ਮਸਦੀ ਅੰਗਰੇਜ਼ ਜਿਹਦੇ ਉਹ ਵਫਾਦਾਰ ਸਨ, ਜਿਨ੍ਹਾਂ ਨੇ 40 ਸਾਲ ਯੁੱਧ ਕੀਤਾ ਹੈ, ਉਹ ਅੰਗਰੇਜ਼ ਨੇ ਆ ਕੇ ਤੇ ਨਹੀਂ ਸਾਨੂੰ ਫਤਹ ਕਰ ਲਿਆ ਇਕੱਲੇ ਨੇ। ਉਹ 10-12 ਹਜ਼ਾਰ ਬੰਦਾ ਜਿਹੜਾ ਉਹ 20 ਕਰੋੜ ਤੇ ਕਿਵੇਂ ਕਬਜ਼ਾ ਕਰ ਗਿਆ। ਅਸੀਂ ਕਿਸ ਤਰ੍ਹਾਂ ਵੰਡੇ ਗਏ, ਸਾਡੇ ਅੰਦਰ ਕਿਹੜੀਆਂ ਵੰਡੀਆਂ ਪਾਈਆਂ ਗਈਆਂ, ਕਿਹੜੇ ਮਿਸ਼ਨਰੀ ਵਰਕ ਹੋਏ, ਕਿਹੜੇ ਨੈਰੇਟਿਵ ਹੋਏ। ਕਿਉਂ ਉਹਨਾਂ ਨੇ ਪਹਿਲੇ ਗੁਰਮੁਖੀ ਨੂੰ, ਪੰਜਾਬੀ ਸਕ੍ਰਿਪਟ ਨੂੰ ਅੰਗਰੇਜ਼ ਨੇ ਕਿਵੇਂ ਫੈਲਾਇਆ, ਮੁਸਲਮਾਨਾਂ ਦੇ ਵਿੱਚ ਉਰਦੂ ਨੂੰ ਕਿਵੇਂ ਧਾਰਮਿਕ ਬੋਲੀ ਬਣਾਇਆ, ਹਿੰਦੀ ਨੂੰ ਕਿਵੇਂ ਧਰਮ ਦੇ ਨਾਲ ਜੋੜ ਕੇ ਇਹ ਵੰਡੀ ਪਾਈ। ਅੱਜ ਹਰਿਆਣਾ ਉਹਦਾ ਨਤੀਜਾ ਹੈ ਨਾ। ਅਸੀਂ ਉਹ ਭੁਗਤ ਰਹੇ ਹਾਂ। ਇੱਧਰ ਆ ਗਏ ਤੇ ਇੱਧਰ ਤਾਂ ਅਸੀਂ ਉਰਦੂ ਨੂੰ ਮੁਸਲਮਾਨਾਂ ਦੀ ਬੋਲੀ ਸਮਝ ਲਿਆ। ਪਤਾ ਨਹੀਂ ਬਾਬਾ ਫਰੀਦ ਜਾਂ ਬੁੱਲੇ ਸ਼ਾਹ ਜਾਂ ਸ਼ਾਹ ਹੁਸੈਨ ਜਾਂ ਖਾਜਾ ਗੁਲਾਮ ਫਰੀਦ ਜਾਂ ਸੁਲਤਾਨ ਬਾਹੂ ਜਾਂ ਸ਼ਾਹ ਹੁਸੈਨ ਜਾਂ ਮੀਆਂ ਮੁਹੰਮਦ ਬਖਸ਼ ਪਤਾ ਨਹੀਂ ਪੰਜਾਬੀ ਨਹੀਂ ਸਨ ਜਾਂ ਮੁਸਲਮਾਨ ਨਹੀਂ ਸਨ। ਇਹ ਵੀ ਸਾਡੇ ਨਾਲ ਹੋਇਆ। ਅੱਜ ਅਸੀਂ ਇਹ ਭੁਗਤਾਨ ਵੀ ਹੈ ਨਾ ਕਿ ਬੋਲੀ ਦਾ ਧਰਮ ਦੇ ਨਾਲ ਨਹੀਂ ਹੁੰਦੀ ਸ਼ਰਤ ਜਿਹੜੀ ਹੈ ਨਾ, ਪਰ ਸਾਡੇ ਇਹ ਜਿਹੜੀ ਸਾਂਝ ਪਹਿਲੇ ਤੇ ਸਾਨੂੰ ਇਹ ਵੰਡੀ ਪਾਈ, ਜਿਹਦਾ ਨਤੀਜਾ 147 ਵੀ ਹੈਗਾ। ਇਹ ਹੁਣ ਜਿਹੜੀਆਂ ਅੱਜ ਕਿੰਨੀਆਂ ਵੰਡੀਆਂ ਪਈਆਂ ਨੇ, ਲੋੜਾਂ ਥੋੜਾਂ ਦੀਆਂ ਗੱਲਾਂ, ਇਹਦੇ ਪੱਖ ਪਹਿਲੂ ਤੇ ਗੱਲ ਕਰਨ ਲੱਗ ਪਈਏ ਤੇ ਇੱਕ ਲੰਮਾ ਦਫ਼ਤਰ ਖੁੱਲ ਜਾਣਾ ਜੀ। ਪਰ ਇਹ ਹੁਣ ਤੱਕ ਅਸੀਂ ਕੀਤਾ ਕੀ ਹੈ, ਦੋਵੇਂ ਪਾਸੇ ਕੀ ਕੀਤਾ ਹੈ। ਉਧਰ ਜੀ ਪਿੱਟਣੇ ਪੈ ਗਏ ਨੇ, ਸਕੂਲਾਂ ਤੇ ਪਾਬੰਦੀ ਲੱਗ ਗਈ ਹੈ, ਉੱਥੇ ਹਿੰਦੀ ਪੰਜਾਬੀ ਪ੍ਰਾਈਵੇਟ ਸਕੂਲਾਂ 'ਚ ਪੰਜਾਬੀ ਨਹੀਂ ਬੋਲਣ ਦਿੰਦੇ। ਠੀਕ ਹੈ ਨਾ। ਇੱਧਰ ਦੇ ਸਕੂਲਾਂ ਦੇ ਵਿੱਚ ਸਕੂਲਾਂ ਬੱਚਿਆਂ ਨੂੰ, ਮਾਵਾਂ ਨੂੰ ਲੈਟਰ ਆ ਜਾਂਦੇ ਨੇ। ਅਸੀਂ ਇਹਦੇ ਉੱਤੇ ਕਈ ਵਿਖਾਲੇ ਵੀ ਕੀਤੇ ਨੇ। ਲੈਟਰ ਆ ਜਾਂਦੇ ਨੇ ਕਿ ਬੱਚੇ ਕੇ ਸਾਥ ਪੰਜਾਬੀ ਨਾ ਬੋਲੋ, ਇਹਦੀ ਬੋਲੀ ਵਿਗੜ ਰਹੀ ਹੈ। ਹੁਣ ਦੋਵੇਂ ਪਾਸੇ ਜਿਹੜੀ ਪਨੀਰੀ ਹੈ, ਉਹਨੂੰ ਜਿਹੜੀ ਨਵੀਂ ਪੀੜ੍ਹੀ ਹੈ ਉਹਨੂੰ ਤੇ ਅਗਲੇ ਨੇ ਰੋਕ ਲਾਤੀ ਹੈ, ਔਰ ਜਿਹੜੇ ਖਾਂਦੇ ਪੀਂਦੇ ਸਹਿੰਦੇ ਸੌਖੇ ਲੋਕ ਨੇ ਉਹ ਵੱਡੇ ਚੰਗੇ ਸਕੂਲਾਂ ਦੇ ਵਿੱਚ ਬਾਲਾਂ ਨੂੰ ਪੜ੍ਹਾ ਰਹੇ ਨੇ, ਜਿਨ੍ਹਾਂ ਨੇ ਬਾਅਦ ਦੇ ਵਿੱਚ ਕਾਜ ਸੰਭਾਲਣਾ ਵੀ ਹੈ। ਤੇ ਅਸੀਂ ਇਹ ਜਿਹੜੇ 4-6 ਜੀ ਇਹ ਕੀ ਕਰ ਸਕਦੇ ਹਾਂ, ਜਾਂ ਅਸੀਂ ਸਾਰੇ ਲੋਕ ਜਿਹੜੇ ਇਸ ਵੇਲੇ ਸੁਣ ਰਹੇ ਨੇ, ਇਹ ਸਾਂਝ ਦੀ ਪੰਜਾਬੀ ਬੋਲੀ ਦੀ ਅਮੀਰੀ ਔਰ ਪੰਜਾਬੀ ਬੋਲੀ ਦੀ ਤਰੱਕੀ ਔਰ ਪੰਜਾਬੀ ਕਲਚਰ ਦੀ ਤਰੱਕੀ, ਪੰਜਾਬੀਅਤ ਦੀ ਤਰੱਕੀ, ਪੰਜਾਬੀ ਜਗਤ ਦੇ ਵਿੱਚ ਆਪਣੇ ਰੰਗਾਂ ਨੂੰ, ਆਪਣੇ ਗੁਣਾਂ ਨੂੰ, ਆਪਣੇ ਜੌਹਰ ਨੂੰ, ਆਪਣੀ ਸੋਚ ਨੂੰ ਫੈਲਾਉਣ ਦੀ ਜਿਹੜੀ ਵਿਉਂਤ ਹੈ ਉਹ ਕਿਹਨਾਂ ਬਣਾਉਣੀ ਜੀ। ਬੜੀ ਵੱਡੀ ਗੱਲ ਹੈ ਕਿ ਪੰਜਾਬੀ ਫਿਲਮ ਜਿਹੜੀ ਪਹਿਲੇ ਪਾਕਿਸਤਾਨ ਦੇ ਵਿੱਚ ਬੜੀ ਰਿਚ ਸੀ, ਇਹਦਾ ਬੜਾ ਕੰਟਰੀਬਿਊਸ਼ਨ ਰਿਹਾ, ਬੜਾ ਕੰਮ ਸੀ, ਗਾਉਣਾ ਦਾ ਬੜਾ ਕੰਮ ਸੀ। ਉਸ ਤੋਂ ਬਾਅਦ ਸਾਡੇ ਵਾਲੀ ਪੰਜਾਬੀ ਤੇ ਫਿਲਮ ਜਿਹੜੀ ਹੈ ਉਹ ਇੰਡਸਟਰੀ ਜਿਹੜੀ ਮਿਊਜ਼ਿਕ ਦੀ ਵੀ ਉਹ ਵੀ ਠੱਪ ਹੋ ਗਈ। ਲੇਕਿਨ ਸਾਡੇ ਵੱਲ ਸੰਗੀਤ ਦੇ ਘਰਾਣਿਆਂ ਦੇ ਲੋਕ ਜਿਹੜੇ ਸਨ ਉਹ ਬੜੇ ਰਿਚ ਸਨ। ਉਹਨਾਂ ਦੇ ਪਿੱਛੇ ਉਹਨਾਂ ਦੇ ਜੱਦੀ ਘਰਾਣੇ ਲੋਕ ਹੈ ਸਨ, ਔਰ ਜਿਹੜੇ ਸੰਗੀਤ ਦਾ ਉਹ ਮੁਸਲਮਾਨ ਘਰਾਣਿਆਂ ਨੇ ਕਾਫੀ ਕੰਮ ਸਾਂਭਿਆ। ਵੈਸੇ ਤੇ ਪੰਡਤਾਂ ਨੇ ਵੀ ਸਾਂਭਿਆ, ਉਹਦੇ ਵਿੱਚ ਲੰਬੀ ਗੱਲ ਹੈ, ਉਹ ਸੰਗੀਤ ਦੀ ਤਵਾਰੀਖ ਜਾਵਾਂਗੇ ਤੇ ਫਿਰ ਜਾਵਾਂਗੇ। ਇਹਦੀ ਵਜ੍ਹਾ ਨਾਲ ਬੋਲੀ ਫੈਲੀ, ਪੰਜਾਬੀ ਬੀਟ ਫੈਲਿਆ ਪੂਰੀ ਦੁਨੀਆ ਦੇ। ਅਸੀਂ ਨਚਾਤਾ ਹੈ ਪੂਰੀ ਦੁਨੀਆ ਨੂੰ, ਇੱਥੋਂ ਤੱਕ ਕਿ ਭੰਗੜਾ ਵੀ ਉਹਨਾਂ ਨੇ ਡਿਕਸ਼ਨਰੀ ਦੇ ਵਿੱਚ ਅੰਗਰੇਜ਼ੀ ਦਾ ਲਫ਼ਜ਼ ਕਰਕੇ ਵਾੜ ਲਿਆ। ਠੀਕ ਹੈ, ਇਹ ਹੋ ਗਈ ਸਾਡੀ ਇਸ ਪੱਖ ਦੀ ਜਿੱਤ ਕਿ ਚਲੋ ਠੀਕ ਹੈ, ਅਸੀਂ ਆਪਣੇ, ਕਿਉਂਕਿ ਸਾਡੇ ਕੋਲ ਤੇ ਸਾਡਾ ਤਾਂ ਕਿਹੜਾ ਬਾਬਾ ਹੈ ਜਿਹੜਾ ਸੁਰੀਲਾ ਨਹੀਂ ਹੈ। ਸਾਡੇ ਬਾਬਿਆਂ ਦੇ ਰਾਗਾਂ ਦੀ ਤਵਾਰੀਖ ਭਰੀ ਪਈ ਹੈ। ਵਾਰਿਸ ਸ਼ਾਹ ਨੇ ਐਸੇ ਰਾਗ, ਜਿੱਥੇ ਉਹ ਰਾਂਝਾ 5 ਪੀਰਾਂ ਨੂੰ ਸੁਣਾਉਂਦੇ ਨੇ ਨਾ ਵੰਜਲੀ, ਤੇ ਬੰਦਾ ਹੈਰਾਨ ਹੋ ਜਾਂਦਾ ਕਿ ਅੱਜ ਦੇ ਕਲਾਸਿਕੀ ਮੌਸੀਕੀ ਦੇ ਘਰਾਣਿਆਂ ਦੇ ਸਰਬਰਾਹਾਂ ਨੂੰ, ਵੱਡਿਆਂ ਨੂੰ ਉਹਨਾਂ ਰਾਗ ਰਾਗਨੀਆਂ ਦਾ ਨਹੀਂ ਪਤਾ ਜਿਹੜੀਆਂ ਵਾਰਿਸ ਸ਼ਾਹ ਨੇ ਪੂਰੀ ਲੜੀ ਚ, ਜਿਹੜੀ ਰਾਂਝੇ ਨੇ ਵਜਾ ਛੜੀਆਂ ਵੰਜਲੀ ਚ। ਠੀਕ ਹੈ ਨਾ। ਉਹ ਸਾਡੇ ਤੇ ਬੰਦਾ, ਉਹ ਰਾਂਝਾ ਰੱਬ ਹੋ ਨਿਬੜਦਾ ਹੈ, ਬੰਦੇ ਵਿੱਚ ਰੱਬ ਲੈ ਆਉਂਦੇ ਨੇ ਸਾਡੇ ਬਾਬੇ। ਉਹ ਕਹਿੰਦੇ ਨੇ ਸਾਹ ਹਵਾ ਤੇ ਖੁਦਾ ਵੱਖਰਾ ਨਹੀਂ ਹੈਗਾ।
ਇਹਨਾਂ ਨੇ ਵੱਖਰੇ ਕਰ ਦਿੱਤੇ ਨੇ, ਜਿਹਨੇ ਬੰਦੇ ਦੀ ਰੂਹ ਚ, ਬੰਦੇ ਦੇ ਵਜੂਦ ਚੋਂ, ਜ਼ਿੰਦਗੀ ਚੋਂ, ਮੌਜੂਦ ਚੋਂ ਕੱਢ ਕੇ ਕਿਧਰੇ ਬਾਹਰ ਲੈ ਗਏ। ਇਹ ਬਾਬੇ ਸਨ ਸਾਡੇ, ਜਿਨ੍ਹਾਂ ਨੇ ਲਿਆਂਦਾ ਔਰ ਨੇ ਕਿਹਾ ਕਿ ਹਰ ਵਿੱਚ ਉਹ ਸਮਾਇਆ ਹੋਇਆ ਹੈ। ਅੱਛਾ, ਹੁਣ ਜਿਸ ਲਈ ਹਰ ਵਿੱਚ ਉਹ ਹੋਵੇਗਾ ਤਾਂ ਅਸੀਂ ਦੂਸਰਿਆਂ ਦੇ ਨਾਲ ਕਿਹੋ ਜਿਹਾ ਵਰਤਾਰਾ ਕਰਾਂਗੇ? ਵਾਹ ਵਾਹ ਵਾਹ। ਦੂਜੇ ਦੇ ਨਾਲ ਕਿਵੇਂ ਗਿਆ? ਸਾਨੂੰ ਤਾਂ ਉਹਦੇ ਵਿੱਚ ਵੀ ਜੈਸੇ ਤੇ ਸਾਡੀਆਂ ਬੋਲੀਆਂ ਸੀ, ਜਿਵੇਂ ਉਹਨਾਂ ਨੇ ਸਤਿਆਰਥੀ ਦੀ ਗੱਲ ਕੀਤੀ ਕਿ ਦਵਿੰਦਰ ਸਤਿਆਰਥੀ ਉਹਨਾਂ ਨੂੰ ਮਿਲਣ ਗਏ ਕਿ ਬੰਦਾ ਮਰ ਗਿਆ, ਬੰਦਾ ਵੀ ਮਰ ਗਿਆ ਤੇ ਰੱਬ ਮਰ ਗਿਆ ਤੇ ਆਪਣਾ ਰਾਜ ਫਰੰਗੀ ਦੇ ਰਾਜ ਦੇ ਵਿੱਚ ਇਹ ਕੁਝ ਹੋ ਗਿਆ। ਜਾਂ ਨੈਟਸ਼ੇ ਨੇ ਵੀ ਮਾਰ ਹੀ ਛੜਿਆ ਸੀ ਨਾ। ਪਰ ਸਾਡਾ ਜਿਹੜਾ ਤੁਸੀਂ, ਮੈਂ ਉਹ ਕਿਤਾਬ ਤੁਹਾਡੀ ਪੜ੍ਹੀ ਨਹੀਂ ਹੈ ਕਿ ਜਿਹੜੀ ਤੁਸੀਂ ਉਹ ਜਿਹੜਾ ਸੁਪਰ ਹਿਊਮਨ ਦੀ ਗੱਲ ਕੀਤੀ ਹੈ, ਉਸ ਨੂੰ ਕਿਵੇਂ ਵੇਖਿਆ, ਉਹ ਇੱਕ ਅਲੱਗ ਹੈ। ਇਹਦੇ ਉੱਤੇ ਖੈਰ ਮੈਂ ਇਹ ਕਹਿ ਰਿਹਾ ਕਿ ਅਸੀਂ ਆਪਣੀ ਇੱਕ ਤੇ ਇਹ, ਔਰ ਦੂਸਰੀ ਗੱਲ ਇਹ ਵੇ ਕਿ ਸਾਨੂੰ ਹੁਣ ਗੁਰਮੁਖੀ ਔਰ ਸ਼ਾਹਮੁਖੀ ਨੇ ਪਾੜਿਆ ਹੋਇਆ। ਇੱਕ ਤੇ ਆਪਣੀਆਂ ਸਰਕਾਰਾਂ ਦੇ ਸਿਰ ਹੋਈਏ, ਉਹ ਸਾਡੇ ਹੱਥਾਂ ਦੀ ਮਿਹਨਤ ਨਾਲ ਉਹ ਚੱਲਦੀਆਂ ਨੇ। ਖਜ਼ਾਨੇ ਅਸੀਂ ਭਰਨੇ ਆ, ਮਿਹਨਤਾਂ ਸਾਡੀਆਂ ਨੇ, ਸਾਡੇ ਪੈਸਿਆਂ ਦੇ ਨਾਲ ਉਹ ਚੱਲਦੀਆਂ ਨੇ। ਇੱਕ ਤਾਂ ਇਹ ਗੱਲ ਹੈ। ਖਾਲੀ ਅਸੀਂ ਨਹੀਂ ਕਰਦੇ, ਭਰਦੇ ਆ ਬਸ। ਸਾਰੀ ਉਮਰ ਲਾ ਦਿੰਨੇ ਆ ਅਸੀਂ। ਮਾਚਸ ਦੀਆਂ ਤੀਲੀਆਂ ਤੇ ਵੀ ਅਸੀਂ ਟੈਕਸ ਦਿੰਨੇ ਆ। ਅਸੀਂ ਪਹਿਲੇ ਸਿੱਧਾ GST ਵੀ ਭਰ ਦਿੰਨੇ ਆ ਤੇ ਉਸ ਤੋਂ ਬਾਅਦ ਹੋਰ ਵੀ ਹਰ ਸ਼ਹਿਰ ਦੇ ਵਿੱਚ ਇੰਨੇ ਲੱਗ ਕੇ ਆ ਜਾਂਦੇ ਨੇ ਕਿ ਬੰਦਾ ਸੋਚਣ ਲੱਗ ਜਾਂਦਾ ਕਿ ਇਹ ਕੀ ਲੱਗ ਗਿਆ ਜੇ, ਮੈਂ ਇੱਥੇ ਕਿਹੜੇ ਕੰਮ 'ਚ ਲੱਗ ਗਿਆ। ਹੁਣ ਇੱਕ ਤਾਂ ਇਹ ਹੈ ਕਿ ਇਹਨਾਂ ਸਰਕਾਰਾਂ ਨੂੰ ਅਸੀਂ ਪੱਕੇ ਪੈਰੀ, ਮੈਂ ਦੇਖੋ, ਮੈਂ ਹਰ ਬੋਲੀ ਦੀ ਕਦਰ ਕਰਦਾ, ਮੈਂ ਹਰ ਮਾਂ ਦੀ ਕਦਰ ਕਰਨਾ। ਮੈਨੂੰ ਕਿਸੇ ਬੋਲੀ ਦੇ ਨਾਲ ਮੇਰੀ ਕੋਈ ਲੜਾਈ ਨਹੀਂ ਹੈ। ਮੈਂ ਉਸ ਤਰ੍ਹਾਂ ਦਾ ਪੰਜਾਬੀ ਦਾ ਕੋਈ ਕੌਮ ਪ੍ਰਸਤ ਵੀ ਨਹੀਂ ਹੈਗਾ ਕਿ ਪੰਜਾਬੀ ਸਭ ਤੋਂ ਚੰਗੀ ਹੈ ਤੇ ਬਾਕੀ ਬੋਲੀਆਂ ਮਾੜੀਆਂ ਨੇ। ਪਰ ਜਿਸਲੇ ਮੇਰੀ ਬੋਲੀ ਨੂੰ ਜਾਂ ਮੇਰੀ ਮਾਂ ਨੂੰ ਕੋਈ ਘਰੋਂ ਕੱਢ ਕੇ ਕੋਈ ਹੋਰ ਲਿਆ ਕੇ ਪ੍ਰਧਾਨ ਬਣਾ ਦੇ ਤੇ ਕਿਸੇ ਧੀ ਪੁੱਤਰ ਨੂੰ ਕੈਸਾ ਲੱਗੇਗਾ? ਬਿਲਕੁਲ ਸਹੀ। ਵਾਹ। ਉਹ ਸਾਡੇ ਨਾਲ ਇਹ ਵੇ ਕਿ ਸਾਡੀ ਬੋਲੀ ਨੂੰ ਸਾਡੇ ਪੰਜਾਬ ਦੇ ਵਿੱਚੋਂ ਦੇਸਨ ਕਾਲਾ ਦੇਤਾ। ਤੁਹਾਡੇ ਵੱਲ ਕਿ ਚਲੋ ਥੋੜੀ ਬਹੁਤੀ ਰੋਟੀ ਰੋਜ਼ਗਾਰ ਨਾਲ ਜੁੜੀ ਹੋਈ ਹੈ, ਮਾੜੀ ਮੋਟੀ, ਜਿਹਦਾ ਜਿੱਥੇ ਦਾ ਲੱਗਦਾ ਸਰਕਾਰੀ ਵੈਕੈਂਸੀਆਂ ਜਿੱਥੇ ਪੰਜਾਬੀ ਦੇ ਨਾਲ ਜੁੜੀਆਂ ਜਾਂ ਥੋੜੀ ਪੜ੍ਹਾਈ ਦੇ ਨਾਲ ਜੁੜੀਆਂ ਆ, ਜਾਂ MA BA ਮੈਟ੍ਰਿਕ MA ਦੇ ਨਾਲ ਜੁੜੀਆਂ ਹੋਈਆਂ ਨੌਕਰੀਆਂ ਨੇ, ਉਹ ਪੰਜਾਬ ਦੀ ਪੰਜਾਬੀ ਪੜ੍ਹਾਈ ਦੇ ਨਤੀਜੇ 'ਚ ਲੋਕੀ ਲੈਂਦੇ ਨੇ ਜੀ। ਉਧਰ ਮਿਲ ਰਹੀਆਂ ਨੇ, ਜੋਬਾਂ ਵੀ ਮਿਲ ਰਹੀਆਂ ਨੇ, ਸਕੂਲੀਆਂ ਟੀਚਰ ਵੀ ਹੈਗੇ ਨੇ। ਸਾਡੇ ਤੇ ਪੰਜਾਬੀ ਲਵਾਤੀ ਹੈ, ਪੰਜਾਬੀ ਇਲੈਕਟਿਵ ਸਬਜੈਕਟ ਬਣਾ ਦਿੱਤਾ 6ਵੀਂ ਤੋਂ। ਔਰ 80s ਦੇ ਵਿੱਚ 90s ਦੇ ਵਿੱਚ ਇਹਨਾਂ ਨੇ ਇਲੈਕਟਿਵ ਸਬਜੈਕਟ ਬਣਾਇਆ ਕਿ 6ਵੀਂ ਤੋਂ ਲੈ ਕੇ 10ਵੀਂ ਤੱਕ ਤੁਸੀਂ ਇਲੈਕਟਿਵ ਹੈ, ਇਖਤਿਆਰ ਹੈ ਤੁਹਾਡਾ, ਤੁਸੀਂ ਰੱਖ ਲਓ। ਤੇ 6ਵੀਂ ਤੋਂ 10ਵੀਂ ਤੱਕ ਬਾਕੀ ਇਲੈਕਟਿਵ ਸਬਜੈਕਟ ਦੇ ਟੀਚਰ ਹੈਗੇ ਨੇ, ਪੰਜਾਬੀ ਦਾ ਇੱਕ ਟੀਚਰ ਵੀ ਨਹੀਂ ਹੈਗਾ। ਸਹੀ ਗੱਲ। ਹੁਣ ਤੁਸੀਂ ਟੀਚਰ ਨਹੀਂ ਦਿਓਗੇ ਕਿਉਂਕਿ ਜਿੰਨੇ ਸਕੂਲ ਨੇ ਉਨੀਆਂ ਨੌਕਰੀਆਂ ਵੀ ਕੱਢਣੀਆਂ ਪੈਣੀਆਂ, ਉਨੀਆਂ ਤਨਖਾਹਾਂ ਵੀ ਦੇਣੀਆਂ ਪੈਣੀਆਂ, ਉਨੀਆਂ ਕਿਤਾਬਾਂ ਵੀ ਛਾਪਣੀਆਂ ਪੈਣੀਆਂ। ਇਹਨਾਂ ਨੇ ਵਿੱਚ ਡੰਮੀ ਜੀਆਂ ਕਿਤਾਬਾਂ ਛਾਪ ਕੇ ਤੇ ਘਰ ਹੀ ਰੱਖ ਲਈਆਂ ਨੇ। ਕਿਸੇ ਨੂੰ ਇਹ ਆਮ ਸਾਡੇ ਇੱਥੇ ਦੇ ਲੋਕਾਂ ਨੂੰ ਪਤਾ ਨਹੀਂ ਹੈ ਕਿ 6ਵੀਂ ਦੇ ਵਿੱਚ ਇੱਥੇ ਪੰਜਾਬੀ ਐਜ਼ ਏ ਇਲੈਕਟਿਵ ਸਬਜੈਕਟ ਹੈਗੀ ਆ, ਕਿਸੇ ਨੂੰ ਨਹੀਂ ਪਤਾ। ਇੱਕ ਤਾਂ ਇਹ ਹੁਣ ਇਹ ਜਿਹੜੀ ਹੈ ਕਿ ਹੁਣ ਚਲੋ ਹੁਣ ਇੱਕ ਗਲੋਬਲ ਮਾਮਲਾ ਬਣ ਗਿਆ, ਦੁਨੀਆ ਜੁੜ ਗਈ ਹੈ, ਅਸੀਂ ਇੰਟਰਨੈਟ ਤੇ ਬੈਠੇ ਹਾਂ, ਸਾਹਮਣੇ ਇੱਕ ਦੂਜੇ ਨੂੰ ਵੇਖ ਰਹੇ ਹਾਂ। ਪੰਜਾਬ ਦੀ ਗੱਲ, ਪੰਜਾਬੀ ਦੀ ਗੱਲ, ਬੋਲੀ ਦੀ ਗੱਲ, ਕਲਚਰ ਦੀ ਗੱਲ ਸਾਰੀ ਦੁਨੀਆ, ਸਾਰੀਆਂ ਕੌਮਾਂ ਆਪਣੀ ਆਪਣੀ ਬੋਲੀ ਵਾਸਤੇ ਕਰ ਰਹੀਆਂ ਨੇ। ਮੈਂ ਤੁਹਾਡੇ ਤੱਕ ਪਹੁੰਚਣਾ, ਤੁਸੀਂ ਮੇਰੇ ਤੱਕ ਪਹੁੰਚਣਾ। ਬੋਲੀ ਮੈਨੂੰ ਦੂਸਰੀਆਂ ਵੀ ਸਿੱਖ ਲੈਣੀਆਂ ਚਾਹੀਦੀਆਂ, ਪਰ ਸਿੱਧੀ ਤੇ ਮੈਂ ਆਪਣੀ ਪੰਜਾਬੀ 'ਚ ਮੈਨੂੰ ਸਮਝ ਆਏਗੀ ਨਾ। ਇੱਕ ਤਾਂ ਪੰਜਾਬੀ ਦੀ ਨੁਹਾਰ ਸਹੀ ਕਰੀਏ, ਰਲ ਕੇ ਬੈਠਣ, ਸ਼ਬਦਾਵਲੀ ਸਾਫ਼ ਕੀਤੀ ਜਾਏ। ਦੂਜਾ, ਇਸ ਤਰ੍ਹਾਂ ਦੇ ਸੌਫਟਵੇਅਰ ਬਣਾਈਏ ਜਾਂ ਇਹਦੇ ਵਾਸਤੇ ਜਿਹੜੇ IT ਦੇ ਲੋਕ ਨੇ, ਮੈਂ ਉਹਨਾਂ ਨੂੰ ਕਹਾਂਗਾ ਕਿ ਉਹ ਜੁੜਨ। ਔਰ ਇਸ ਹਵਾਲੇ ਨਾਲ ਕੰਮ ਕੀਤਾ ਵੀ ਹੋਇਆ, ਪਟਿਆਲਾ ਯੂਨੀਵਰਸਿਟੀ ਦੇ ਵਿੱਚ ਵੀ ਥੋੜਾ ਜਿਹਾ ਹੋਇਆ ਕਿ ਟਰਾਂਸਕ੍ਰਿਪਸ਼ਨ ਹੋ ਜਾਵੇ ਪੰਜਾਬੀ ਲਿਟਰੇਚਰ ਸ਼ਾਹਮੁਖੀ 'ਚ। ਇੱਕ ਕਲਿੱਕ ਦੇ ਨਾਲ ਗੁਰਮੁਖੀ ਸ਼ਾਹਮੁਖੀ ਹੋ ਜਾਏ, ਇੱਕ ਕਲਿੱਕ ਦੇ ਨਾਲ ਗੁਰਮੁਖੀ ਸ਼ਾਹਮੁਖੀ ਤੋਂ ਗੁਰਮੁਖੀ ਹੋ ਜਾਏ। ਤੇ ਉਹ ਹੈ ਕਿ ਅਸੀਂ ਇਹ ਦੇਖੋ, ਹੁਣ ਮੈਂ ਪੜ੍ਹ ਸਕਦਾ ਜਿਹੜੇ ਇਸ ਵੇਲੇ ਸਵਾਲ ਆਏ ਨੇ, ਮੈਂ ਕਿਉਂਕਿ ਗੁਰਮੁਖੀ ਜਾਣਨਾ। ਜੀ। ਤੇ ਇਹ ਜਿੰਨੇ ਇਸ ਸਵਾਲ ਦੇ ਉੱਤੇ ਲਾਈਵ ਕਮੈਂਟਸ ਆ ਰਹੇ ਨੇ, ਮੈਂ ਸਭ ਦੇ ਪੜ੍ਹ ਸਕਦਾ ਹਾਂ। ਆਜ਼ਮ ਮਲਕ ਨਹੀਂ ਪੜ੍ਹ ਸਕਦੇ। ਬਿਲਕੁਲ ਸਹੀ ਗੱਲ। ਤੇ ਆਜ਼ਮ ਮਲਕ ਨੂੰ ਗੁਰਮੁਖੀ ਸਿੱਖਣੀ ਪਏਗੀ। ਅਗਰ
ਇਹਦੇ ਨਾਲ ਹੀ ਇਸ ਨੂੰ ਕੱਟ ਪੇਸਟ ਕਰਕੇ ਇਹ ਉਸੇ ਸੌਫਟਵੇਅਰ ਦੇ ਵਿੱਚ ਇਹਨੂੰ ਲਿਜਾਣ ਔਰ ਉਹਨੂੰ ਇਹਦਾ ਉਲੱਥਾ ਹੋ ਜਾਏ, ਇਹਦਾ ਟ੍ਰਾਂਸਲਿਟਰੇਟ ਹੋ ਜਾਏ, ਤਾਂ ਉਹ ਇਹ ਵੇਖ ਲਏਗਾ। ਇਸ ਤਰ੍ਹਾਂ ਹੀ ਪੜ੍ਹਨਾ ਜੀ, ਮੈਂ ਟ੍ਰਾਂਸਲੇਸ਼ਨ ਹੀ ਪੜ੍ਹਨਾ ਨਹੀਂ, ਉਹ ਮੈਨੂੰ ਪਤਾ ਟ੍ਰਾਂਸਲਿਟਰੇਸ਼ਨ ਜਿਹੜੀ ਹੈ ਨਾ, ਉਹ ਮੈਂ ਉਹ ਟ੍ਰਾਂਸਲੇਸ਼ਨ ਦੀ ਗੱਲ ਨਹੀਂ ਕਰ ਰਿਹਾ, ਮੈਂ ਉਹਦੀ ਟ੍ਰਾਂਸਲਿਟਰੇਸ਼ਨ ਦੀ ਗੱਲ ਕਰ ਰਿਹਾ, ਮੈਂ ਉਸਦੇ ਲਿਪੀ ਅੰਤਰ ਦੀ ਗੱਲ ਕਰ ਰਿਹਾ, ਸਕ੍ਰਿਪਟ ਦੀ ਬਦਲਾਈ, ਹਾਂ ਉਲੱਥੇ ਦੀ ਗੱਲ ਜੀ, ਬਿਲਕੁਲ ਸਹੀ। ਇੱਕ ਤਾਂ ਇਹਦੇ ਵਾਸਤੇ ਬਣਾਇਆ ਜਾਵੇ ਔਰ ਦੂਸਰੀ ਬੋਲੀ ਨੂੰ ਸਾਫ਼ ਕੀਤਾ ਜਾਏ। ਤੀਜਾ, ਇੱਕ ਸਾਂਝਾਂ ਦੇ ਜਿੰਨੇ ਲੋਕ ਆਨਲਾਈਨ ਕੰਮ ਕਰ ਰਹੇ ਨੇ ਅੱਜ ਕੱਲ, ਇਹ ਵੀ ਇੱਕ ਹੈ ਕਿ ਪਤਾ ਨਹੀਂ ਕਿਹੜੇ ਕਿਹੜੇ ਉੱਠ ਕੇ ਆ ਕੇ ਪੰਜਾਬੀ ਦੀ ਗੱਲ ਕਰਨ ਲੱਗ ਪਏ ਨੇ, ਪੰਜਾਬੀ ਦੇ ਸੇਵਕ ਬਣ ਗਏ ਨੇ, ਪੰਜਾਬੀ ਚੈਨਲ ਖੋਲ ਕੇ ਬਹਿ ਗਏ ਨੇ। ਜ਼ਾਹਿਰ ਹੁਣ ਅੱਜ ਕੱਲ ਤੇ ਕਰੋਨਾ ਜਿਹੜਾ ਹੈ ਨਾ, ਉਹਨੇ ਬੰਨਿਆ ਹੋਇਆ ਸਾਰੀ ਦੁਨੀਆ ਨੂੰ, ਤੇ ਲੋਕਾਂ ਨੂੰ ਹੁਣ ਤੇ ਵੱਡੇ ਵੱਡੇ ਹਾਈ ਪ੍ਰੋਫਾਈਲ ਸੈਲੈਬ੍ਰਿਟੀਜ਼ ਜਿਹੜੀਆਂ ਨੇ, ਉਹ ਬੀਗੋ ਤੇ ਸਟ੍ਰੀਮ ਕਰ ਤੇ ਫਲਾਨਿਆਂ ਤੇ ਉਹ ਜਿਹੜੇ ਉੱਥੇ ਆ ਕੇ ਬਹਿ ਗਏ ਨੇ, ਉਹਨਾਂ ਨੂੰ ਜ਼ਰਾ ਕਿਧਰੇ ਜਾ ਨਹੀਂ ਸਕਦੇ, ਉਹ ਆਪਣੇ ਆਪਣੇ ਕਥਾਰਸਿਸ ਲਈ ਬੈਠੇ ਨੇ। ਅਗਰ ਇਹ ਕਰੋਨਾ ਨਾ ਹੁੰਦਾ ਤੇ ਇਹ ਜਿਹੜੀ ਇਸ ਤਰ੍ਹਾਂ ਦੀਆਂ ਸਾਂਝਾਂ ਬੜੀਆਂ ਨੇ, ਇਹਨਾਂ ਨੂੰ ਖਿਆਲ ਵੀ ਨਹੀਂ ਸੀ ਆਉਣਾ ਪੰਜਾਬੀਆਂ ਨੂੰ। ਠੀਕ ਗੱਲ, ਬਿਲਕੁਲ ਸਹੀ। ਮੈਂ ਦੇਖ ਰਿਹਾ ਸੀ ਪਿਛਲੇ ਦਿਨੇ ਮੈਗਜ਼ੀਨ, ਦਸਤਾਵੇਜ਼ ਮੈਗਜ਼ੀਨ, ਜਗਜੀਤ ਗਿੱਲ ਹੋਰਾਂ ਸ਼ੁਰੂ ਕੀਤਾ, ਮੈਨੂੰ ਬੜਾ ਵਧੀਆ ਲੱਗਾ ਕਿ ਉਹਦੇ ਵਿੱਚ ਉਹ ਇੱਕ ਜਿਸ ਤਰ੍ਹਾਂ ਕੋਈ ਐਡੀਟਰ ਹੈ, ਉਹ ਇੱਕ ਡਿਜੀਟਲ ਮੈਗਜ਼ੀਨ ਕੱਢ ਰਹੇ ਨੇ। ਹਾਂਜੀ। ਸੋ ਪੰਜਾਬੀ ਬੋਲੀ ਨੂੰ ਡਿਜੀਟਲਾਈਜ਼ ਕਰੋ, ਆਡੀਓ ਬੁੱਕਸ ਬਣਾਓ, ਵੱਧ ਤੋਂ ਵੱਧ ਪੰਜਾਬੀ ਦਾ ਜਿਹੜਾ ਅਖਾਣ, ਮਿਸਲਾਂ, ਮੁਹਾਵਰੇ, ਪੰਜਾਬੀ ਕਹਾਣੀ, ਪੰਜਾਬੀ ਲੋਕੀ ਗੱਡੀ 'ਚ ਬਹਿਣ, ਲੋੜ ਹੈ ਵੇ, ਲੋਕਾਂ ਦੇ ਕੋਲ ਕੋਈ ਵਿਜ਼ੂਅਲੀ ਅੰਗੇਜ ਹੋਣ ਦਾ ਟਾਈਮ ਨਹੀਂ ਹੈਗਾ। ਲੋਕ ਗੱਡੀ 'ਚ ਬੈਠਿਆ, ਜਿਹਨੇ 100 ਮੀਲ ਸਫ਼ਰ ਕਰਕੇ ਆਪਣੇ ਦਫ਼ਤਰ ਜਾਣਾ, ਮੈਂ ਕੈਨੇਡਾ ਗਿਆ ਸੀ ਤਾਂ ਉੱਥੇ ਉਹ ਮੈਨੂੰ ਨਾਲ ਲੈ ਗਿਆ, ਇੱਕ ਉਹ ਤੇ 1.5 ਘੰਟਾ ਲੱਗ ਗਿਆ। ਮੈਂ ਕਿਹਾ ਇਹ ਲੋਕ ਰੋਜ਼ ਜਾਂਦੇ ਨੇ, ਰੋਜ਼ ਆਉਂਦੇ ਨੇ, ਤੇ ਇਹਦਾ ਮਤਲਬ ਹੈ ਕਿ ਇਹਨਾਂ ਕੋਲ 3 ਘੰਟੇ ਨੇ ਇਸ ਟਾਈਮ ਦੇ ਵਿੱਚ ਕੱਲਿਆਂ ਡਰਾਈਵ ਕਰਨਾ, ਕਿਉਂਕਿ ਉੱਥੇ 1 ਘੰਟੇ ਦੀ ਡਰਾਈਵ ਦਫ਼ਤਰ ਜਾਣਾ ਕੋਈ ਰੌਲਾ ਨਹੀਂ ਹੈ। ਹੁਣ ਉੱਥੇ ਜਿਹੜਾ ਓਵਰਸੀਜ਼ ਪਾਕਿਸਤਾਨੀ NRIs ਨੇ ਜਿਹੜੇ ਨੇ, ਉਹ ਅਗਰ ਤੁਸੀਂ ਚੰਗੀ ਕਹਾਣੀ, ਚੰਗੀ ਕਵਿਤਾ, ਚੰਗਾ ਲੇਖ, ਆਰਟੀਕਲ, ਜਾਂ ਉਹਨੂੰ ਆਪਣੀ ਬੋਲੀ 'ਚ ਉਹਦਾ ਆਡੀਓ ਬਣਾ ਦਿਓ, ਈ ਬੁੱਕਸ ਬਣਾਓ, ਤਾਂ ਜੇ ਅਸੀਂ ਫਰਜ਼ ਕਰੋ ਗੁਰਮੁਖੀ ਤੇ ਚਾਹੀਦੀ ਹੈ ਨਾ ਵੇਖ ਕੇ ਪੜ੍ਹਨ ਲਈ, ਉਹ ਜਿਹੜਾ ਬੰਦਾ ਬੋਲ ਰਿਹਾ ਉਹ ਤੇ ਸਿੱਧੀ ਸਮਝ ਆਉਣੀ ਹੈ ਨਾ। ਹਾਂਜੀ ਜੀ, ਉਹ ਤਾਂ ਜਿੰਨੇ ਕਵੀ ਨੇ ਆਪਣੀ ਆਪਣੀ ਕਿਤਾਬ ਦੀ ਈ ਬੁੱਕਸ ਬਣਾ ਦਿਓ, ਆਪਣੀ ਆਪਣੀ ਕਿਤਾਬ। ਅਗਰ ਉਹ ਖੁਦ ਅੱਛਾ ਪੜ੍ਹ ਸਕਦੇ ਨੇ ਠੀਕ ਹੈ, ਨਹੀਂ ਤੇ ਪੰਜਾਬੀ ਵਾਇਸ ਓਵਰ ਵਾਲੇ ਲੋਕ ਲਓ, ਉਹਨਾਂ ਨੂੰ ਕਹੋ ਕਿ ਜਨਾਬ ਪੰਜਾਬੀ ਮੇਰੀ ਲਿਖਤ ਹੈ, ਚੰਗੀ ਲਿਖਤ ਹੈ, ਜਾਂ ਜਿਹੜੀ ਵੀ ਚੰਗੀ ਲਿਖਤ ਹੈ ਉਹਨੂੰ ਪੜ੍ਹੋ। ਉਹਦੇ ਵਿੱਚ ਇਹ ਨਾ ਵੇਖੋ ਕਿ ਕੌਣ ਹੈ ਤੇ ਕੀ ਇਹਦਾ ਹੈ ਵਿਚਾਰਧਾਰਾ ਤੇ ਕਿਵੇਂ ਦਾ ਬੰਦਾ, ਨਹੀਂ, ਜਿਹੜੀ ਗੁਣ, ਜਿਹੜੀ ਚੰਗੀ ਚੀਜ਼, ਜਿਹੜੀ ਇਨਸਾਨ ਨੂੰ ਚੰਗੀ ਸੋਚ ਦੇ ਸਕਦੀ ਹੈ, ਤਰੱਕੀ ਦੇ ਸਕਦੀ ਹੈ, ਬੋਲੀ ਦਾ ਰਸ ਆ ਸਕਦਾ ਹੈ, ਉਹਦੇ ਵਿੱਚੋਂ ਇੱਕ ਇਸ ਤਰ੍ਹਾਂ ਦੀ ਉਸਨੂੰ ਖੁਸ਼ੀ ਮਿਲ ਸਕਦੀ ਹੈ, ਤਾਂ ਉਹ ਸਾਰਾ ਰੰਗ ਜਿਹੜਾ ਨਾ, ਇਹ ਲੋੜ ਹੈ ਕਿ ਇਸ ਨੂੰ ਅਸੀਂ ਉਹਨੂੰ ਕਰ ਦਈਏ। ਇੱਕ ਤਾਂ ਇਹ ਹੋਇਆ, ਤੇ ਦੂਸਰਾ ਹੈ ਕਿ ਹੁਣ ਪੰਜਾਬੀ ਇਕੋਨਮੀ ਦੇ ਨਾਲ ਅਸੀਂ ਆਪਣੇ ਤੌਰ ਤੇ ਕਰ ਰਹੇ ਹਾਂ ਕਿ ਇੱਧਰੋਂ ਆਵਾਜ਼ ਅਸੀਂ ਚੁੱਕਦੇ ਪਏ ਹਾਂ, ਔਰ ਕਦੇ ਵੀ ਆਵਾਜ਼ ਰੁਕਣ ਨਹੀਂ ਦਿੱਤੀ, ਹੁਣ ਅਸੀਂ ਵਧਾ ਦਿੱਤੀ ਹੈ। ਜਿੱਦਣ ਸਾਡੀ ਕੌਮ, ਸਾਡੇ ਦੇ ਇੱਥੇ ਦੇ ਬੱਚੇ ਆਪਣੀ ਬੋਲੀ 'ਚ ਪੜ੍ਹਨਗੇ, ਉਹ ਜਿਸ ਵੇਲੇ ਸਵੇਰੇ ਪ੍ਰੇਅਰ ਤੇ ਖੜੇ ਹੋਣਗੇ ਔਰ ਆਪਣੀ ਬੋਲੀ, ਆਪਣੇ ਫਕੀਰਾਂ ਦੀ, ਬੁੱਲੇ ਸ਼ਾਹ ਦੀ, ਵਾਰਿਸ ਸ਼ਾਹ ਦੀ, ਸ਼ਾਹ ਹੁਸੈਨ ਦੀ ਕੋਈ ਕਵਿਤਾ ਦੇ ਬੋਲ ਉਹ ਬੋਲਣਗੇ, ਉਹ ਗਾਉਣਗੇ, ਉਹਨਾਂ ਦੀਆਂ ਆਪਣੀ ਧਰਤੀ ਨਾਲ, ਆਪਣੀ ਮਿੱਟੀ ਨਾਲ, ਆਪਣੀ ਪੂਰੀ ਜੀਆ ਜੂਨ ਨਾਲ ਇੱਕ ਜੜ੍ਹਾਂ ਬਣਨਗੀਆਂ। ਇਹਦੀ ਲੋੜ ਹੈ। ਅਸੀਂ ਇੱਧਰ ਆਪਣਾ ਯੁੱਧ ਪੇ ਕਰਨੇ, ਤੁਸੀਂ ਵੀ ਇਹ ਉਸ ਪੱਖੋਂ ਉਧਰ ਕਰ ਸਕਦੇ ਹੋ, ਜਿਹੜੀਆਂ ਤੁਹਾਡੀ ਫਿਕਰਾਂ ਹੈ ਨੇ, ਦੋਵੇਂ ਜੀਆਂ ਨੇ, ਜੋ ਸੈਫੀ ਜੀ ਨੇ ਵੀ, ਔਰ ਇਹ ਇੱਕ ਸਾਂਝਾ ਬਣਾਉਣ ਦੀ ਲੋੜ ਹੈ। ਤੇ ਬਾਕੀ ਇਹ ਵੇ ਕਿ ਪੂਰੀ ਜਗਤ ਦੇ ਵਿੱਚ ਜਿਹੜਾ ਵੀ ਪੰਜਾਬੀ ਦੇ ਵੱਲੋਂ, ਮੈਂ ਨਹੀਂ ਕਹਿੰਦਾ ਕਿ ਅਸੀਂ, ਕਿਉਂਕਿ ਸਾਡੀ ਇਹ ਬੋਲੀ ਹੈ, ਸਾਡੀ ਅਨਪੜ੍ਹਤਾ ਬਹੁਤ ਅਨਪੜ੍ਹਤਾ ਹੈ। ਸਾਡੇ ਤੇ 100 ਚੋਂ 70 ਬੱਚੇ ਸਕੂਲੋਂ ਨੱਸ ਜਾਂਦੇ ਨੇ ਪ੍ਰਾਇਮਰੀ 'ਚ ਹੀ, ਤੇ ਅਸੀਂ ਕਿੱਧਰ ਜਾਣਾ। ਸਾਡੀ ਲਿਟਰੇਸੀ ਰੇਟ ਦਾ ਨਾ ਪੁੱਛੋ, ਸਾਡੇ ਪੜ੍ਹੇ ਲਿਖੇ ਵੀ ਬਹੁਤ ਪੜ੍ਹੇ ਨੇ, ਸਾਡੇ ਪੜ੍ਹੇ ਲਿਖੇ ਇੰਨੇ ਪੜ੍ਹੇ ਨੇ ਕਿ ਉਹ ਬੰਦਾ ਪੁੱਛਦਾ ਉਹਨੂੰ ਕਿ ਯਾਰ ਤੂੰ ਕੁਝ ਪੜ੍ਹ ਹੀ ਲੈਂਦਾ, ਪਰ ਇਹ ਵੀ ਕਿ ਇੱਥੇ ਪੜ੍ਹ ਪੁਖਤੇ ਨੇ ਬਹੁਤੇ ਵਿਚਾਰੇ। ਔਰ ਫਿਰ ਕਿ ਜਿਹੜੀ ਪੜ੍ਹਾਈ ਹੈ ਉਹ ਉਸਨੂੰ ਕ੍ਰੀਏਟਿਵ ਨਹੀਂ ਬਣਾ, ਜਿੰਨਾ ਚਿਰ ਤੱਕ ਆਪਣੀ ਬੋਲੀ ਨਹੀਂ ਪੜ੍ਹੇਗਾ ਬੰਦਾ, ਆਪਣੇ ਕਲਚਰ ਤੋਂ ਜਾਣੂ ਨਹੀਂ ਹੋਏਗਾ, ਆਪਣਾ ਅਖਾਣ, ਮਿਸਲ, ਮੁਹਾਵਰਾ ਨਹੀਂ ਜਾਣੇਗਾ, ਉਹ ਕਵਿਤਾ ਨਹੀਂ ਲਿਖ ਸਕਦਾ,
ਉਹ ਚੰਗੀ ਗੱਲ ਨਹੀਂ ਕਰ ਸਕਦਾ, ਉਹ ਰਿਚ ਗੱਲ ਨਹੀਂ ਕਰ ਸਕਦਾ, ਉਹਦਾ ਕੋਲ ਵਿਜ਼ਨ ਹੀ ਕੋਈ ਨਹੀਂ ਹੋਵੇਗਾ ਜਿਹੜਾ ਆਪਣੀ ਮਿੱਟੀ ਨਾਲ, ਆਪਣੀ ਪੂਰੀ ਫਿਲਾਸਫੀ ਨਾਲ, ਆਪਣੀ ਪੰਜਾਬੀ ਦਰਸ਼ਨ ਦੇ ਨਾਲ ਨਹੀਂ ਜੁੜਿਆ ਹੋਇਆ। ਜਿਹੜਾ ਉਹ ਕਿਵੇਂ ਕਿਸੇ ਹੋਰ ਕੌਮ ਨੂੰ ਸਮਝ ਸਕਦਾ, ਹੋਰ ਬੋਲੀ ਨੂੰ ਕਿਵੇਂ ਸਮਝ ਸਕਦਾ, ਹੋਰ ਕਲਚਰ ਨੂੰ ਕਿਵੇਂ ਸਮਝ ਸਕਦਾ। ਸੋ ਬੜੇ ਸੁਚੇਤ ਹੋ ਕੇ, ਸੁਜਾਕੇ ਹੋ ਕੇ ਆਪਣੀ ਬੋਲੀ ਨੂੰ ਪੜ੍ਹੋ, ਨਾਲ ਅੰਗਰੇਜ਼ੀ ਪੜ੍ਹੋ, ਲਿਖੋ, ਤੇ ਨਾਲ ਪੂਰੀ ਦੁਨੀਆ ਦੀ ਹਾਣ ਦੀਆਂ ਜਿੱਥੇ ਜਿੰਨੀ ਡਿਵੈਲਪਮੈਂਟ ਹੋਈ ਹੈ। ਜਾਪਾਨੀਆਂ ਨੇ ਕੀ ਕੀਤਾ, ਉਹਨਾਂ ਨੇ ਇੱਕ ਤਾਂ ਐਜੂਕੇਸ਼ਨ ਭਾਵੇਂ ਕਲੋਨੀ ਬਣ ਕੇ ਐਜੂਕੇਸ਼ਨ ਦਾ ਡਿਪਾਰਟਮੈਂਟ ਆਪਣੇ ਕੋਲ ਲਿਆ। ਇਸ ਵੇਲੇ ਉੱਤੇ 100% ਲਿਟਰੇਸੀ ਰੇਟ ਹੈ। ਅਸੀਂ ਤੇ ਔਰ ਸਾਡੇ ਤੋਂ ਅੱਗੇ ਹਾਂ ਬੰਗਲਾਦੇਸ਼ ਬਾਅਦ ਚ ਬਣਿਆ, ਉਹ 80-90 ਦੇ ਨੇੜੇ ਪਹੁੰਚ ਗਿਆ। ਤੇ ਸਾਡੇ ਅਸੀਂ ਤੇ ਦੱਸਦੇ ਨਹੀਂ ਹੈ, ਕਿਉਂਕਿ ਸਾਨੂੰ ਦੱਸਿਆ ਵੀ ਗਲਤ ਜਾਂਦਾ। ਸਾਡੀ ਲਿਟਰੇਸੀ ਵਧਾਣੀ ਹੈ, ਇੰਨੀ ਪਿਆਰੀ ਚੱਲ ਰਹੀ ਹੈ ਕਿ ਉਹ ਦਿਲ ਨਹੀਂ ਕਰ ਰਿਹਾ ਵਿੱਚ ਬੋਲੀਏ ਵੀ, ਲੇਕਿਨ ਉਹ ਇੰਨਾ ਲੋਕ ਪਸੰਦ ਵੀ ਕਰ ਰਹੇ ਨੇ। ਵਕਤ ਜ਼ਰਾ ਨੇੜੇ ਆ ਗਿਆ ਹੈ। ਮੈਂ ਚਾਹਾਂਗਾ ਕਿ ਤੁਹਾਡੇ ਕੋਲ ਕੋਈ ਲੋਕ ਚਾਹੁੰਦੇ ਨੇ ਸੁਣਨਾ ਸ਼ਾਇਰੀ, ਕੋਈ ਇੱਕ ਸ਼ਾਇਰ ਸਾਂਝੀ ਕਰ ਦਿਓ, ਫਿਰ ਅਸੀਂ ਮਿੱਤਰਾਂ ਨੂੰ ਚਾਹਾਂਗੇ ਕੋਈ ਪੈਗਾਮ ਦੇਣ ਆਪਣਾ ਸਾਡੇ ਸੁਣਨ ਵਾਲਿਆਂ ਨੂੰ, ਔਰ ਇੱਕ ਸੁਣਿਆ ਸੈਫੀ ਸਾਹਿਬ ਦੇਣਗੇ ਤੁਹਾਡੀ ਨਜ਼ਮ ਤੋਂ ਬਾਅਦ ਜਾਂ ਤੁਹਾਡੇ ਅਸ਼ਲੋਕ ਜਾਂ ਦੋਹੇ ਜੋ ਵੀ ਸੁਣਾਉਣਾ ਚਾਹੋ। ਉਹ ਭਾਜੀ ਹੁਣ ਇਹ ਤੇ ਹੁਣ ਤੁਸੀਂ ਨਵਾਂ ਖੋਲ ਦਿੱਤਾ। ਚਲੋ ਮੈਂ ਸੁਣਾ ਦਿੰਦਾ ਕੋਈ ਇੱਕ ਅੱਧੀ। ਜੀ ਜ਼ਰੂਰ ਜ਼ਰੂਰ ਜੀ। ਮੈਨੂੰ ਹੁਣ ਤੁਸੀਂ ਦੱਸ ਦਿਓ, ਮੈਨੂੰ ਤੇ ਹੁਣ ਵੀ ਚੇਤਾ। ਚਲੋ ਮੈਂ ਆਉਣ ਦਿਓ, ਕੁਝ ਵੀ ਆ ਜਾਏ। ਚਲੋ ਉਹਦੇ ਵਿੱਚ ਇੱਕ ਕਵਿਤਾ ਬੜੀ ਪੁਰਾਣੀ ਹੈ, 91-2 ਦੀ ਹੈ, ਉਹਦੇ ਵਿੱਚ ਹੈਪੀ ਵੀ ਸੀ ਉਦੋਂ। ਸੱਜਣ ਪੀੜਾਂ ਵਿਖੜਿਆ ਸਾਡੇ ਸੁਪਨੇ ਰਹਿ ਗਏ ਕੋਰੇ। ਅੱਛਾ, ਵਾਹ ਵਾਹ, ਉਹੀ ਰੋਣਾ ਰੋਂਦੇ ਆ। ਕਿਆ ਬਾਤ, ਨਹੀਂ ਬੜੀ ਸੋਹਣੀ ਗੱਲ ਹੈ ਜੀ, ਇਹੀ ਨਿਕਲਣਾ ਤੁਹਾਡੇ ਵਿੱਚੋਂ। ਸੱਜਣ ਸਾਡੇ ਸੁਪਨੇ, ਸਰੋਈ ਮੈਨੂੰ ਜਰਾ ਨਾਲ ਮੈਂ ਅੱਗੇ ਨਾ ਜਗਰਾਤਿਆਂ ਦਾ ਮਾਰਿਆ ਆਜ਼ਮ, ਮੈਨੂੰ ਤੂੰ ਬੜਾ ਨਹੀਂ ਤੁਸੀਂ ਬੜਾ ਸੋਹਣਾ ਹੀ ਗੱਲਬਾਤ ਕੀਤੀ, ਔਰ ਜਜ਼ਬਾਤੀ ਤੁਸੀਂ ਹੋ ਗਏ। ਆਪਣੀ ਜ਼ਬਾਨ ਲਈ ਹੋਣਾ ਵੀ ਚਾਹੀਦਾ ਹੈ। ਬੜੀਆਂ ਸੋਹਣੀਆਂ ਗੱਲਾਂ ਹੋਈਆਂ, ਬੜਾ ਲੋਕ ਪਸੰਦ ਕਰ ਰਹੇ ਨੇ। ਤੁਹਾਡੀ ਮਿਹਰਬਾਨੀ, ਬੜੀ ਮਿਹਰਬਾਨੀ। ਅੱਛਾ, ਉਹਦੇ ਵਿੱਚ ਕਿ ਅਜੇ ਤਾਂ ਪੰਜਾਬੀ ਚ ਕਹਿੰਦੇ ਨੇ ਅਜੇ ਤਾਂ ਕੁਝ ਵੀ ਗੱਲ ਨਹੀਂ ਕੀਤੀ, ਗੱਲਾਂ ਤੇ ਇੰਨੀਆਂ ਸਨ। ਨਹੀਂ ਅਸੀਂ ਇਹ ਸੋਚ ਲਿਆ ਕਿ ਤੁਹਾਡੇ ਤਿੰਨਾਂ ਬੰਦਿਆਂ ਨੇ ਇੱਕ ਪ੍ਰੋਗਰਾਮ ਲਹਿਦਾ ਕਰਨਾ ਹੈ, ਅਜੇ ਹੱਕਦਾਰ ਨਹੀਂ ਹੋਇਆ ਇਸ ਮੌਜੂਦ ਦਾ। ਇਹਦਾ ਤੁਹਾਨੂੰ ਬੜਾ ਸਵਾਬ ਹੋਣਾ, ਤੁਹਾਡੀ ਬਖਸ਼ਿਸ਼ ਵੀ ਇੰਜੀ ਹੈ। ਮੈਨੂੰ ਰੱਬ ਨੇ ਵੀ ਤੁਹਾਡੇ ਤੇ ਤਾਂ ਹੀ ਮਿਹਰਬਾਨ ਹੋਣਾ ਹੈ ਜੀ। ਜ਼ਰੂਰ। ਅੱਛਾ ਸੱਜਣ ਸਾਡੇ ਸੁਪਨੇ ਰਹਿ ਗਏ ਕੋਰੇ। ਹੁਣ ਸੀਰੀਅਸ ਹੋ ਜਾਈਏ ਥੋੜਾ ਜਿਹਾ, ਕਵਿਤਾ ਸੁਣਾਣੀ ਹੈ ਯਾਰ। ਠੀਕ ਹੈ। ਅਸਲ ਚ ਮੈਂ ਹੈਗਾ ਭਾਈ ਸੈਫੀ ਜੀ, ਮੈਂ ਹੈਗਾ ਥੋੜਾ ਜਿਹਾ ਸੈਲੀਬ੍ਰੇਟਿਵ ਜਿਹਾ ਬੰਦਾ। ਮੈਂ ਤੇ ਆਪਣਾ ਮਜ਼ਾ ਕਰਨਾ ਆ, ਆਪਣਾ ਆਪਣੀ ਜਸ਼ਨ ਤੇ ਉਹਦੇ ਵਿੱਚ ਹੈ ਕਿ ਖਿੜੇਗਾ। ਮੈਂ ਤੁਹਾਨੂੰ ਪਤਾ ਮੈਂ ਪਿਛਲੇ ਕੁਝ 36 ਘੰਟੇ ਤੋਂ ਨਹੀਂ ਸੁੱਤਾ, ਲੇਕਿਨ ਮੈਂ ਅਜੇ ਵੀ ਹਰੇ ਭਰੇ ਨਹੀਂ ਜਿਵੇਂ। ਗੱਲ ਤੁਹਾਡੀ ਅਸਲ ਚ ਗੱਲ ਤੁਹਾਡੀ ਮਰਜ਼ੀ ਦੀ ਹੋ ਰਹੀ ਹੈ ਨਾ, ਜੇ ਮਾਂ ਬੋਲੀ ਦੀ ਗੱਲ ਤੁਹਾਡੇ ਵਿੱਚ ਵਸਦੀ ਹੈ। ਹਾਂਜੀ, ਇਹ ਤਾਂ ਠੀਕ। ਚਲੋ ਖੈਰ, ਹੁਣ ਮੈਂ ਮਜ਼ੀਦ ਸ਼ੋਖਾ ਜਾਂ ਨਖਰੇ ਨਾ ਕਰਾਂ, ਮੈਂ ਸਿੱਧੀ ਗੱਲ ਤੇ ਆਵਾਂ। ਸੱਜਣ ਸਾਡੇ ਸੁਪਨੇ ਰਹਿ ਗਏ ਕੋਰੇ, ਅੱਖੀਆਂ ਅੰਦਰ ਪਾੜ ਪਏ, ਜਿਉਂ ਕੰਧਾਂ ਵਿੱਚ ਮਗੋਰੇ। ਵਾਹ। ਸੱਜਣ ਸਾਡੇ ਸੁਪਨੇ ਰਹਿ ਗਏ ਕੋਰੇ, ਜਗ ਕੂੜ ਪਸਾਰਾ ਕਹਿਰ ਦਾ, ਜਗ ਕੂੜ ਪਸਾਰਾ ਕਹਿਰ ਦਾ, ਜਗ ਕੂੜ ਪਸਾਰਾ ਕਹਿਰ ਦਾ, ਸਾਨੂੰ ਚਸਕਾ ਲੱਗਾ ਜ਼ਹਿਰ ਦਾ, ਦਿਲ ਪਾਰਾ ਕਿਤੇ ਨਾ ਠਹਿਰਦਾ, ਸਾਨੂੰ ਧੜਕੂ ਅੱਠੇ ਪੈਰ ਦਾ। ਵਾਹ ਵਾਹ, ਸਾਨੂੰ ਧੜਕੂ ਅੱਠੇ ਪੈਰ। ਜਗ ਕੂੜ ਪਸਾਰਾ ਕਹਿਰ ਦਾ, ਸਾਨੂੰ ਚਸਕਾ ਲੱਗਾ ਜ਼ਹਿਰ ਦਾ, ਦਿਲ ਪਾਰਾ ਕਿਤੇ ਨਾ ਠਹਿਰਦਾ, ਸਾਨੂੰ ਧੜਕੂ ਅੱਠੇ ਪੈਰ ਦਾ, ਇੱਕ ਪਾਸਾ ਮਰਿਆ ਸ਼ਹਿਰ ਦਾ, ਵਿੱਚ ਭੁੱਖਾ ਫਨੀਰ ਲਹਿਰ ਦਾ। ਮਾਵਾਂ ਨੇ ਖੀਸੇ ਫੋਲ ਕੇ, ਮਾਵਾਂ ਨੇ ਖੀਸੇ ਫੋਲ ਕੇ, ਤੇ ਪੁੱਤ ਸਫਰਾਂ ਤੇ ਟੋਰੇ,
ਸਾਡੇ ਸੁਪਨੇ ਰਹਿ ਗਏ ਕੋਰੇ। ਵਾਹ ਵਾਹ ਮਾਵਾਂ ਨੇ ਖੀਸੇ ਫੋਲ ਕੇ ਤੇ ਪੁੱਤ ਸਫਰਾਂ ਤੇ ਟੋਰੇ, ਸਾਡੇ ਸੁਪਨੇ ਰਹਿ ਗਏ ਕੋਰੇ। ਅਸੀਂ ਸਈਆਂ ਨੈਣਾ ਵਾਲੀਆਂ, ਅਸੀਂ ਸਈਆਂ, ਇਹ ਹਰ ਸਵਾਣੀ ਹਰ ਔਰਤ ਦੇ ਨਾਂ। ਅਸੀਂ ਸਈਆਂ ਨੈਣਾ ਵਾਲੀਆਂ, ਸਾਨੂੰ ਜੋਇਆ ਅੰਨੇ ਹਾਲੀਆਂ, ਸਾਨੂੰ ਜੋਇਆ ਅੰਨੇ ਹਾਲੀਆਂ, ਮਨ ਖੋਬੇ ਸਦਰਾਂ ਗਾਲੀਆਂ, ਸਾਡਾ ਜੀਵਨ ਵਿੱਚ ਕੁਠਾਲੀਆਂ, ਖਸਮਾਂ ਦੀਆਂ ਅੱਗਾਂ ਵਾਲੀਆਂ, ਦਿਲ ਗੁੰਨੇ ਵਿੱਚ ਕੁਨਾਲੀਆਂ। ਵਾਹ ਵਾਹ ਵਾਹ, ਦਿਲ ਗੁੰਨੇ ਵਿੱਚ ਕਨਾਲੀ। ਅਸੀਂ ਸਈਆਂ ਨੈਣਾ ਵਾਲੀਆਂ, ਸਾਨੂੰ ਜੋਇਆ ਅੰਨੇ ਹਾਲੀਆਂ, ਮਨ ਖੋਬੇ ਸਦਰਾਂ ਗਾਲੀਆਂ, ਸਾਡਾ ਜੀਵਨ ਵਿੱਚ ਕੁਠਾਲੀਆਂ, ਖਸਮਾਂ ਦੀਆਂ ਅੱਗਾਂ ਵਾਲੀਆਂ, ਦਿਲ ਗੁੰਨੇ ਵਿੱਚ ਕੁਨਾਲੀਆਂ। ਇਸ ਔਂਤਰ ਜਾਣੇ ਸਮੇਂ ਨੇ, ਇਸ ਔਂਤਰ ਜਾਣੇ ਸਮੇਂ ਨੇ, ਸਾਹ ਬਰਫਾਂ ਵਾਂਗੂ ਖੋਰੇ, ਸਾਡੇ ਸੁਪਨੇ ਰਹਿ ਗਏ ਕੋਰੇ। ਵਾਹ ਵਾਹ, ਅੱਖੀਆਂ ਅੰਦਰ ਪਾੜ ਪਏ, ਜਿਉਂ ਕੰਧਾਂ ਵਿੱਚ ਮਗੋਰੇ, ਸੱਜਣ ਸਾਡੇ ਸੁਪਨੇ ਰਹਿ ਗਏ ਕੋਰੇ। ਵਾਹ ਵਾਹ ਜੀ ਵਾਹ ਸਾਹਿਰ ਜੀ, ਕਮਾਲ ਕਰਦਾ ਤੁਸੀਂ ਜੀ। ਅੱਜ ਰੌਣਕ ਸਾਡੀ ਦਿਖਾ ਦਿੱਤੀ ਔਰ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਨੇ, ਵਸਦੇ ਰਹੋ ਜਿਉਂਦੇ ਰਹੋ। ਮੈਂ ਹੁਣ ਚਾਹਾਂਗਾ ਕਿ ਆਖਰੀ ਗੱਲ ਜਿਹੜੀ ਨਾ ਜੀ, ਉਹ ਚੁੱਕੇ ਮਿੱਤਰ ਸਨ ਮੀਤ ਹਰੀ ਫਿਰ ਵਿੱਚੋਂ ਗਾਇਬ ਹੋ ਗਏ ਨੇ, ਤੇ ਦਵਿੰਦਰ ਸੈਫੀ ਹਰੀ ਕੋਈ ਗੱਲ ਕਰਨ ਸਾਡੇ ਸੁਣਨ ਵਾਲਿਆਂ ਨਾਲ। ਅੱਜ ਦਾ ਪੈਗਾਮ ਪ੍ਰੋਗਰਾਮ ਵਾਰ-ਵਾਰ ਲੋ ਹੋ ਰਹੀ ਹੈ ਔਰ ਮੈਂ ਸਿਰਫ ਦੋ ਗੱਲਾਂ ਹੀ ਦੋ ਦੋਹੇ ਜੀ। ਬਾਬਾ ਫਰੀਦ ਜੀ ਸਾਡੇ ਸ਼ਹਿਰ ਦੇ ਨੇ, ਆਏ ਨੇ, ਉਹਨਾਂ ਦੇ ਕਦਮ ਮੁਬਾਰਕ ਪਏ ਨੇ, ਇਸ ਲਈ ਉਹਨਾਂ ਨਾਲ ਇੱਕ ਗੱਲ ਕੀਤੀ ਸੀ। ਅਫਸਰ ਸਾਹਿਬ, ਜਿਵੇਂ ਸੈਮੀਨਾਰ ਦੀ ਗੱਲ ਹੋ ਰਹੀ ਸੀਗੀ ਤੇ ਕਿਵੇਂ ਕਿਵੇਂ ਲਫ਼ਜ਼ ਨੇ ਉਹ ਵਰਤੇ, ਜਦੋਂ ਮੇਰੇ ਅੰਦਰ ਇੱਕ ਲੰਬੀ, ਕਾਫੀ ਸਾਰੇ ਦੋਹੇ ਨੇ, ਲੇਕਿਨ ਦੋ ਮੈਂ ਤੁਹਾਡੇ ਨਾਲ ਗੱਲ ਕਰਕੇ ਬਸ ਇਜਾਜ਼ਤ ਲਵਾਂਗਾ। ਅਫਸਰ ਸਾਹਿਬ, ਬੁੱਧੀ ਜੀਵ ਕਹਾਉਣ ਲਈ ਇਹ ਵੀ ਕੰਮ ਕਰੀਏ, ਬੁੱਧੀ ਜੀਵ ਕਹਾਉਣ ਲਈ ਇਹ ਵੀ ਕੰਮ ਕਰੀਏ, ਸਰਲ ਸਲੋਕਾਂ ਤੇਰਿਆਂ ਵਿੱਚ ਉਲਝਣ ਭਰੀਏ। ਵਾਹ ਵਾਹ ਵਾਹ। ਟਿੱਡੇ ਮਨਾਂ ਦੇ, ਟੋਏ ਟਿੱਡੇ ਮਨਾਂ ਦੇ, ਅਸਾਂ ਇੰਜ ਚਮਕਾਏ, ਤੰਬੂ ਤਨ ਕੇ ਕੂੜ ਦੇ ਤੇਰੇ ਮੇਲੇ ਲਾਏ। ਬੁੱਝ ਗਿਆ ਜਿੰਦ ਦਾ ਤੇ ਵਿਜੜੀ ਵੇਲਾ, ਬੇੜਾ ਬੰਦ ਨਾ ਸਕਿਆ ਬੰਧਨ ਕੀ ਵੇਲਾ। ਤੇ ਬਾਬਾ ਜੀ ਬਹੁਤ ਮੁਬਾਰਕ ਹੈ ਤੁਹਾਡੀਆਂ ਗੱਲਾਂ ਨੂੰ, ਔਰ ਅਜੀਮ ਸਾਹਿਬ ਨੇ ਬੜਾ ਸੋਹਣਾ ਨਿਭਾਇਆ। ਮੀਤ ਸਾਹਿਬ ਆ ਗਏ ਨੇ ਦੁਆਰਾ, ਇਹਨਾਂ ਤੋਂ ਵੀ ਸੁਨੇਹਾ ਲੈਣਾ ਜੀ। ਤੇ ਮੈਨੂੰ ਅੰਦਰੋਂ ਥੋੜੇ ਜਿਹੇ ਸਾਫ਼ ਹੋਣਾ ਹੀ ਬੋਲੀ ਨਾਲ ਮੁਹੱਬਤ ਹੈ। ਬਸ ਮੈਨੂੰ ਤਾਂ ਇੰਝ ਲੱਗਦਾ ਕਿ ਸਾਰੇ ਕੰਮ ਆਪਣੇ ਆਪ ਹੀ ਠੀਕ ਹੋ ਜਾਂਦੇ ਨੇ, ਚਾਹੇ ਸਾਡੀ ਉਹ ਉੱਚੀ ਵਿੱਦਿਆ ਹੈਗੀ ਹੈ, ਚਾਹੇ ਕੋਈ ਤਰ੍ਹਾਂ ਦਾ ਕੰਮ ਹੈਗਾ ਜੀ, ਕੋਈ ਵੀ ਕਿਰਤ ਹੈਗੀ ਹੈ। ਅਫਜ਼ਲ ਸਾਹਿਬ ਜਿਵੇਂ ਗੱਲ ਕੀਤੀ ਨਾ ਜੀ ਪੰਜਾਬੀ ਫਿਲਮਾਂ ਦੀ, ਤੇ ਮੈਨੂੰ ਯਾਦ ਆਇਆ ਕਿ ਅੱਜ ਨਾ ਪੰਜਾਬੀ ਜ਼ੁਬਾਨ ਦੇ ਇੱਕ ਬੜੇ ਸੁੱਚੇ ਸੇਵਕ ਤੇ ਸੂਰਮੇ ਅਨੈਲ ਸਿੰਘ ਭੱਟੀਆ ਦੀ ਬਰਸੀ ਹੋਈ, ਤੇ ਮੈਂ ਸਮਝਦਾ ਕਿ ਉਹਨਾਂ ਨੂੰ ਧੰਨਵਾਦੀ ਹਾਂ, ਉਹਨਾਂ ਨੇ ਕੰਮ ਕੀਤਾ ਮਾਂ ਬੋਲੀ ਲਈ, ਔਰ ਉਹ ਇੱਕ ਫਨਕਾਰ ਹੋਣ ਦੇ ਨਾਲ ਨਾਲ ਬੜਾ ਸੁੱਚਾ ਪੰਜਾਬੀ ਉਹ ਕਾਮਾ ਵੀ ਸੀ। ਉਹਨਾਂ ਨੇ ਬਹੁਤ ਸਾਰਾ ਪੰਜਾਬ ਲਈ ਕੰਮ ਕੀਤਾ ਸੀ, ਉਹਨਾਂ ਨੂੰ ਅੱਜ ਦੇ ਦਿਨ ਯਾਦ ਕਰਨੇ ਆ, ਉਹਨਾਂ ਦੇ ਧੰਨਵਾਦੀ ਆ। ਤੇ ਹੁਣ ਆਖਰੀ ਪੈਗਾਮ ਲਈ ਅੱਜ ਦੇ ਸਾਰੇ ਸੀਨੀਅਰ ਸਾਡੇ ਜਿਹੜੇ ਪ੍ਰਾਹੁਣੇ ਨੇ, ਮਿੱਤਰ ਸੈਨ ਮੀਤ ਜੀ, ਕਿ ਅੱਜ ਆਪਣੇ ਸੁਣਨ ਵਾਲਿਆਂ ਨੂੰ ਕੋਈ ਸੁਨੇਹਾ ਦਿਓ। ਵੈਸੇ ਤੁਹਾਡੀ ਗੱਲ 'ਚ ਪੂਰਾ ਹੀ ਸੁਨੇਹਾ ਸੀ, ਲੇਕਿਨ ਕੋਈ ਇੱਕ ਗੱਲ ਆਖਰੀ ਜਾਂਦਿਆਂ ਤਾਂ ਕਿ ਇੱਕ ਤੋਹਫੇ ਦੇ ਤੌਰ ਤੇ। ਪ੍ਰਾਹੁਣਚਾਰੀ ਆਪਣੀ ਅੱਜ ਦੀ ਟੈਕਨੀਕਲ ਨੌਲੇਜ ਨਾ ਹੋਣ ਕਰਕੇ ਮਤਲਬ ਰੁੱਸਾ, ਜਿਵੇਂ ਪ੍ਰਾਹੁਣਾ ਰੁੱਸ ਜਾਂਦਾ ਵਾਰ-ਵਾਰ, ਉਦਾਂ ਦੀ ਹੋ ਗਈ ਆ। ਬਾਕੀ ਬਹੁਤ ਵਧੀਆ ਗੱਲਾਂ ਮੈਨੂੰ ਦੋਨਾਂ ਹੀ ਸਾਡੇ ਵਿਦਵਾਨ ਦੋਸਤਾਂ ਦੀ, ਤੁਹਾਡੀਆਂ ਵੀ ਹੋਈਆਂ। ਗੱਲ ਉੱਥੇ ਹੀ ਹੈ, ਅਫਜ਼ਲ ਸਾਹਿਬ ਨੇ ਜੋ ਗੱਲਾਂ ਕੀਤੀਆਂ ਵੀ ਸਾਡੀ ਪੰਜਾਬੀ ਬਹੁਤ ਅਮੀਰ ਹੈ, ਪਰ ਇਹ ਅਮੀਰੀ ਸੰਭਾਲੀ ਕਿਵੇਂ ਜਾਵੇ। ਸੰਭਾਲਣ ਦਾ ਇੱਕ ਵਿਅਕਤੀ, 2 ਵਿਅਕਤੀ, 10 ਵਿਅਕਤੀ ਨਹੀਂ ਕਰ ਸਕਦੇ। ਇਹ ਸਰਕਾਰਾਂ ਨੇ ਕਰਨਾ ਹੁੰਦਾ, ਯੂਨੀਵਰਸਿਟੀਆਂ ਨੇ ਕਰਨਾ ਹੁੰਦਾ। ਔਰ ਸਾਡੇ ਖੁਸ਼ਕਿਸਮਤੀ ਇਹੀ ਹੈ ਵੀ ਹੈ, ਪਰ ਉਹ ਸਾਡੇ ਜਿਹੜੇ ਵਿਦਵਾਨ ਲੋਕ ਨੇ ਆਪਣੀਆਂ ਡਿਊਟੀਆਂ ਤੋਂ ਖੁੰਝ ਗਏ ਨੇ, ਹੋਰ ਪਾਸੇ ਲਗਜ਼ਰੀਜ਼ ਵੱਲ ਆ ਗਏ। ਮੈਂ ਸ਼ਬਦ ਵਰਤਦਾ ਔਰ ਮੈਂ ਵਕੀਲ ਹਾਂ, ਇਸ ਕਰਕੇ ਮੇਰੀ ਜਿਹੜੀ ਭਾਸ਼ਾ ਦੇ ਵਿੱਚ ਬਹੁਤ ਸਾਰੇ ਲਫ਼ਜ਼ ਆ ਜਾਂਦੇ ਨੇ, ਪਰ ਇਹ ਕੋਈ ਮੈਂ ਸਮਝਦਾ ਵੀ ਜੇ ਗੱਲ ਆਪਣੀ
ਪ੍ਰਗਟਾ ਹੋ ਰਿਹਾ ਵਿਚਾਰ ਤਾਂ ਕੋਈ ਮਾੜੀ ਗੱਲ ਨਹੀਂ ਹੁੰਦੀ। ਇਹ ਸਾਡੀਆਂ ਕਮਜ਼ੋਰੀਆਂ ਨੇ ਜਿਹੜੀਆਂ ਸਾਡੇ ਜਿਹੜੇ ਜਿਵੇਂ ਗੱਲ ਕਰੀ ਦਿੱਤੀ ਅਫਜ਼ਲ ਸਾਹਿਬ ਨੇ ਵੀ ਜੇ ਸਾਡੇ ਅਹੁਦੇਦਾਰ ਬਣ ਗਏ ਆ, ਸਰਕਾਰਾਂ 'ਚ ਛਾ ਗਏ ਆ, ਉਹ ਲੋਕ ਆਪਣੀਆਂ ਡਿਊਟੀਆਂ ਭੁੱਲ ਗਏ। ਅਸੀਂ ਜਿਹੜਾ ਯਤਨ ਕਰ ਰਹੇ ਹਾਂ ਇੱਧਰ ਪੰਜਾਬ ਦੇ ਵਿੱਚ ਸੈਫੀ ਸਾਹਿਬ ਵਗੈਰਾ ਨਾਲ ਰਲ ਕੇ ਉਹ ਇਹੀ ਕਰ ਰਹੇ ਆ, ਇਹਨਾਂ ਲੋਕਾਂ ਨੂੰ ਵੀ ਜਗਾ ਰਹੇ ਆ। ਸ਼ਾਇਦ ਬਹੁਤ ਅਮੀਰ ਹੈ, ਜਿਹੜੀ ਗੱਲ ਪਹਿਲਾਂ ਅਫਜ਼ਲ ਸਾਹਿਬ ਨੇ ਕਰੀ ਸੀ ਵੀ ਇੱਧਰ ਕਿਤੇ ਸੁਸਤ ਜਿਹੇ ਲੇਖ ਨਹੀਂ ਹੈਗੇ। ਦੁਖਾਂਤ ਇਹੀ ਹੈ ਵੀ ਬਹੁਤ ਵਧੀਆ ਜਿਹੜੇ ਲੇਖ ਨੇ ਉਹ ਪਏ ਨੇ ਇੱਧਰ ਵੀ, ਪਰ ਉਹਨਾਂ ਨੂੰ ਮੌਕਾ ਜਿਹੜੇ ਵੱਡੇ ਸਾਡੇ ਬਾਬੇ ਬੋੜ ਨੇ ਇਹਨਾਂ ਨੂੰ ਮੌਕਾ ਨਹੀਂ ਦੇ ਰਹੇ ਉੱਠ ਕੇ ਆਪਣੀ ਕਲਾ ਨੂੰ ਵਰਲਡ ਲੈਵਲ ਤੇ ਕੀ ਪੰਜਾਬ ਲੈਵਲ ਤੇ ਨਹੀਂ ਉੱਠਣ ਦਿੰਦੇ। ਉਹ ਯਤਨ ਨੇ ਜਿਹੜੇ ਰੰਭਣੇ ਚਾਹੀਦੇ ਨੇ। ਸਾਰੇ ਪੱਖੋਂ ਆਪਾਂ ਨੂੰ ਰਲ ਕੇ ਇਹ ਯਤਨ ਕਰਨੇ, ਸਰਕਾਰ ਨੂੰ ਜਗਾਉਣਗੇ, ਆਪਣੇ ਆਪ ਨੂੰ ਜਗਾਉਣਗੇ ਔਰ ਆਪਣੇ ਜੋ ਗੁਆਚੇ ਹੋਏ ਸਾਹਿਤਕਾਰ ਦਾ ਤਪੱਸਿਆ ਇਹਦੇ ਚੋਂ ਮਿਲਦਾ ਕੀ ਹੈ, ਆਪ ਹੀ ਸਾਨੂੰ ਲਿਖਣਾ, ਆਪ ਹੀ ਛਪਾਉਣਾ, ਆਪ ਹੀ ਫਿਰ ਗੱਲਬਾਤ ਕਰਾਉਣੀ ਹੈ। ਇਹ ਸਾਰੀਆਂ ਗੱਲਾਂ ਜਿਹੜੇ ਤਪਸਵੀ ਨੇ ਸਾਡੇ ਤਪੱਸਿਆ ਕਰ ਰਹੇ ਸਾਹਿਤ ਸਿਰਜਕ ਉਹਨਾਂ ਨੂੰ ਲੱਭਣਾ ਔਰ ਉਹਨਾਂ ਨੂੰ ਅਸੀਂ ਅੱਗੇ ਲਿਆਉਣਾ। ਉਹ ਮੇਰੀ ਤਾਂ ਇੰਨੀ ਕੀ ਗੱਲ ਹੈ। ਬਹੁਤ ਧੰਨਵਾਦ। ਅੱਗੇ ਤੋਂ ਟੈਕਨੀਕਲੀ ਸਾਊਂਡ ਹੋ ਕੇ ਗੱਲ ਕਰਾਂਗੇ। ਅੱਜ ਕਮਜ਼ੋਰੀਆਂ ਰਹਿ ਗਈਆਂ ਉਹਦੇ ਲਈ ਮੁਆਫੀ। ਅੱਛਾ ਮਿੱਤਰ ਜੀ, ਅਸੀਂ ਇਸ ਟੈਕਨੋਲੋਜੀ ਨਾਲ ਜੀ ਜੀਣਾ ਹੈ। ਅਸੀਂ ਇਹਦੇ ਵਿੱਚ ਵੀ ਸਾਡੀ ਗੱਲ ਪੂਰੀ ਹੋ ਗਈ ਹੈ। ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਔਰ ਅਫਜ਼ਲ ਸਾਹਿਰ ਦਾ ਕੋਈ ਸੁੱਤੇ ਵੀ ਨਹੀਂ ਉਹਨਾਂ ਟਾਈਮ ਦਿੱਤਾ ਹੈ ਔਰ ਦਵਿੰਦਰ ਸੈਫੀ ਹਰਾਂ ਦਾ ਵੀ। ਤੇ ਹੁਣ ਉਮੀਦ ਹੈ ਕਿ ਅਸੀਂ ਤੁਹਾਨੂੰ ਕਿਸੇ ਦਿਨ ਫਿਰ ਤਕਲੀਫ ਦੇਵਾਂਗੇ ਕਿ ਇਕੱਲਾ ਬੰਦਾ ਇੱਕ ਪ੍ਰੋਗਰਾਮ ਕਰੀਏ, ਰੱਜ ਕੇ ਗੱਲਾਂ ਸੁਣੀਏ। ਔਰ ਆਜ਼ਮ ਨਿੱਕੀ ਜਿਹੀ ਗੱਲ ਮੈਂ ਕਰਨੀ ਚਾਹੁੰਦਾ, ਬਸ ਇਹ ਜਿਹੜੇ ਨਵੇਂ ਲੋਕ ਜਿਹੜੇ ਇਸ ਵੇਲੇ ਇੰਟਰਨੈਟ ਵਰਤ ਰਹੇ ਨੇ, ਸਾਨੂੰ ਸੁਣ ਰਹੇ ਨੇ, ਇੱਕ ਤੇ ਇਹਨਾਂ ਦੇ ਨਾਲ ਗੱਲ ਕਰਨ ਦੀ ਲੋੜ ਹੈ ਜਿੰਨੇ ਵੀ ਸਾਨੂੰ ਸੁਣ ਰਹੇ ਨੇ। ਜੀ ਜ਼ਰੂਰ। ਉਹ ਕਹਿੰਦੇ ਨੇ ਉਹ ਕੀ ਇੱਕ ਪਤਾ ਨਹੀਂ ਬੋਲੀ ਹੈ ਕੋਈ, ਪਿੱਪਲ ਦੇ ਪਾਪਿਆ, ਪਿੱਪਲ ਦੇ ਪੱਤਿਆ, ਪਿੱਪਲ ਦੇ ਪਾਪਿਆ ਕਹੀ ਖੜ ਲਾਈ ਆ, ਗਏ ਨਹੀਂ ਪੁਰਾਣੇ ਰੁੱਤ ਨਵਿਆਂ ਦੀ ਆਈ ਹੈ। ਵਾਹ ਵਾਹ ਵਾਹ। ਇਹਨਾਂ ਨੇ ਵਿਕਾਸ ਕਰਨਾ ਹੈ ਜਿਹੜੇ ਸਾਨੂੰ ਸੁਣਦੇ ਪਏ ਨੇ। ਇਹਨਾਂ ਨੂੰ ਆਪਣੀਆਂ ਜੜ੍ਹਾਂ ਦੇ ਨਾਲ ਜੁੜਨ, ਇਹਨਾਂ ਨੂੰ ਉਹ ਸਾਰਾ ਰਾਹ ਦਿਓ, ਇਹਨਾਂ ਨੂੰ ਉਹ ਮੈਰਾਥਨ ਵਾਲਾ ਹਿਸਾਬ ਬਣਾਓ, ਇਹ ਨਵੀਂ ਪੀੜ੍ਹੀ ਨੂੰ ਜੋੜੋ। ਉਹਨਾਂ ਨੂੰ ਜ਼ਾਹਿਰ ਹੈ ਉਹਨਾਂ ਨੂੰ ਉਹ ਰੰਗ ਮਾਹੌਲ ਕਿਧਰੇ ਕੁਝ ਅੱਛਾ ਚੰਗਾ ਹੁੰਦਾ ਨਜ਼ਰ ਆਏਗਾ ਤਾਂ ਉਹ ਉਹਨਾਂ ਦੇ ਅੰਦਰ ਕੋਈ ਰਸ ਪਏਗਾ, ਕੋਈ ਖਿੱਚ ਪਊਗੀ, ਕੋਈ ਤਲਬ ਆਏਗੀ ਕਿ ਆਪਣੀ ਜੜ ਨਾਲ, ਆਪਣੀ ਜੱਦ ਨਾਲ, ਆਪਣੀ ਮਿੱਟੀ ਨਾਲ ਜੁੜਨ ਦਾ ਉਹਨਾਂ ਨੂੰ ਇੱਕ, ਜਿਵੇਂ ਇਸ ਧਰਤੀ ਦੇ ਇੱਕ ਰੁੱਖ ਹੁੰਦੇ ਨੇ ਇੰਜ ਬਣਨਗੇ, ਉਹ ਵੀ ਛਾਵਾਂ ਵੰਡਣਗੇ, ਫੁੱਲ ਫਲ ਦੇਣਗੇ। ਉਹਨਾਂ ਨੂੰ ਚਾਹੀਦਾ ਕਿ ਜਿਹੜਾ ਵੀ ਉਹਨਾਂ ਦਾ ਡੋਮੇਨ ਹੈ, ਜਿਹੜਾ ਵੀ ਉਹਨਾਂ ਦਾ ਫੀਲਡ ਆਫ ਇੰਟਰਸਟ ਹੈ, ਜਿਹੜਾ ਵੀ ਉਹਨਾਂ ਦੇ ਅੰਦਰ ਕੋਈ ਆਰਟ ਹੈ, ਗੁਣ ਹੈ, ਉਹ ਦੂਜੀਆਂ ਓਬੜ ਬੋਲੀਆਂ 'ਚ ਉਹ ਗੁਣ ਨਾ ਭੁਗਤਾਣ, ਆਪਣੀ ਬੋਲੀ 'ਚ ਆਪਣੀ ਰੂਹ ਪਾਣ ਤੇ ਦੂਜੀ ਆਪਣੀ ਕੌਮਾਂ ਉਹਨੂੰ ਤਰਜਮੇ ਕਰ ਲੈਣਗੀਆਂ, ਟਰਾਂਸਲੇਟ ਕਰ ਲੈਣਗੀਆਂ, ਆਪਣੀ ਬੋਲੀ 'ਚ ਲੈ ਜਾਣਗੀਆਂ। ਅੱਜ ਕੱਲ੍ਹ ਇਸ ਤਰ੍ਹਾਂ ਜਾਣ ਦੇ ਬੜੇ ਸਾਧਨ ਨੇ, ਬੜੇ ਤਰੀਕੇ ਨੇ। ਸਿਰਫ ਇਹ ਵੇਖ ਕੇ ਨਵੇਂ ਜੀਆਂ ਨੂੰ ਅਸੀਂ ਮੈਂ ਕਹਾਂਗਾ ਕਿ ਉਹ ਹੁਣ ਇਹ ਜੋ ਹੋ ਗਈ ਹੈ, ਹੋ ਸਕਦਾ ਤੁਹਾਡਾ ਕਈਆਂ ਨੇ ਵੱਡਿਆਂ ਨੇ ਰਾਹ ਰੋਕਿਆ ਹੋਵੇ, ਮੈਨੂੰ ਵੀ ਪਤਾ ਹੈ ਸਾਡੇ ਵੱਲ ਵੱਡਿਆਂ ਨੇ ਕਦੀ ਖੈਰ ਦੀ ਖਬਰ ਘੱਟ ਹੀ ਦਿੱਤੀ ਹੈ, ਕਿਉਂਕਿ ਵੱਡਿਆਂ ਨੇ ਇਹ ਦੁਨੀਆ ਦਿੱਤੀ ਹੈ ਨਾ ਇਸ ਪੀੜ੍ਹੀ ਨੂੰ। ਜੀ ਅੱਜ ਇਹੋ ਜਿਹਾ ਇਹ ਨਾ ਵੱਡਿਆਂ ਹੀ ਆ, ਸਾਡੇ ਵਰਗੇ ਜੋ ਅਸੀਂ, ਅਗਰ ਮੈਂ ਵੱਡਾ ਨਾ ਬਣਾ ਤੇ ਮੈਨੂੰ ਤਾਂ ਇੰਝ ਲੱਗਦਾ ਤੇ ਨਹੀਂ ਵੇਖ ਕੇ ਮੈਂ ਤਸਵੀਰ ਵੇਖ ਰਿਹਾ, ਠੀਕ ਹੈ ਨਾ। ਮੈਂ ਤੇ ਅਜੇ ਵੀ ਬਾਲ ਜਿਹੇ ਹਾਂ, ਲੇਕਿਨ ਮੈਂ ਇੰਨਾ ਜ਼ਰੂਰ ਚਾਹਾਂਗਾ ਕਿ ਚਲੋ ਰਲੋ, ਸਾਰੇ ਜੁੜੋ ਔਰ ਪੰਜਾਬ ਆਪਣੀ ਬੋਲੀ ਦੇ ਨਾਲ। ਮੈਂ ਇਨਸੀਡੈਂਟਲੀ ਪੰਜਾਬੀ ਹਾਂ ਨਾ, ਇਨਸੀਡੈਂਟਲੀ ਮੇਰੀ ਬੋਲੀ, ਧੰਨਵਾਦ ਕਰਦੇ ਦੋਸਤਾਂ ਦਾ ਸਾਰੇ ਜਿਨ੍ਹਾਂ ਨੇ ਮੇਰੀ ਬੋਲੀ ਪਰ ਹੁਣ ਪੰਜਾਬੀ ਹੈ ਨਾ ਮੇਰੀ ਬੋਲੀ, ਤੇ ਮੈਨੂੰ ਆਪਣੀ ਆਏਗੀ, ਆਪਣੇ ਨਾਲ, ਮਿੱਟੀ ਨਾਲ, ਆਪਣੇ ਲੋਕਾਂ ਨਾਲ ਪਿਆਰ ਕਰਾਂਗਾ ਤਾਂ ਆਪਣੇ ਆਪ ਨਾਲ ਕਰਾਂਗਾ, ਤਾਂ ਮੈਂ ਕਿਸੇ ਹੋਰ ਨਾਲ, ਦੂਜੇ ਨਾਲ ਪਿਆਰ ਜਾਂ ਉਹਦਾ ਭਲਾ ਕਰਨ ਜੋਗਾ ਹੋਵਾਂਗਾ। ਸੋ ਆਪਣੇ ਜੋਗੇ ਹੋ ਲਈਏ ਤੇ ਫਿਰ ਅਸੀਂ ਕਿਸੇ ਹੋਰ ਜੋਗੇ ਵੀ ਹੋ ਲਾਂਗੇ। ਤੇ ਜਿਹੜੇ ਪ੍ਰਾਹੁਣੇ ਸਾਡੇ ਤਿੰਨੇ ਹੀ ਅੱਜ ਦੇ ਜਿਹੜੇ ਮਾਨਯੋਗ ਪ੍ਰਾਹੁਣੇ ਨੂੰ ਦਰਖਾਸਤ ਹੈ ਕਿ ਜਿਹੜੇ ਲੋਕ ਕਮੈਂਟ ਕਰ ਰਹੇ ਨੇ, ਇਸ ਪ੍ਰੋਗਰਾਮ ਤੋਂ ਬਾਅਦ ਉਹਨਾਂ ਨੂੰ ਜਵਾਬ ਦਿਆ ਜੇ, ਤਾਂ ਕਿ ਇੱਥੇ ਟਾਈਮ ਨਹੀਂ ਸੀ। ਤੇ ਲੈ ਆਓ ਯਾਰ ਹਵਾਲੇ ਰੱਬ ਦੇ, ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋ ਸੀ ਜਿਸ ਦਿਨ ਫਿਰ ਮਿਲਾਂਗੇ। ਜੀ ਰੱਬ ਰੱਖਾ ਜੀ। ਅੱਲਾਹ।